ना करते हुए भी हुण करोड़ तक तो पहुँच गए होगी 1 करोड़ रुपया 1 करोड़ तक। हाँ 10 साल पहले MBBS करन गए सी 60-70 लाख रुपया कहंदे लगा ते अज करोड़ तो उपर लगदा। मैनूं यूक्रेन चेता आ गया। पर अज भी असीं अन्ने होए जी बहुत ज़्यादा अन्ने हैं। जे सानू आबादी के मुताबिक डॉक्टर चाहिए आ ते बच्चे साडे पढ़ना चाहुंदे आ हाँ जी तो फिर कॉलेज इत्थे खोल दे। सरकार खोल दे पर सरकार का उही चक्कर उन्हां कोल अपने कंमां जोगे फंड नहीं मुक्कदे हैगे, मैडिकल कॉलेज जोगे कित्थों कड्ढणे। पावर ते पैसा दो इदां दीयां चीज़ां ने जिहड़ा जिन्हां नाल दुनिया चल रही। जे लोग चाहुंदे आ भी साडा आगू किदां दा हो, पहलां ਉਹ आगू नूं पड़ताल करो। डेमोक्रेसी आ तां गई है पर ਇਹ ਅੱਜ ਪੰਜਾਬ ਤੇ ਆਹ ਪਾਰਟੀ ਰਾਜ ਕਰ ਰਹੀ ਹੈ, ਅੱਜ ਇੰਡੀਆ ਤੇ ਆਹ ਪਾਰਟੀ ਦਾ ਰਾਜ ਹੈ, ਇਹ ਉੱਪਰ ਹਕੂਮਤ 'ਚ ਬੈਠੇ ਨੇ। ਲੋਕਾਂ ਦੇ ਰਾਜ ਦੀ ਗੱਲ ਹੀ ਲੋਕਾਂ ਦੇ ਰਾਜ ਦਾ ਗੱਲ ਹੋ ਹੀ ਨਹੀਂ ਰਹੀ ਹੈਗੀ। ਤੇ ਪੰਜਾਬੀ ਕਿੰਨੇ ਕੁ ਬਿਮਾਰ ਨੇ? ਸਿਹਤ ਪੱਖੋਂ ਤਾਂ ਬਿਮਾਰ ਹੈਗੇ ਨੇ, ਮਾਨਸਿਕਤਾ ਵੱਲੋਂ ਜ਼ਿਆਦਾ ਬਿਮਾਰ ਜਿਹੜਾ ਆਪਾਂ ਬਾਹਰੋਂ ਹਲਵਾਈ ਤੋਂ ਖਾ ਰਹੇ ਹਾਂ ਉਹਨੇ ਇੱਕੇ ਤੇਲ ਪਤਾ ਨਹੀਂ ਕਿੰਨੀ ਵਾਰੀ ਵਰਤਣਾ ਤੇ ਉਹ ਜ਼ਹਿਰ ਹੈ। ਇਹ ਗੱਲ ਸੱਚੀ ਹੈ ਕਿ ਅਸੀਂ ਮੈਚੁਰ ਨਹੀਂ। ਗਲਤੀ ਸਾਡੀ ਇਹ ਨਹੀਂ ਹੈਗੀ ਵੀ ਅਸੀਂ ਮੈਚੁਰ ਨਹੀਂ ਹੈਗੇ, ਸਾਡੇ ਤੇ ਬਹੁਤ ਚੀਜ਼ਾਂ ਥੋਪੀਆਂ ਗਈਆਂ ਪਰ ਹੁਣ ਸਾਡੀ ਗਲਤੀ ਇਹ ਹੈ ਵੀ ਅਸੀਂ ਕੋਸ਼ਿਸ਼ ਵੀ ਨਹੀਂ ਕਰ ਰਹੇ। ਵੀ ਲੋਕਾਂ ਨੇ ਵੀ ਜ਼ਾਤੀ ਕੀਤੀ, ਡਾਕਟਰਾਂ ਨੇ ਵੀ ਬਹੁਤ ਜ਼ਿਆਦਾ ਜ਼ਾਤੀ ਕੀਤੀ। ਕੋਰੋਨਾ ਦੇ ਟਾਈਮ 'ਚ ਵੀ ਜ਼ਾਤੀ ਹੋਈ ਹੈ, ਹਸਪੀਟਲਾਂ 'ਚ ਬਿੱਲ ਵੀ ਬਣਾਏ ਗਏ ਨੇ, ਇਹ 'ਚ ਕੋਈ ਸ਼ੱਕ ਨਹੀਂ। ਪੰਜਾਬ ਦੇ ਵਿੱਚ ਜਿਸ ਵੀ ਘਰ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਜਿੱਥੇ ਕੋਈ ਬਜ਼ੁਰਗ ਕੋਈ ਜਵਾਨ ਬੰਦਾ ਕਿਤੇ ਬੈਠਾ ਨਜ਼ਰ ਆਊਗਾ, ਉਹਦੇ ਨੇੜੇ ਜ਼ਬਾਨ ਦਾ ਮੰਜਾ ਤੇ ਉਹਦੇ ਵਿੱਚ ਨਾ ਇੱਕ ਪੁੜੀ ਵਸਾਈ ਹੁੰਦੀ ਹੈ ਤੇ ਜੇ ਪੁੱਛੋ ਆ ਕੀ ਹੈ, ਇਹ 'ਚ ਗੋਲੀਆਂ ਹੈ, ਇਹ 'ਚ ਦਵਾਈ ਹੈ। ਜੇ ਕਿਸੇ ਘਰ ਦੇ ਵਿੱਚ ਪੁਰਾਣੇ ਸਮੇਂ ਦੀ ਕਿੱਲੀ ਹੈ ਜਾਂ ਅੱਜ ਕੱਲ੍ਹ ਹੈਂਗਰ ਜਿਹਾ ਲੱਗੇ ਆ, ਉਹਦੇ ਵਿੱਚ ਕੋਈ ਨਾ ਕੋਈ ਲਿਫਾਫਾ ਕਾਲੇ ਰੰਗ ਦਾ, ਨੀਲੇ ਰੰਗ ਦਾ, ਹਰੇ ਰੰਗ ਦਾ ਇੱਦਾਂ ਦੇ ਲਿਫਾਫੇ ਹੁੰਦੇ, ਉਹਦੇ ਦੂਰੋਂ ਨਜ਼ਰ ਆਉਂਦਾ ਕਿ ਉਹਦੇ ਵਿੱਚ ਉਹ ਕੈਪਸੂਲ ਪਏ ਆ, ਗੋਲੀਆਂ ਪਈਆਂ। ਜਾਣੀ ਕਿ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਹੈਗੀਆਂ, ਵਾਤਾਵਰਣ ਕਰਕੇ ਆ, ਖਾਣ ਪੀਣ ਦੀਆਂ ਆਦਤਾਂ ਬਦਲੀਆਂ ਉਹਦੇ ਕਰਕੇ ਆ ਜਾਂ ਕਿਹਦੇ ਕਰਕੇ, ਉਹ ਬਹੁਤ ਵੱਖਰੇ ਤਰ੍ਹਾਂ ਦਾ ਇੱਕ ਸਵਾਲ ਹੈ। ਇਹਦੇ ਨਾਲ ਸਾਡੇ ਦਿਮਾਗ ਦੇ ਵਿੱਚ ਕਿੱਦਾਂ ਦੇ ਅਸਰ ਹੋ ਰਿਹਾ, ਅਸੀਂ ਕੀ ਸੋਚਦੇ ਹਾਂ, ਕਿਉਂ ਸੋਚਦੇ ਹਾਂ, ਅਸੀਂ ਕਿਸੇ ਦੇ ਪਿੱਛੇ ਤਾਂ ਨਹੀਂ ਲੱਗਦੇ, ਅਸੀਂ ਕਿੱਧਰਲੇ ਪਾਸੇ ਨੂੰ ਜਾ ਰਹੇ ਹਾਂ। ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਡਾਕਟਰੀ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਡਾਕਟਰ ਤੁਹਾਡੇ ਸਰੀਰ ਨੂੰ ਵੀ ਸਮਝਦੇ ਆ, ਤੁਹਾਡੇ ਮਨ ਨੂੰ ਵੀ ਸਮਝਦੇ। ਅੱਜ ਇਸੇ ਤਰ੍ਹਾਂ ਦੇ ਵਿਸ਼ੇ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਡਾਕਟਰ ਸਤਨਾਮ ਸਿੰਘ ਹੁੰਦਲ ਹੋਰਾਂ ਦੇ ਨਾਲ ਕਿ ਅੱਜ ਦੇਸ਼ ਕਿੱਥੇ ਖੜਾ ਹੈ, ਅੱਜ ਪੰਜਾਬ ਕਿੱਥੇ ਖੜਾ, ਅੱਜ ਪੰਜਾਬੀ ਕਿੱਥੇ ਖੜਾ ਹੈ। ਅਸੀਂ ਹੋ ਸਕਦਾ ਕਿ ਆਪਣੇ ਆਪ ਨੂੰ ਬਿਲਕੁਲ ਦਰੁਸਤ ਸਮਝਦੇ ਹੋਈਏ, ਕਿ ਆਪਣੇ ਆਪ ਦੇ ਵਿੱਚ ਫੁੱਲ ਮੁਕੰਮਲ ਬੰਦਾ ਸਮਝਦੇ ਹੋਈਏ, ਪਰ ਹੋ ਸਕਦਾ ਕੋਈ ਘਾਟ ਕਮਜ਼ੋਰੀ ਜੀ ਹੋਵੇ। ਪ੍ਰਾਈਮ ਟਾਈਮ ਦੇ ਵਿੱਚ ਆਮ ਤੌਰ ਦੇ ਉੱਤੇ ਸਿਆਸੀ ਗੱਲਾਂ ਹੁੰਦੀਆਂ, ਕਰੰਟ ਇਸ਼ੂ ਹੁੰਦੇ ਆ, ਪਰ ਇਹ ਵੀ ਲੱਗਿਆ ਇੱਥੇ ਪੰਜਾਬ ਆ ਕੇ ਕਿ ਵੱਡਾ ਮੁੱਦਾ ਹੈ। ਅਤੇ ਪ੍ਰਾਈਮ ਏਸ਼ੀਆ TV ਦੇ ਉੱਤੇ ਅਸੀਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੀਆਂ ਗੱਲਾਂ ਬਾਤਾਂ ਹੋਣ। ਹੁੰਦਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ TV। ਬਹੁਤ ਧੰਨਵਾਦ ਬਾਠ ਸਾਹਿਬ। ਹੁੰਦਲ ਸਾਹਿਬ, ਇਹਦੇ ਤੋਂ ਪਹਿਲਾਂ ਕਿ ਮੈਂ ਇਸ ਗੱਲ ਦੇ ਵੱਲ ਵਧਾਂ ਕਿ ਸਾਨੂੰ ਐਂ ਲੱਗਦਾ ਹੁੰਦਾ ਪੰਜਾਬੀਆਂ ਨੂੰ ਸਾਰਿਆਂ ਨੂੰ ਕਿ ਸਾਡੇ ਤੋਂ ਸਿਆਣਾ ਕੋਈ ਨਹੀਂ। ਹਾਂਜੀ। ਤੇ ਅਸੀਂ ਵਧੀਆ ਆ, ਸਿਆਣੇ ਆ, ਦੂਜੇ ਦੀ ਗੱਲ ਵੇਲੇ ਸਿਰ ਟੋਕਣ ਲੱਗ ਪੈਂਦੇ ਆ, ਗੱਲ ਅਸੀਂ ਸੁਣਦੇ ਘੱਟ ਆ। ਸਾਡੀ ਕੋਸ਼ਿਸ਼ ਹੁੰਦੀ ਕਿ ਭਾਈ ਅਗਲੇ ਦੀ ਗੱਲ ਛੇਤੀ ਮੁੱਕ ਜਾਵੇ, ਮੈਂ ਆਪ ਦੀ ਗੱਲ ਕਰਾਂ। ਬਿਲਕੁਲ ਜੀ। ਉਹ ਸਾਰਾ ਕੁਛ ਕਿਉਂ ਆ ਉਹ ਤਾਂ ਬਾਅਦ ਵਿੱਚ ਆਪਾਂ ਗੱਲ ਕਰਾਂਗੇ। ਤੁਸੀਂ MBBS ਕੀਤੀ, ਤੁਸੀਂ ਉਹਦੇ ਤੋਂ ਬਾਅਦ ਫੋਰਟਿਸ ਦੇ ਵਿੱਚ ਮੈਡੀਕਲ ਆਫਿਸਰ ਦੇ ਤੌਰ ਦੇ ਉੱਤੇ ਜਿਹੜਾ ਉਹ ਕੰਮ ਕੀਤਾ, ਹੁਣ ਆਪ ਦਾ ਕੰਮ ਕਰ ਰਹੇ ਹੋ, ਨੌਜਵਾਨ ਹੋ, ਉਹ ਸਾਰੀਆਂ ਗੱਲਾਂ ਬਾਅਦ ਦੀਆਂ। ਹਾਂਜੀ। ਅਸੀਂ ਸਾਰੇ ਜਣੇ ਬੜੇ ਚਿੰਤਤ ਹੁੰਦੇ ਆਪਣੇ ਬੱਚਿਆਂ ਦੇ ਭਵਿੱਖ ਲਈ। ਬਿਲਕੁਲ ਜੀ। ਤੇ ਛੋਟੇ ਬੱਚੇ ਨੂੰ ਆਮ ਹੀ ਪੁੱਛੀਏ ਨਾ, ਧੀਏ ਪੁੱਤ ਤੂੰ ਕੀ ਬਣਨਾ? ਮੈਂ ਡਾਕਟਰ ਬਣਨਾ। ਹਾਂਜੀ। ਯਾਨੀ ਸਾਨੂੰ ਐਂ ਲੱਗਦਾ ਡਾਕਟਰੀ 'ਚ ਪੈਸੇ ਬੜੇ ਆ। ਬਿਲਕੁਲ ਜੀ। ਜੇ ਡਾਕਟਰ ਬਣਾਂਗੇ ਤਾਂ ਵਧੀਆ ਮੌਜ ਸਲੂਟ ਕਰਨਾ ਸਾਰਿਆਂ ਨੇ ਨਾ। ਹਾਂਜੀ। ਅੱਜ ਦੇ ਸਮੇਂ 'ਚ ਭਾਰਤ ਦੀ ਜਿਹੜੀ ਹੁਣ ਦੀ ਸਥਿਤੀ ਹੈ, ਤੁਸੀਂ ਮੈਨੂੰ ਦੱਸਿਆ ਸੀ ਪ੍ਰੋਗਰਾਮ ਤੋਂ ਪਹਿਲਾਂ ਕਿ 10 ਕੁ ਸਾਲ ਪਹਿਲਾਂ ਤੁਸੀਂ MBBS ਕਰਨ ਗਏ। ਬਿਲਕੁਲ ਜੀ। 2000 ਦੇ ਵਿੱਚ ਹੀ ਕੀਤੀ ਹੈ ਨਾ। ਹਾਂਜੀ। ਕੀ ਅੱਜ ਜਿਹੜੀ ਪੰਜਾਬ ਦੇ ਲੋਕਾਂ ਦੀ ਵਿੱਤੀ ਸਥਿਤੀ ਹੈ, ਜੇ ਕੋਈ ਮਾਂ ਬਾਪ ਚਾਹੇ ਜੇ ਅਸੀਂ ਆਪਣੇ ਧੀ ਪੁੱਤ ਨੂੰ ਡਾਕਟਰ ਬਣਾਉਣਾ, ਬਹੁਤ ਸਾਰੇ ਬੰਦੇ ਨੇ ਜਿਹੜੇ ਆਟਾ ਦਾਲ ਸਕੀਮ ਦਾ ਲਾਹਾ ਲੈਂਦੇ ਆ, ਵਿੱਤੀ ਤੌਰ 'ਤੇ ਕਮਜ਼ੋਰ ਨੇ, ਵਜ਼ੀਫਿਆਂ ਦੇ ਸਿਰ 'ਤੇ ਪੜ੍ਹਦੇ ਆ, ਜਾਣੀ ਉਹਨਾਂ ਦੀ ਆਮਦਨ ਦੇ ਸਾਧਨ ਉਨੇ ਨਹੀਂ। ਕੀ MBBS ਆਮ ਬੰਦਾ ਅੱਜ ਪੈਸੇ ਇੰਨੇ ਕੁ ਹੁੰਦੇ ਆ ਕਿ ਕਰਾ ਸਕਦਾ ਆਪਦੇ ਬੱਚੇ ਨੂੰ? ਦੇਖੋ ਜੀ, ਇਹਦੇ ਦੋ ਪਹਿਲੂ ਨੇ। ਠੀਕ ਹੈ ਜੀ। ਪਹਿਲਾ ਤਾਂ ਇੱਦਾਂ ਵੀ ਜੇ ਤਾਂ ਆਪਾਂ ਨੂੰ ਸਰਕਾਰੀ 'ਚ ਮਿਲ ਰਹੀ ਹੈ, ਪਰ ਸਰਕਾਰੀ ਕਾਲਜਿਸ ਦੀ ਜਿਹੜੀ ਮਾਤਰਾ ਬਹੁਤ ਜ਼ਿਆਦਾ ਘੱਟ ਹੈ।
ਠੀਕ ਹੈ ਜੀ। ਮਤਲਬ ਸੀਟਾਂ ਬਹੁਤ ਥੋੜੀਆਂ ਨੇ, ਕੰਪੀਟੀਸ਼ਨ ਆਪਣੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਤੇ ਉਹ ਸੀਟਾਂ ਗਿਣਵੀਆਂ ਨੇ, ਤਾਂ ਕਰਕੇ ਉੱਥੇ ਤੱਕ ਪਹੁੰਚਣਾ ਪਹਿਲਾਂ ਤਾਂ ਬਹੁਤ ਜ਼ਿਆਦਾ ਸਟਰਗਲ ਹੈ ਬੱਚੇ ਲਈ, ਜਿਹਦੇ ਕਰਕੇ ਬੱਚੇ ਆਪਾਂ ਦੇਖਿਆ ਸੁਸਾਈਡ ਵੀ ਕਰਦੇ ਨੇ। PMT ਇੱਕ ਹੁਣ ਨੀਟ ਹੋ ਗਿਆ, ਇਹਦਾ ਬਹੁਤ ਵੱਡਾ ਕਾਰਨ ਹੈ ਸੁਸਾਈਡਸ ਦਾ, ਵੀ ਜਿਹਦੇ ਕਰਕੇ ਬੰਦੇ ਆਪਣਾ ਕਲੀਅਰ ਨਹੀਂ ਕਰ ਪਾਉਂਦੇ, ਪਹੁੰਚ ਨਹੀਂ ਪਾਉਂਦੇ ਉੱਥੋਂ ਤੱਕ, ਤੇ ਘਰਦਿਆਂ ਦੀ ਬੀਤੀ ਹਾਲਤ ਠੀਕ ਨਹੀਂ ਹੈਗੀ। ਤੇ ਜੇ ਤਾਂ ਬੱਚਾ ਉੱਧਰ ਨਿਕਲ ਜਾਂਦਾ, ਉਹਦਾ ਨੰਬਰ ਆ ਜਾਂਦਾ, ਯਾਨੀ ਜੋ ਉੱਪਰਲੇ ਥੋੜਿਆਂ 'ਚ ਆ ਗਿਆ, ਥੋੜਿਆਂ 'ਚ ਆ ਗਿਆ, ਕੁਛ ਹਜ਼ਾਰ ਸੌਆਂ 'ਚ ਕਰੋੜਾਂ 'ਚ ਪੇਪਰ ਨਿਆਣੇ ਦੇਣ ਬਹਿੰਦੇ ਨੇ ਲੱਖਾਂ ਦੇ ਹਿਸਾਬ ਨਾਲ ਜੀ, ਤੇ ਕੁਛ ਸੌਆਂ 'ਚ ਆ ਗਿਆ ਤਾਂ ਫਿਰ ਤਾਂ ਠੀਕ ਹੈ। ਜੇ ਹੁਣ ਉਹਨੇ ਆਪ ਕਰਨੀ ਨੇ ਵੀ ਘਰ ਪ੍ਰਾਈਵੇਟ ਮੈਡੀਕਲ ਕਾਲਜ ਜਾਣਾ, ਫਿਰ ਆਮ ਬੰਦੇ ਦੇ ਬਸ ਤੋਂ ਮਤਲਬ ਕਿ ਸੋਚ ਦੇ ਵੀ ਨੇੜੇ ਨਹੀਂ ਹੈਗੀ। ਅੱਛਾ, ਜੇ ਮੈਂ ਤੁਹਾਡੀ ਗੱਲ ਪੁੱਛਾਂ, ਜੇ ਤੁਸੀਂ ਦੱਸਣਾ ਚਾਹੋ। ਹਾਂਜੀ ਹਾਂਜੀ। ਜਾਨੀ MBBS 5-6 ਸਾਲਾਂ 'ਚ ਕੀਤੀ ਤੁਸੀਂ? ਹਾਂਜੀ। ਕਿੰਨੇ ਕੁ ਰੁਪਈਏ ਤੁਹਾਡੇ ਲੱਗੇ? ਤੁਸੀਂ ਲਾ ਲਓ ਜੀ ਵੀ ਆਪਣਾ ਨਾ ਕਰਦੇ ਹੋਏ ਵੀ ਆਪਣੀ ਸਾਰੀਆਂ ਫੀਸਾਂ ਲਾ ਕੇ, ਆਉਣ ਜਾਣ ਦਾ ਖਰਚਾ, ਕਿਤਾਬਾਂ, ਇਹ ਕੁਛ ਕਰਕੇ ਵੀ 60-70 ਲੱਖ ਦੇ ਨੇੜੇ ਤੇੜੇ। ਅੱਛਾ, 60-70 ਲੱਖ ਰੁਪਈਆ ਲੱਗ ਗਿਆ? ਬਿਲਕੁਲ ਜੀ, ਬਿਲਕੁਲ। ਤੇ ਫਿਰ MBBS ਹੋਈ? ਫਿਰ MBBS ਹੋਈ। ਜਾਨੀ ਜੇ ਬੰਦਾ ਸਰਕਾਰੀ ਕਾਲਜ 'ਚ ਦਾਖਲਾ ਨਹੀਂ ਲੈ ਪਾਉਂਦਾ, ਉੱਪਰਲੀ ਜਿਹੜੀ ਹੈ ਕਰੀਮ 'ਚ ਨਹੀਂ ਆਉਂਦਾ ਹੈਗਾ, ਤਾਂ ਫਿਰ 60-70 ਲੱਖ ਰੁਪਏ ਅੱਜ ਦੇ ਸਮੇਂ ਚਾਹੀਦਾ ਜੀ, ਚਾਹੀਦਾ ਬਿਲਕੁਲ। ਹੁਣ ਹੋ ਜਾਂਦੀ 60-70 ਲੱਖ 'ਚ? ਨਹੀਂ, ਹੁਣ ਤਾਂ ਜੀ ਵੱਧ ਗਿਆ, ਇਹ ਤਾਂ 10 ਸਾਲ ਪਹਿਲਾਂ ਦੀ ਗੱਲ ਹੈ। ਅੱਛਾ, ਹਾਂਜੀ ਹਾਂਜੀ। ਕਿੰਨਾ ਕੁ ਵੱਧ ਗਿਆ? 10 ਲੱਖ ਹੋਰ? ਨਹੀਂ, ਮੈਨੂੰ ਲੱਗਦਾ ਹੈ ਵੀ ਨਾ ਕਰਦੇ ਹੋਏ ਵੀ ਹੁਣ ਕਰੋੜ ਤੱਕ ਤਾਂ ਪਹੁੰਚ ਗਈ ਹੋਊਗੀ ਗੱਲ। 1 ਕਰੋੜ ਰੁਪਏ? 1 ਕਰੋੜ ਤੱਕ, ਹਾਂਜੀ ਹਾਂਜੀ। ਇਹਦਾ ਮਤਲਬ ਹੈ ਕਿ ਸ਼ਾਇਦ ਹੀ ਪਿੰਡ 'ਚ ਇੱਕ ਦਾ ਪਰਿਵਾਰ ਹੋਊਗਾ ਜਿਹੜਾ ਕਰੋੜ ਰੁਪਏ ਖਰਚ ਸਕਦਾ। ਬਿਲਕੁਲ। ਕਿਤੇ ਘੱਟ ਵੀ ਹੋਣਗੇ ਕਾਲਜ, ਪਰ ਐਂ ਵੀ ਜੇ ਆਪਾਂ ਵਧੀਆ ਕਾਲਜ ਜਾਂਦੇ, ਵਧੀਆ ਯੂਨੀਵਰਸਿਟੀ ਜਾ ਰਹੇ ਹਾਂ, ਤਾਂ ਉਹਦੀ ਫੀਸ ਉੱਥੋਂ ਹੀ ਹੈ। ਕਿਸੇ ਦੀ ਸਾਲ ਦੀ 16 ਲੱਖ, ਕਿਸੇ ਦੀ 18 ਲੱਖ, ਕਿਸੇ ਦੀ 22 ਲੱਖ ਜੀ, ਏਦਾਂ ਫੀਸਾਂ ਨੇ। ਠੀਕ ਹੈ ਜੀ। ਸੋ ਮੈਂ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਕਿ ਡਾਕਟਰ ਸਤਨਾਮ ਸਿੰਘ ਹੁੰਦਲ ਹੋਰੀ ਆਪਣੇ ਨਾਲ ਨੇ। ਆਪਾਂ ਕਈ ਬਿਮਾਰੀਆਂ, ਕਈ ਗੰਢਾਂ ਜਿਹੜੀਆਂ ਵੱਜੀਆਂ, ਬਿਮਾਰੀਆਂ ਦੂਰ ਕਰਨ ਦੀ ਜਾਂ ਬਿਮਾਰੀਆਂ ਪਹਿਚਾਨਣ ਦੀ ਕੋਸ਼ਿਸ਼ ਕਰਨੀ ਹੈ, ਗੰਢਾਂ ਖੋਲ੍ਹਣ ਦੀ ਕੋਸ਼ਿਸ਼ ਕਰਨੀ ਹੈ। 10 ਸਾਲ ਪਹਿਲਾਂ MBBS ਕਰਨ ਗਏ ਸੀ, 60-70 ਲੱਖ ਰੁਪਈਆ ਕਹਿੰਦੇ ਲੱਗਾ, ਤੇ ਅੱਜ ਕਰੋੜ ਤੋਂ ਉੱਪਰ ਲੱਗਦਾ। ਮੈਨੂੰ ਯੂਕਰੇਨ ਚੇਤਾ ਆ ਗਿਆ। ਹਾਂਜੀ। ਕਿਉਂਕਿ ਇੰਨਾ ਨਹੀਂ ਸੀ ਪਤਾ, ਮਾੜਾ ਮੋਟਾ ਤਾਂ ਪਤਾ ਸੀ। ਪੰਜਾਬ ਦੇ ਕਈ ਪਿੰਡਾਂ ਦੇ ਵਿੱਚੋਂ ਫਿਰ ਰੌਲਾ ਪਿਆ ਜਦੋਂ ਯੂਕਰੇਨ ਦੇ ਉੱਤੇ ਰੂਸ ਨੇ ਹਮਲਾ ਕੀਤਾ। ਕਾਰਨ ਕੀ, ਕੌਣ ਗਲਤ ਸੀ, ਆਪਾਂ ਨਹੀਂ ਜਾਣਦੇ। ਹਾਂਜੀ। ਆਪਣੇ ਬੜੇ ਬੱਚੇ ਨੇ ਜਿਹੜੇ ਫਿਰ ਮੁੜ ਕੇ ਰੌਲਾ ਰੱਪਾ ਪਿਆ ਜੀ, ਉਹਨਾਂ ਨੂੰ ਕਿਤੇ ਕੱਢ ਲਓ। ਮੈਂ ਤਾਂ ਉਦੋਂ ਕੈਨੇਡਾ ਦੇ ਵਿੱਚ ਹੀ ਸੀ, ਉਦੋਂ ਮਾਪਿਆਂ ਨੇ ਟੈਲੀਫੋਨ ਕਰਨੇ ਅੱਧੀ ਰਾਤ ਨੂੰ ਵੀ ਕਿ ਸਾਡਾ ਬੱਚਾ ਉੱਥੇ ਹੈ ਜੀ, ਉਹਦੀ ਕੁਛ ਸੁਣਦਾ ਨਹੀਂ ਜੀ, ਉਹਨਾਂ ਨੂੰ ਕਿਸੇ ਤਰੀਕੇ ਗੁੱਡੀਆਂ ਸਾਡੀਆਂ ਉੱਥੇ ਨੇ, ਉਹਨਾਂ ਨੂੰ ਕਢਾ ਲਓ ਕਿਸੇ ਤਰੀਕੇ। ਹਾਂਜੀ ਹਾਂਜੀ। ਨਿਆਣੇ ਖਾਲੀ ਹੱਥ ਆਏ। ਬਿਲਕੁਲ। ਬਾਅਦ ਵਿੱਚ ਇੱਥੇ ਆ ਕੇ ਵੀ ਉਹ ਕਾਫੀ ਪਰੇਸ਼ਾਨ ਹੋਏ। ਹਾਂਜੀ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਇੱਥੇ 70-80 ਲੱਖ ਰੁਪਈਆ ਲੱਗਦਾ ਜਾਂ ਕਰੋੜ ਤੋਂ ਉੱਪਰ ਲੱਗਦਾ, ਹਾਂਜੀ, ਉੱਥੇ ਕਿਹੜਾ ਉਹ ਸਰਕਾਰੀ ਕਾਲਜ 'ਚ ਪੜ੍ਹਨ ਜਾਂਦੇ ਹੋਣੇ? ਉੱਥੇ ਵੀ ਤਾਂ ਪ੍ਰਾਈਵੇਟ ਹੋਣਾ। ਉੱਥੇ ਬਹੁਤ ਸਸਤਾ ਹੈ ਜੀ, ਪੜ੍ਹਾਈ ਉਹੀ ਆ, ਸਟੈਂਡਰਡ ਉਹੀ ਆ। ਸਟੈਂਡਰਡ ਨਹੀਂ ਕਹਿ ਸਕਦੇ, ਸਟੈਂਡਰਡ ਦਾ ਬਹੁਤ ਥੋੜਾ ਫਰਕ ਹੋਊਗਾ, ਮਾੜਾ ਮੋਟਾ ਫਰਕ ਹੋਊਗਾ। ਮਤਲਬ ਤੁਸੀਂ ਲਾ ਲਓ ਫਰਕ ਹੋਊਗਾ। ਠੀਕ ਹੈ। ਬਹੁਤ ਵੀ ਨਹੀਂ ਕਹਿ ਸਕਦੇ, ਬਹੁਤ ਘੱਟ ਵੀ ਨਹੀਂ ਕਹਿ ਸਕਦੇ, ਫਰਕ ਹੋਊਗਾ। ਤਾਂ ਫੀਸ ਦਾ ਕਿੰਨਾ ਕੁ ਫਰਕ ਹੋਊਗਾ? ਉੱਥੇ ਹੈਗਾ ਜੀ ਆਪਣਾ, ਉਸ ਟਾਈਮ ਦਾ ਮੈਨੂੰ ਪਤਾ, ਹੁਣ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ। ਤੁਸੀਂ ਉਹ 70 ਲੱਖ ਦੇ ਨਾਲ ਹੀ ਕੰਪੇਅਰ ਕਰਦੇ ਹੋ? ਉਹ ਐਂ ਸੀ ਬਈ ਆਪਣਾ 22 ਲੱਖ। ਅੱਛਾ, ਜਿਹੜਾ ਕੰਮ ਤੁਸੀਂ 70 ਲੱਖ 'ਚ ਕੀਤਾ ਉਹ 22 ਲੱਖ 'ਚ ਉੱਥੇ ਹੋ ਜਾਂਦਾ ਸੀ? ਹਾਂਜੀ ਹਾਂਜੀ। ਇਸੇ ਕਰਕੇ ਬੱਚੇ ਮਜਬੂਰੀ 'ਚ ਉੱਥੇ ਜਾਂਦੇ ਨੇ, ਪਰ ਉਹਦੀ ਇੱਥੇ ਆ ਕੇ ਵੈਲਿਊ ਨਹੀਂ ਹੈਗੀ ਉਨੀ। ਹਾਂਜੀ, ਨਹੀਂ ਹੈ। ਪੇਪਰ ਦੇਣਾ ਪੈਂਦਾ, ਜੇ ਪਾਸ ਹੋ ਜਾਣ ਫਿਰ ਪੂਰੀ ਵੈਲਿਊ ਹੈ ਜੀ। ਠੀਕ ਹੈ ਜੀ। ਅੱਛਾ, ਇੱਕ ਗੱਲ ਹੁੰਦਲ ਸਾਹਿਬ ਮੈਨੂੰ ਹੋਰ ਸਮਝਾਇਓ। ਕਈ ਵਾਰੀ ਅਸੀਂ ਪੜ੍ਹਦੇ ਹੁੰਦੇ ਅੰਕੜੇ ਕਿ ਭਾਰਤ ਦੇ ਵਿੱਚ ਨਾ ਇੰਨੇ ਹਜ਼ਾਰ ਲੋਕਾਂ ਦੇ ਪਿੱਛੇ ਡਾਕਟਰ ਆ। ਹਾਂਜੀ। ਕਿ ਡਾਕਟਰਾਂ ਦੀ ਗਿਣਤੀ ਵਧਣੀ ਚਾਹੀਦੀ ਹੈ। ਹਾਂਜੀ। ਜੇ ਸਾਨੂੰ ਆਬਾਦੀ ਦੇ ਮੁਤਾਬਕ ਡਾਕਟਰ ਚਾਹੀਦੇ ਆ ਤੇ ਬੱਚੇ ਸਾਡੇ ਪੜ੍ਹਨਾ ਚਾਹੁੰਦੇ ਆ, ਹਾਂਜੀ, ਤਾਂ ਫਿਰ ਕਾਲਜ ਇੱਥੇ ਹੀ ਖੋਲ੍ਹ ਦੇਣ। ਬਿਲਕੁਲ ਖੋਲ੍ਹ ਸਕਦੇ ਨੇ ਜੀ। ਤੇ ਖੋਲ੍ਹਦੇ ਕਿਉਂ ਨਹੀਂ ਹੋਣਗੇ? ਜਾਣੀ ਕਾਰਨ ਕੀ ਹੋਊਗਾ? ਮੇਰੇ ਹਿਸਾਬ ਨਾਲ ਤਾਂ ਕੰਪੀਟੀਸ਼ਨ। ਠੀਕ ਹੈ। ਵੀ ਜਿੰਨਾ ਵਧੂਗਾ, ਜਿੱਦਾਂ ਆਪਣਾ ਨੋਰਮਲ ਹੈ, ਪ੍ਰੋਡਕਟ ਸਪਲਾਈ ਵਾਲੀ ਕਹਾਣੀ ਹੈ ਜੀ, ਜਿੱਦਾਂ ਆਪਾਂ ਨੋਰਮਲ ਬਿਜ਼ਨਸ 'ਚ ਕਰਦੇ ਹਾਂ, ਮੇਰੇ ਹਿਸਾਬ ਨਾਲ, ਮਤਲਬ ਮੈਂ ਦੱਸ ਨਹੀਂ ਸਕਦਾ ਵੀ ਕਲੀਅਰ ਗੱਲ ਕੀ ਹੈ, ਜੋ ਮੇਰਾ ਓਪੀਨੀਅਨ ਹੈ ਉਹ ਇੱਦਾਂ ਹੀ ਹੈ ਵੀ ਜਿੰਨਾ ਘੱਟ ਰਹੂਗਾ। ਇੱਕ ਐਂ ਵੀ ਥੋੜ੍ਹਾ ਇਹ ਵੀ ਚੱਕਰ ਹੈ ਵੀ ਜਿਹੜਾ ਮੈਡੀਕਲ ਕਾਲਜ ਹੈ ਨਾ, ਉਹਦੇ ਲਈ ਐਫੀਲੀਏਸ਼ਨ ਲੈਣ ਲਈ ਬਹੁਤ ਪ੍ਰਬੰਧ ਕਰਨੇ ਪੈਂਦੇ ਨੇ। ਸਰਕਾਰ ਹੀ ਖੋਲ ਦੇਵੇ, ਆਪਾਂ ਪ੍ਰਾਈਵੇਟ ਖਿਲਾਉਣੇ? ਹਾਂ, ਸਰਕਾਰ ਖੋਲ ਦੇਵੇ, ਪਰ ਸਰਕਾਰ ਦਾ ਉਹੀ ਚੱਕਰ, ਉਹਨਾਂ ਕੋਲ ਆਪਣੇ ਕੰਮਾਂ ਜੋਗੇ ਫੰਡ ਨਹੀਂ ਮੁੱਕਦੇ ਹੈਗੇ, ਮੈਡੀਕਲ ਕਾਲਜ ਜੋਗੇ ਕਿੱਥੋਂ ਕੱਢਣੇ? ਲੋਕਾਂ ਨੂੰ ਡਾਕਟਰ ਕਾਹਤੋਂ ਦੇਣੇ ਆ? ਹਾਂ, ਵੀ ਹੋਰ ਹੁਣ ਵੀ ਥੋੜੇ ਲੋਕ ਫਿਰ ਤਾਂ ਹੀ ਉਹ ਰਹਿਣਗੇ, ਜੇ ਹੁਣ ਨਿਆਣੇ ਪੜ੍ਹਨ ਲੱਗ ਜਾਣਗੇ ਫਿਰ ਤਾਂ ਸਰਕਾਰਾਂ ਦਾ ਕੰਮ ਹੀ ਬੰਦ ਹੋ ਜਾਏਗਾ। ਅੱਛਾ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਚਲੋ MBBS ਕਰ ਲਈ, ਸਾਰਾ ਕੁਛ ਹੋ ਗਿਆ, ਤੁਸੀਂ ਪੜ੍ਹਾਈ ਕਰ ਲਈ, ਯੂਕਰੇਨ ਤੋਂ ਵੀ ਸਾਡੇ ਬੱਚੇ MBBS ਕਰਕੇ ਆ ਗਏ, ਪੇਪਰ ਪਾਸ ਕਰ ਲਿਆ, ਉਹਦੇ ਤੋਂ ਬਾਅਦ ਹੁਣ ਆਪਾਂ ਪੰਜਾਬੀ ਭਾਈਚਾਰੇ 'ਤੇ ਆਉਂਦੇ ਹਾਂ। ਬੜੀ ਏਰੀ ਹੁੰਦਾ, ਮੈਂ ਤਾਂ ਦੇਖੋ ਜੀ, ਮੇਰਾ ਤਾਂ ਡਾਕਟਰ ਨੂੰ ਸਿੱਧਾ ਸਵਾਲ ਹੁੰਦਾ, ਤੁਸੀਂ ਤਾਂ ਫੀਸ ਲਓਗੇ, ਫਿਰ ਪਰਚੀ 'ਤੇ ਲਿਖੋਗੇ, ਫਿਰ ਦਵਾਈ ਖਰੀਦਾਂਗੇ। ਮੈਂ ਤਾਂ ਡਾਕਟਰਾਂ ਨੂੰ ਪੁੱਛਣਾ ਹੁੰਦਾ ਸਭ ਤੋਂ ਪਹਿਲਾਂ ਕਿ ਅਸੀਂ ਬਿਮਾਰ ਹੀ ਨਾ ਹੋਈਏ। ਹਾਂਜੀ। ਵੀ 2-3 ਚੀਜ਼ਾਂ ਸਾਨੂੰ ਕੋਈ ਤਰਕੀਬਾਂ ਉਹਦੀਆਂ ਸਮਝੂ ਜਾਓ ਵੀ ਜਾਣੀ ਅਸੀਂ ਖਾਈਏ ਕੀ, ਅਸੀਂ ਕਰੀਏ ਕੀ, ਅਸੀਂ ਰਹੀਏ ਕਿੱਦਾਂ, ਵੀ ਜਿਹਦੇ ਨਾਲ ਸਾਨੂੰ ਤੁਹਾਡੇ ਕੋਲ ਆਉਣ ਦੀ ਲੋੜ ਹੀ ਨਾ ਪਵੇ, ਤੁਹਾਡੇ 4 ਰੁਪਏ ਘੱਟ ਵੀ ਜਾਣ ਤਾਂ ਕੀ ਹੋਇਆ। ਹਾਂ, ਬਿਲਕੁਲ ਸਹੀ ਗੱਲ ਹੈ ਜੀ। ਇਹ ਤਾਂ ਹੁਣ ਇੱਦਾਂ ਵੀ ਇੱਕ ਤਾਂ ਐਕਸਰਸਾਈਜ਼ ਮੇਨ ਹੈ, ਤੇ ਦੂਜਾ ਡਾਈਟ। ਜਿਮ ਜਾਣਾ ਜ਼ਰੂਰੀ ਹੈ? ਨਹੀਂ, ਬਿਲਕੁਲ ਵੀ ਨਹੀਂ। ਵਰਜਿਸ਼ ਹੈ ਸਰੀਰ ਦੀ। ਤੁਸੀਂ ਵਾਕ ਕਰੋ, ਤੁਸੀਂ ਯੋਗਾ ਕਰੋ, ਜੋ ਤੁਹਾਨੂੰ
ਸੈੱਟ ਲੱਗਦਾ ਹੈ। ਐਂ ਵੀ ਜਿਮ ਜਾ ਕੇ ਹੀ ਹੋਣਾ, ਜਿੱਦਾਂ ਤੁਹਾਨੂੰ ਸਹੂਲੀਅਤ ਹੈ ਉਦਾਂ ਆਪਾਂ ਕਰ ਸਕਦੇ ਹਾਂ। ਦੂਜਾ ਆਪਣਾ ਡਾਈਟ ਤੇ ਕੰਟਰੋਲ ਬਹੁਤ ਜ਼ਰੂਰੀ, ਸਾਰੀ ਕਹਾਣੀ ਡਾਈਟ ਤੇ ਹੈ। ਕੋਈ ਵੀ ਮਤਲਬ ਕਿ ਮਾਤਰਾ ਹੁੰਦੀ ਹੈ ਹਰੇਕ ਚੀਜ਼ ਦੀ। ਨਹੀਂ ਜਾਣੀ ਤੁਹਾਡਾ ਮਤਲਬ ਪੀਜ਼ੇ ਦੇ ਜੇ ਆਪਾਂ 6 ਪੀਸ ਖਾਣੇ 5 ਖਾ ਲਈਏ? ਨਹੀਂ ਪੀਜ਼ੇ ਦੇ ਆਪਾਂ 6 ਪੀਸ ਨਾ ਖਾਈਏ, ਆਪਾਂ ਮਤਲਬ ਕਿ ਉਹਨੂੰ ਮਹੀਨੇ 'ਚ ਇੱਕ ਵਾਰ ਵਾਲਾ ਰੱਖੀਏ ਬਾਹਰ ਦਾ ਜਿਹੜਾ ਆਪਾਂ ਖਾਣਾ। ਜਿਹੜਾ ਆਪਾਂ ਘਰ ਦਾ ਵੀ ਖਾਣਾ ਭਾਵੇਂ ਫਰੂਟ ਹੀ ਹੈ, ਫਰੂਟ ਏਦਾਂ ਨਹੀਂ ਆਪਾਂ ਫਰੂਟ ਨਾ ਇੱਕ ਕਿਹਾ ਜਾਂਦਾ ਬਹੁਤ ਹੈਲਦੀ ਚੀਜ਼ ਹੈ, ਏਦਾਂ ਨਹੀਂ ਹੈਗਾ ਵੀ ਸਾਰਾ ਦਿਨ 'ਚ ਫਰੂਟ ਹੀ ਖਾਈ ਜਾਈਏ ਤਾਂ ਉਹਨੇ ਵੀ ਨੁਕਸਾਨ ਕਰਨਾ, ਉਹ ਵੀ ਲੀਵਰ ਤੇ ਭਾਰ ਪਾਉਂਦਾ। ਠੀਕ ਹੈ, ਏਦਾਂ ਨਹੀਂ ਵੀ ਫਰੂਟ ਕਈ ਲੋਕ ਕਹਿੰਦੇ ਨੇ ਵੀ ਅਸੀਂ ਦਿਨ ਰਾਤ ਹੁਣ ਫਰੂਟ ਹੀ ਖਾਣਾ, ਉੱਦਾਂ ਨਹੀਂ ਹੁੰਦਾ ਹੈਗਾ। ਮਾਤਰਾ ਜ਼ਰੂਰੀ ਹੈ, ਹਰੇਕ ਚੀਜ਼ ਦੀ ਬਰਾਬਰ ਹੋਣੀ ਚਾਹੀਦੀ ਹੈ ਵੀ ਜਿੰਨਾ ਆਪਾਂ ਪ੍ਰੋਟੀਨ ਕਾਰਬੋਹਾਈਡਰੇਟ ਕਿੰਨਾ ਲੈਣਾ, ਨੋਰਮਲ ਰੋਟੀ ਕਿੰਨੀ ਖਾਣੀ ਆ, ਉਹ ਐਕਸੈਸ ਜਾਓਗੇ ਹਰੇਕ ਚੀਜ਼ ਜ਼ਹਿਰ ਹੈ। ਅਜੇ ਇੱਕ ਚੀਜ਼ ਹੋਰ ਦੱਸਿਓ, ਆਮ ਤੌਰ ਦੇ ਉੱਤੇ ਆਪਣਾ ਪੰਜਾਬੀਆਂ ਦਾ ਸੁਭਾਅ ਸੀ ਕਿ ਠੋਕ ਕੇ ਖਾਓ ਬਈ, ਰੋਟੀਆਂ ਖਾਓ 5 6 7। ਬਿਲਕੁਲ ਜਾਣੀ ਕਈ ਵਾਰੀ ਸਾਨੂੰ ਕਈ ਵਾਰੀ ਸੁਣਨ ਨੂੰ ਮਿਲਦਾ ਛੋਟੀ ਛੋਟੀ ਮੀਲ ਲਓ, 2 ਘੰਟੇ ਬਾਅਦ ਖਾਓ, 3 ਘੰਟੇ ਬਾਅਦ ਖਾਓ, ਥੋੜਾ ਖਾਓ। ਚੰਗਾ ਕਿਹੜਾ ਹੁੰਦਾ? ਚੰਗਾ ਕੁਛ ਇਹ 'ਚ ਨਾ ਬਹੁਤ ਵੰਡੇ ਹੋਏ ਨੇ ਲੋਕ, ਬਲਕਿ ਮੀਲਸ ਇੱਦਾਂ ਵੀ ਮੇਰੇ ਹਿਸਾਬ ਨਾਲ ਵੀ ਜਿੰਨਾ ਕੁ ਮੈਂ ਪੜ੍ਹਿਆ ਆ, ਜਿੰਨਾ ਕੁ ਮੈਂ ਕਰਦਾ ਵੀ ਜਿੰਨੀਆਂ ਘੱਟ ਹੋਣ ਉਨਾ ਚੰਗਾ। ਠੀਕ ਹੈ ਜੀ, ਕਿਉਂਕਿ ਆਪਾਂ ਨੂੰ ਡਾਈਜੈਸਟ ਕਰਨ ਨੂੰ ਟਾਈਮ ਲੱਗਦਾ, ਆਪਣੇ ਸਾਰੇ ਸਰੀਰ ਨੂੰ ਆਪਣਾ ਕੰਮ ਕਰਨ ਲਈ। ਤੁਸੀਂ ਲਾ ਲਓ ਵੀ ਲੇਬਰ ਹੀ ਅੰਦਰ, ਤੁਸੀਂ ਹੁਣ ਦੇਖੋ ਵੀ ਧੱਕਾ ਕਰੀ ਜਾਓਗੇ, ਇੱਕ ਦਿਨ ਤਾਂ ਉਹਨੇ ਜਵਾਬ ਦੇਣਾ ਵੀ ਮੇਰੇ ਤੋਂ ਕੰਮ ਨਹੀਂ ਹੋ ਰਿਹਾ। ਹੁਣ ਤੁਸੀਂ ਹਰ 3 ਘੰਟੇ ਬਾਅਦ 2 ਘੰਟੇ ਬਾਅਦ ਕੁਛ ਨਾ ਕੁਛ ਉਹਨੂੰ ਦੇਈ ਜਾਓਗੇ, ਉਹਨੇ ਅਬਜ਼ੋਰਬ ਵੀ ਨਹੀਂ ਕਰ ਪਾਉਣਾ, ਜਿਹੜੇ ਤੁਹਾਡਾ ਨਿਊਟ੍ਰੀਸ਼ਨ ਹੈ ਉਹ ਵੀ ਤੁਹਾਡੇ ਤੱਕ ਪਹੁੰਚਣੀ ਨਹੀਂ ਹੈਗੀ। ਨਾਲੇ ਜਿੱਦਾਂ ਆਪਾਂ ਪਹਿਲਾਂ ਦੀ ਗੱਲ ਕਰਦੇ ਹਾਂ ਵੀ ਆਪਾਂ ਕਹਿੰਦੇ ਵੀ ਬਹੁਤ ਖਾਂਦੇ ਸੀਗੇ ਵੀ ਬਜ਼ੁਰਗ ਆਪਣੇ, ਉਹਨਾਂ ਦਾ ਕੰਮ ਬਹੁਤ ਸੀਗਾ, ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਸੀਗੀ, ਖੇਤੀ ਵੀ ਹਲਾਂ ਨਾਲ ਸੀਗੀ, ਸਾਰਾ ਦਿਨ ਖੇਤਾਂ 'ਚ ਬਹੁਤ ਉਹ ਸੀਗਾ, ਤਾਂ ਉਹ ਪਚਾ ਸਕਦੇ ਤੇ। ਅੱਜ ਦੇ ਟਾਈਮ ਜਦੋਂ ਮਸ਼ੀਨੀ ਯੁੱਗ ਹੈ ਉਹਨਾਂ ਅਸੀਂ ਪਚਾ ਨਹੀਂ ਸਕਦੇ। ਹੁਣ ਤੁਸੀਂ ਕਹੋਗੇ ਵੀ ਉਦੋਂ ਕਿਲੋ ਕੀ ਖਾ ਜਾਂਦੇ ਸੀ, ਅੱਜ ਦਾ ਬੰਦਾ ਕਿਲੋ ਕੀ ਨਹੀਂ ਪਚਾ ਸਕਦਾ, ਸਿੱਧਾ ਹਾਰਟ ਤੇ ਡਿਜ਼ੀਜ਼ ਤੇ ਜਾਊਗਾ। ਤਾਂ ਉਸ ਤੋਂ ਚੰਗਾ ਵੀ ਆਪਾਂ ਆਪਣਾ ਬਰਾਬਰ ਖਾਈਏ, ਜਿੰਨੀ ਕੁ ਆਪਾਂ ਵਰਜਿਸ਼ ਕਰ ਸਕਦੇ ਹਾਂ ਉਨਾ ਕੁ ਆਪਾਂ ਖਾ ਲਈਏ, ਜਿੰਨਾ ਕੁ ਆਪਾਂ ਪਚਾ ਸਕਦੇ। ਇੱਕ ਚੀਜ਼ ਦੱਸਿਓ, ਸਾਡਾ ਬਹੁਤਾ ਕੰਮ ਮੈਂ ਆਪਣਾ ਦੱਸਦਾ, ਮੈਂ ਇੱਥੇ ਕੁਰਸੀ ਤੇ ਬਹਿਣਾ ਹੀ, ਮੈਂ ਆਣ ਕੇ ਬੋਲਣਾ, ਮੇਰਾ ਦਿਮਾਗੀ ਕਸਰਤ ਜ਼ਿਆਦਾ, ਸਰੀਰ ਦੀ ਕਸਰਤ ਹੈ ਨਹੀਂ। ਬਿਲਕੁਲ ਜੀ ਬਿਲਕੁਲ। ਮੈਂ ਫਿਰ ਉੱਠ ਕੇ ਜਾਣਾ ਹੀ, ਫਿਰ ਜਾ ਕੇ ਅਖਬਾਰਾਂ ਨੂੰ ਲੱਗ ਪਾਓ, ਕੁਛ ਦੇਖਣ ਲੱਗ ਪਾਓ। ਜਾਣੀ ਕਿ ਜੇ ਮੈਂ ਹਿੰਮਤ ਕਰ ਲਾਂ ਤਾਂ ਸੈਰ ਕਰਿਆ ਮੈਂ, ਨਹੀਂ ਤਾਂ ਜੇ ਨਾ ਕਰਾਂ ਤਾਂ ਮੇਰਾ ਕੰਮ ਇੱਥੇ ਸਰਦਾ। ਇੱਦਾਂ ਹੀ ਤੁਹਾਡਾ ਕਿ ਤੁਸੀਂ ਜਾਓਗੇ, ਕਿਸੇ ਦਾ BP ਚੈੱਕ ਕਰ ਲਿਆ, ਕਿਸੇ ਨੂੰ ਕਿਹਾ ਕਿ ਭਾਜੀ ਹੁਣ ਮਾੜੀ ਪਿੱਠ ਦਿਖਾਓ, ਤੁਸੀਂ ਮਾੜੀ ਛਾਤੀ ਦਿਖਾਓ, ਕਿਸੇ ਦੀ ਮਾੜੀ ਮੋਟੀ ਨਬਜ਼ ਫੜ ਕੇ ਚੈੱਕ ਕਰ ਲਈ, ਜਾਣੀ ਜਾਂ ਵੱਧ ਤੋਂ ਵੱਧ ਉੱਠ ਕੇ ਚਲ ਗਿਆ ਜੀ ਇੱਥੇ ਲੇਟੋ, ਤੁਸੀਂ ਫਿਰ ਦੇਖਦੇ ਆ। ਤੁਸੀਂ ਫਿਰ ਠੋਕ ਕੇ ਖਾਂਦੇ ਹੋ ਜਾਂ ਤੁਹਾਨੂੰ? ਨਹੀਂ ਠੋਕ ਕੇ ਨਹੀਂ ਖਾਂਦਾ ਹੈਗਾ ਜੀ, ਮੈਂ ਬਰਾਬਰ ਹੀ ਖਾਂਦਾ। ਮੈਂ ਆਪਣਾ ਜੇ ਦੱਸਾਂ, ਮੈਂ ਦਿਨ 'ਚ 2 ਹੀ ਵਾਰ ਖਾਂਦਾ। ਠੀਕ ਹੈ ਜੀ, 2 ਹੀ ਮੀਲਸ ਲੈਂਦਾ ਮੈਂ। ਠੀਕ ਹੈ, ਮੈਨੂੰ ਉਹੀ ਸੂਟ ਕਰਦੀਆਂ ਨੇ। ਨਹੀਂ ਪੈਸੇ ਬਚਾਉਂਦੇ ਹੋ? ਨਹੀਂ ਪੈਸੇ ਤਾਂ ਨਹੀਂ ਬਚਾਉਂਦੇ ਹੈਗੇ, ਵਧੀਆ ਖਾ ਲਈਦਾ। ਠੀਕ ਹੈ, ਪੈਸੇ ਵੀ ਵੱਧ ਜਾਣ ਤਾਂ ਬਹੁਤ ਚੰਗੀ ਗੱਲ ਹੈ, ਪਰ ਮਤਲਬ ਕਿ ਮੇਨ ਇਹਦਾ ਇਹ ਕਾਰਨ ਹੁੰਦਾ ਵੀ ਥੋੜਾ ਸਰੀਰ ਨੂੰ ਟਾਈਮ ਦਿੰਦੇ ਆ। ਠੀਕ ਹੈ ਵੀ ਜਿੰਨਾ ਉਹਨੂੰ ਟਾਈਮ ਮਿਲੂਗਾ ਉਹਨਾਂ ਉਹ ਵਧੀਆ ਪਚਾਊਗਾ। ਠੀਕ ਹੈ, ਇੱਦਾਂ ਮੈਂ ਨਹੀਂ ਕਹਿ ਰਿਹਾ ਵੀ 2 ਖਾਣੀਆਂ ਸ਼ੁਰੂ ਕਰ ਲਓ, ਤੁਸੀਂ 3 ਵੀ ਲੈ ਸਕਦੇ ਹੋ, ਪਰ ਹਰ 2 ਘੰਟੇ ਬਾਅਦ ਖਾਣਾ ਉਹ ਬਹੁਤ ਗਲਤ ਹੈ। ਪਰ ਆਪਾਂ ਜਿੰਨੇ ਮਰਜ਼ੀ ਵਿਅਸਤ ਹੋਈਏ, ਘੱਟੋ ਘੱਟ ਆਪਾਂ ਆਪਣੇ ਸਰੀਰ ਲਈ ਅੱਧਾ ਘੰਟਾ ਕੱਢਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਸਰੀਰ ਨਹੀਂ ਚੱਲੂਗਾ ਤਾਂ ਜਿਹੜੇ ਆਪਾਂ ਕੰਮ ਵੀ ਕਰ ਰਹੇ ਨੇ ਉਹ ਵੀ ਨਹੀਂ ਹੋ ਸਕਦੇ। ਅੱਛਾ ਹੁੰਦਲ ਸਾਹਿਬ, ਮੈਨੂੰ ਇੱਕ ਚੀਜ਼ ਸਮਝਾਇਓ, ਕਿਉਂਕਿ ਆਪਾਂ ਨੂੰ ਸਾਨੂੰ ਸੁਣਨ ਵਾਲੇ ਤੁਸੀਂ ਤਾਂ ਸਿਆਣੇ ਬੰਦੇ, ਪੜ੍ਹੇ ਲਿਖੇ ਬੰਦੇ ਹਨ, ਅਸੀਂ ਇੱਕੋ ਜਿਹਾ ਹੀ ਹਾਂ, ਸਾਰਾ ਪ੍ਰਾਈਮ ਏਸ਼ੀਆ TV ਦਾ ਪਰਿਵਾਰ ਦਾ ਮੈਂਬਰ। ਸਾਨੂੰ ਐਂ ਲੱਗਦਾ ਹੁੰਦਾ ਅਸੀਂ ਘਰੇ ਵੀ ਜੇ ਗੱਲ ਕਰੀਏ, ਕਿਸੇ ਰਿਸ਼ਤੇਦਾਰ ਦੇ ਜਾ ਕੇ ਗੱਲ ਕਰੀਏ ਜੀ, ਸਾਰੀ ਦਿਹਾੜੀ ਤਾਂ ਪੁੱਤ ਬਹਿ ਨਹੀਂ ਹੁੰਦਾ, ਜਾਣੀ ਅਸੀਂ ਕੰਮ ਕਰੀ ਤਾਂ ਸਾਰੀ ਦਿਹਾੜੀ ਤਾਂ ਰਸੋਈ 'ਚ ਲੰਘ ਜਾਂਦੀ ਹੈ। ਜੇ ਕਿਸੇ ਨੂੰ ਪੁੱਛੇ ਨਾ ਦਫ਼ਤਰ ਦੇ ਵਿੱਚ ਹੀ ਤਾਂ ਥੱਕ ਜਾਈਦਾ ਆ, ਕੀ ਉਹਨੂੰ ਹੀ ਆਪਾਂ ਕਸਰਤ ਮੰਨ ਕੇ ਚੱਲੀਏ ਜੇ ਸਰੀਰ ਦਾ ਬਾਰੇ ਕਹਾਂਗੇ? ਉਹਨੂੰ ਕਿਸ ਕਸਰਤ ਨਹੀਂ ਮੰਨ ਸਕਦੇ ਹੈਗੇ ਆਪਾਂ। ਅੱਛਾ ਜੀ, ਜਿੱਦਾਂ ਹੁਣ ਤੁਸੀਂ ਲਾ ਲਓ ਕੋਈ ਆਫਿਸ ਵਰਕ ਕਰ ਰਿਹਾ, ਉਹ ਸਿਰਫ ਤੁਹਾਡਾ ਮੈਂਟਲ ਲੋਡ ਹੈ। ਹਾਂ, ਜਿਹੜਾ ਬੰਦਾ ਲੇਬਰ ਕਰ ਰਿਹਾ ਉਹਦੀ ਆਪਾਂ ਕਸਰਤ ਮੰਨ ਸਕਦੇ ਹਾਂ। ਤੁਸੀਂ ਕਦੇ ਵੀ ਦੇਖ ਲਿਓ, ਜਿੰਨੀ ਆਪਣੀ ਲੇਬਰ ਹੋਊਗੀ, ਜਿੰਨੇ ਆਪਣੇ ਮਜ਼ਦੂਰ ਭਰਾ ਨੇ, ਤੁਸੀਂ ਕਦੇ ਵੀ ਦੇਖ ਲਿਓ ਉਹਨਾਂ ਦੀ ਬੋਡੀ ਹਮੇਸ਼ਾ ਫਿੱਟ ਰਹਿੰਦੀ ਹੈ। ਠੀਕ ਹੈ, ਜਿੰਨੇ ਵੀ ਆਪਾਂ ਕਿਤੇ ਵੀ ਲੇਬਰ ਦੇਖ ਲਿਓ, ਕਿਉਂਕਿ ਉਹਨਾਂ ਦੀ ਉਹ ਖਾਂਦੇ ਵੀ ਬਹੁਤ ਨੇ, ਤੇ ਉਹਨਾਂ ਦੀ ਦਿਨ ਦਾ ਮਤਲਬ ਕਿ એનર્ਜੀ ਜਿੰਨੀ ਉਹਨਾਂ ਕੈਲਰੀਜ਼ ਕਹਿ ਦਿੰਦੇ ਆਪਾਂ, ਜਿੱਦਾਂ ਬਰਨ ਕਰਦੇ ਨੇ, ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਆਪਣਾ ਹੁਣ ਸਿਟਿੰਗ ਵਾਲਾ ਹੀ ਕੰਮ ਹੈ ਜ਼ਿਆਦਾਤਰ, ਜਿੰਨੇ ਵੀ ਕਾਰਪੋਰੇਟ ਆਫਿਸ ਨੇ ਜਾਂ ਜਿੰਨੇ ਵੀ ਕੰਮ ਨੇ, ਉਹਦੇ ਲਈ ਤੁਹਾਨੂੰ ਅੱਧਾ ਘੰਟਾ ਤਾਂ ਕੱਢਣਾ ਬਹੁਤ ਜ਼ਰੂਰੀ ਆ। ਵਾਕ ਕਰ ਲਓ, ਜਿੱਦਾਂ ਜਿਹੜੀ ਤੁਹਾਨੂੰ ਪਸੰਦ ਲੱਗਦੀ ਹੈ। ਤੁਹਾਨੂੰ ਥੋੜੇ ਕੁ ਦਿਨ ਔਖਾ ਲੱਗੂਗਾ, ਤੁਹਾਨੂੰ ਆਦਤ ਪੈ ਜਾਣੀ, ਤੁਹਾਨੂੰ ਚੰਗਾ ਲੱਗਣ ਲੱਗ ਜਾਣਾ, ਅੰਦਰੋਂ ਹੀ ਤੁਹਾਨੂੰ ਫੀਲ ਚੰਗਾ ਹੋਣ ਲੱਗ ਜਾਣਾ ਵੀ ਮੈਂ ਕੁਝ ਕਰ ਰਿਹਾ। ਹੁਣ ਜੇ ਏਦਾਂ ਆਪਾਂ ਸੋਚੀ ਜਾਵਾਂਗੇ ਚੱਲ ਵੀ ਇੰਨੀ ਤੱਕ ਮਿਹਨਤ ਕਰੀ ਦੀ ਹੈ, ਸਵੇਰੇ ਉੱਠ ਕੇ ਉੱਥੇ ਵੀ ਜਾਈਦਾ, ਇਹ ਕੰਮ ਤੇ ਵੀ ਜਾਈਦਾ, ਉੱਥੇ ਥੱਕ ਜਾਈਦਾ, ਤਾਂ ਆਪਣਾ ਸਰੀਰ ਹੈ ਆਪ ਟਾਈਮ ਕੱਢਣਾ ਪੈਣਾ, ਕਿਸੇ ਨੇ ਨਹੀਂ ਕੱਢਣਾ। ਕਈ ਵਾਰੀ ਨਾ ਛੋਟੀ ਉਮਰ ਦੇ ਵਿੱਚ ਇਹ ਲੱਗਦਾ ਹੁੰਦਾ ਨਾ, ਸਾਨੂੰ ਕੀ ਹੋਇਆ, ਘੋੜੇ ਵਰਗੇ ਤੁਰੇ ਫਿਰਦੇ ਆ, ਗੱਲ ਕਿਹੜੀ ਆ, ਐਡੀ ਕੋਈ ਗੱਲ ਨਹੀਂ, ਜੋ ਜੀ ਆਵੇ ਖਾਈਦਾ। ਗੱਲ ਵੀ ਰੋਜ਼ ਹੀ ਆਪਾਂ ਐਨ ਤਲਿਆ ਸਮਾਨ ਖਾਣਾ, ਕੁਛ ਨਹੀਂ ਹੁੰਦਾ, ਮੈਨੂੰ ਤਾਂ ਕੁਛ ਵੀ ਨਹੀਂ ਹੋਇਆ। ਹਾਂਜੀ, ਹੋ ਸਕਦਾ ਵੀ ਅੰਦਰ ਹੁੰਦਾ ਹੋਵੇ। ਬਿਲਕੁਲ ਹੁੰਦਾ ਜੀ, ਜਿੱਦਾਂ ਅੱਗੇ ਜਾ ਕੇ ਫਿਰ 35 ਸਾਲ ਤੋਂ ਬਾਅਦ 40 ਸਾਲ ਤੋਂ ਬਾਅਦ ਆਪਣਾ ਹਾਈਪਰਟੈਂਸ਼ਨ BP ਵਧਣ ਲੱਗ ਗਿਆ। ਨਹੀਂ ਡਰਾ ਨਹੀਂ ਸੀ ਰਿਹਾ, ਪਰ ਏਦਾਂ ਵੀ ਹਰ ਕਿਸੇ ਨੂੰ ਏਦਾਂ ਆਪਾਂ ਡਰਨ ਦੀ ਤਾਂ ਲੋੜ ਹੈ ਹੀ ਨਹੀਂ। ਆਪਾਂ ਅੱਜ ਤੋਂ ਸ਼ੁਰੂ ਕਰ ਸਕਦੇ ਹਾਂ, ਉਹਦਾ ਕੋਈ ਹੈ ਨਹੀਂ ਵੀ ਜਿੱਦਣ ਬੰਦਾ ਜਾਗ ਗਿਆ ਉਦਣ ਹੀ ਚੰਗਾ। ਠੀਕ ਹੈ ਜੀ। ਹਾਂਜੀ, ਜੇ ਨਾ ਬਹੁਤ ਸਾਰੇ ਲੋਕ ਵਿੱਤੀ ਤੌਰ ਤੇ ਕਮਜ਼ੋਰ ਨੇ। ਬਿਲਕੁਲ ਜੀ,
ਉਹ ਨਾ ਤਾਂ ਮਹਿੰਗੀ ਜਿਮ ਲੈ ਸਕਦੇ ਆ, ਕਿਉਂਕਿ ਜਿਮ 'ਚ ਜਾਣਾ ਹੋਵੇ ਹੁਣ ਸਾਨੂੰ ਇਹ ਕਿਹਾ ਜਾਂਦਾ ਟ੍ਰੇਨਰ ਬੜਾ ਜ਼ਰੂਰੀ ਆ ਜੀ, ਤੁਸੀਂ ਗਲਤ ਜਿਮ ਲਾ ਲੈਣਾ ਹੈ ਨਾ। ਬਿਲਕੁਲ ਜੀ। ਤਾਂ ਇੰਨੇ ਪੈਸੇ ਨਹੀਂ ਹੁੰਦੇ ਸਾਰਿਆਂ ਕੋਲ। ਹਾਂਜੀ ਹਾਂਜੀ। ਨਾ ਸਾਡੇ ਕੋਲੇ ਇੰਨਾ ਕੁਛ ਬਾਕੀ ਥਾਵਾਂ ਦੇ ਉੱਤੇ ਸਾਧਨ ਹੈਗੇ ਆ ਨਾ। ਬਿਲਕੁਲ ਜੀ। ਮੈਂ ਜੇ ਸਸਤੇ ਤੋਂ ਸਸਤੀ ਚੀਜ਼ ਦੇਖਣੀ ਹੋਵੇ, ਸਾਈਕਲਿੰਗ ਨੂੰ ਕਿਵੇਂ ਮੰਨਦੇ? ਯਾਨੀ ਸਾਈਕਲ ਤਾਂ ਹਰ ਬੰਦੇ ਕੋਲ ਹੁੰਦਾ ਹੈ। ਬਿਲਕੁਲ ਜੀ ਬਿਲਕੁਲ। ਉਹ ਚੰਗਾ ਕਸਰਤ ਲਈ ਬਹੁਤ ਚੰਗਾ ਹੈ ਜੀ। ਜਿੱਦਾਂ ਆਪਣੇ ਗੋਡਿਆਂ ਲਈ ਅੱਜ ਕੱਲ੍ਹ ਆਪਾਂ ਬਹੁਤ ਨਹੀਂ ਸੁਣਦੇ ਵੀ ਗਰੀਸ ਘਟ ਗਿਆ ਹਨਾ, ਵੀ ਗੋਡੇ ਬਦਲਾਉਣੇ ਪੈਂਦੇ ਆ। ਤੇ ਜਿਹੜਾ ਬੰਦਾ ਸਾਈਕਲਿੰਗ ਕਰਦਾ ਹੈ ਉਹਦੇ ਲਈ ਬਹੁਤ, ਉਹ ਮਤਲਬ ਕਿ ਉਹਦੇ ਲਈ ਬਹੁਤ ਲਾਭ ਹੈ ਉਹਨੂੰ। ਠੀਕ ਹੈ ਜੀ। ਤੇ ਉਹ ਮਤਲਬ ਕਿ ਕਾਫੀ ਟਾਈਮ ਉਹਦੇ ਗੋਡੇ ਜ਼ਿਆਦਾ ਕੱਢ ਜਾਣਗੇ। ਸਾਈਕਲਿੰਗ ਏਦਾਂ ਵੀ ਆਪਾਂ ਇੱਕ ਐਕਸਰਸਾਈਜ਼ ਨਾ ਰੱਖੀਏ, ਜਿੱਦਾਂ ਆਪਾਂ ਹਫ਼ਤਾ 7 ਦਿਨ ਹੈ ਆਪਾਂ ਆਲਟਰਨੇਟ ਕਰ ਸਕਦੇ। ਇੱਕ ਦਿਨ ਸਾਈਕਲਿੰਗ। ਜਿਮ ਤਾਂ ਦੇਖੋ ਉਹਨੇ ਜਾਣਾ ਜਿਹਨੇ ਆਪਣੀ ਬੋਡੀ ਬਿਲਡਿੰਗ ਕਰਨੀ ਹੈ, ਜਿਹੜਾ ਆਪਣਾ ਬੋਡੀ ਬਿਲਡਿੰਗ ਦਾ ਸ਼ੌਂਕ ਮੁੰਡੇ ਰੱਖਦੇ। ਜਿਮ ਜਾਣਾ ਏਦਾਂ ਨਹੀਂ ਵੀ ਸਿਰਫ ਬੋਡੀ ਬਿਲਡਿੰਗ ਲਈ ਹੁੰਦੀ ਆ, ਆਪਣੇ ਸਰੀਰ ਲਈ ਵੀ ਹੁੰਦੀ ਆ, ਵੀ ਏਦਾਂ ਸਾਰੇ ਪਾਰਟ ਉਹ 'ਚ ਹੁੰਦੇ ਐਕਸਰਸਾਈਜ਼। ਪਰ ਜਿਹਨੇ ਸਿਰਫ ਮਤਲਬ ਕਿ ਜੇ ਆਪਾਂ ਕਹਿ ਦਿੰਦੇ ਵੀ ਕਿਸੇ ਕੋਲ ਜਾਣ ਦਾ ਟਾਈਮ ਨਹੀਂ ਹੈ ਜਾਂ ਪੈਸੇ ਨਹੀਂ ਹੈਗੇ, ਸਾਧਨ ਨਹੀਂ ਹੈਗੇ, ਉਹ ਬੰਦਾ ਜੇ ਆਪਣਾ ਡੇਲੀ ਦੇ ਡੰਡ ਲਾ ਸਕਦਾ ਜੀ, ਠੀਕ ਹੈ, ਆਪਣੀ ਵਾਕ ਕਰ ਸਕਦਾ। 3 ਦਿਨ ਵੰਡ ਲਵੇ ਆਪਣੇ, ਹਨਾ। ਤੇ ਇੱਕ ਦਿਨ ਜਿੱਦਾਂ ਉਹਨੇ ਵਾਕ ਕਰ ਲਈ, ਇੱਕ ਦਿਨ ਉਹਨੇ ਸਾਈਕਲ ਲਾ ਲਈ, ਇੱਕ ਦਿਨ ਆਪਣੀ ਬੋਡੀ ਨੂੰ ਜਿੱਦਾਂ ਪੁੱਲ ਅਪ ਕਰ ਲਏ, ਸਿਟ ਅਪ ਕਰ ਲਏ, ਹਨਾ, ਡੰਡ ਲਾ ਲਏ, ਬੈਠਕਾਂ ਲਾ ਲੀਆਂ, ਆਹ ਕਰ ਲਵੇ, ਉਹ ਮੋਰ ਦੈਨ ਇਨਫ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਕਿਉਂਕਿ ਇੱਕ ਹੁੰਦਾ ਸੈਰ ਕਰਨੀ। ਮੇਰਾ ਕਿ ਬੰਦਾ ਕਹਿੰਦਾ ਜੀ ਐ ਮਚਕ ਤੁਰੇ, ਮੈਂ ਤਾਂ ਜੀ 25 ਮਿੰਟ ਸੈਰ ਕਰਕੇ ਆਇਆ। ਤੁਹਾਡੇ ਹਿਸਾਬ ਨਾਲ ਨਹੀਂ, ਬ੍ਰਿਸਕ ਵਾਕ ਕਰਨੀ ਚਾਹੀਦੀ ਹੈ ਜੀ। ਉਹ ਕੀ ਹੁੰਦੀ? ਮਤਲਬ ਥੋੜਾ ਤੇਜ਼ ਭੱਜੀਏ, ਭੱਜਣਾ ਵੀ ਨਹੀਂ ਹੈਗਾ, ਵੀ ਆਪਾਂ ਤੇਜ਼ ਤੁਰੀਏ। ਤੁਰ ਕੇ ਆਪਾਂ ਗੱਲਾਂ ਮਾਰ ਕੇ ਆ ਗਏ ਤੇ ਉਹ ਤੋਂ ਬਾਅਦ ਕਿਤੇ ਖੜ ਗਏ, ਉੱਥੇ ਜਾ ਕੇ ਆਪਾਂ ਕੁਝ ਖਾ ਪੀ ਲਿਆ, ਉਹ ਸੈਰ ਦਾ ਕੋਈ ਤੱਤ ਨਹੀਂ ਹੈਗਾ। ਥੋੜੀ ਬ੍ਰਿਸਕ ਵਾਕਿੰਗ ਟਾਈਮ ਹੁੰਦਾ, ਜਿੱਦਾਂ ਆਪਾਂ ਤੁਸੀਂ ਲਾ ਲਓ ਆਪਾਂ ਲੈਪ ਲਾ ਲਈਏ ਵੀ ਆਪਾਂ 400 ਮੀਟਰ ਦਾ ਜਿਹੜੇ ਨਿਆਣੇ ਭੱਜਦੇ ਨੇ, ਉਹ 'ਚੋਂ ਆਪਾਂ 100 ਮੀਟਰ ਭੱਜ ਲਏ, ਫਿਰ ਵਾਕ ਕਰ ਲਈ, ਫਿਰ 100 ਮੀਟਰ ਤੇਜ਼ ਤੁਰ ਲਏ, ਫਿਰ 100 ਮੀਟਰ ਭੱਜ ਲਏ। ਏਦਾਂ ਆਪਾਂ ਕਰ ਸਕਦੇ ਆ। ਫਿਰ ਜਾਣੀ ਕਹਿਣ ਦਾ ਭਾਵ ਆ ਕਿ ਸਬਜ਼ੀ ਖਾਈਏ, ਫਰੂਟ ਖਾਈਏ। ਬਿਲਕੁਲ ਜੀ ਬਿਲਕੁਲ। ਤੇ ਕਸਰਤ ਥੋੜੀ ਜਿਹੀ ਕਰੀਏ। ਬਿਲਕੁਲ। ਸ਼ਾਇਦ ਤੁਹਾਡੇ ਕੋਲ ਬਚ ਜਾਵਾਂਗੇ। ਬਿਲਕੁਲ ਬਚ ਜਾਵਾਂਗੇ ਜੀ, ਬਿਲਕੁਲ ਬਚ ਜਾਵਾਂਗੇ। ਬਿਲਕੁਲ ਸਹੀ ਗੱਲ ਹੈ। ਠੀਕ ਹੈ। ਅੱਛਾ ਡਾਕਟਰ ਸਾਹਿਬ, ਦੂਸਰੀ ਗੱਲ ਕਿ ਹੁਣ ਕਈ ਚੀਜ਼ਾਂ ਦਾ ਤਾਂ ਤੋੜ ਕੋਈ ਨਹੀਂ, ਜੇ ਹਵਾ ਮਾੜੀ ਉਹਦਾ ਕੋਈ ਤੋੜ ਨਹੀਂ ਜੀ। ਜੇ ਬਤਾਊਂ 'ਚ ਟੀਕਾ ਲੱਗਾ ਤਾਂ ਕੀ ਕਰੀਏ? ਕੁਛ ਨਹੀਂ ਕਰ ਸਕਦੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਪਰ ਜਿਹੜੀ ਚੀਜ਼ ਕਰ ਸਕਦੇ ਉਹ ਕਰੀਏ। ਹਾਂਜੀ। ਪੰਜਾਬੀ ਕਿੰਨੇ ਕੁ ਬਿਮਾਰ ਨੇ? ਬਹੁਤ ਬਿਮਾਰ ਨੇ ਜੀ। ਮਤਲਬ ਕਿ ਮੈਨੂੰ ਲੱਗਦਾ ਸਿਹਤ ਪੱਖੋਂ ਤਾਂ ਬਿਮਾਰ ਹੈਗੇ ਨੇ, ਮਾਨਸਿਕਤਾ ਵੱਲੋਂ ਜ਼ਿਆਦਾ ਬਿਮਾਰ ਨੇ। ਜੇ ਜਾਣੀ ਦੋਨੋਂ ਚੀਜ਼ਾਂ, ਮਾਨਸਿਕ ਉਧਰਲੇ ਪਾਸੇ ਆਪਾਂ ਆਉਣ ਲੱਗੇ, ਜਿਹੜਾ ਆਪਣਾ ਮੁੱਖ ਵਿਸ਼ਾ, ਮੈਨੂੰ ਇਹ ਸੀਗਾ ਵੀ ਜੇ ਕੋਈ ਬੰਦਾ ਅੱਜ ਪ੍ਰੋਗਰਾਮ ਦੇਖੇ, ਹਾਂਜੀ, ਉਹ ਜਾਣੀ ਉਹਦਾ ਜੀ ਕਰੇ ਵੀ ਮੈਂ ਪ੍ਰੋਗਰਾਮ ਮੁਕਾ ਕੇ ਤੇ ਸੈਰ ਕਰਨ ਜਾਣੀ। ਬਿਲਕੁਲ ਸਹੀ ਗੱਲ ਹੈ। ਤੇ ਮੈਂ ਆਹ ਖਾਣਾ ਤੇ ਮੈਂ ਆਹ ਨਹੀਂ ਖਾਣਾ, ਜਾਣੀ ਤਲੀ ਚੀਜ਼ ਆਪਾਂ ਮਹੀਨੇ 'ਚ 1-2 ਵਾਰੀ ਰੱਖੀਏ। ਮਤਲਬ ਕਿ ਏਦਾਂ ਦੇਖੋ, ਕੋਸ਼ਿਸ਼ ਕਰੋ ਵੀ ਜੇ ਤਲੀ ਵੀ ਖਾਣੀ ਹੈ ਤਾਂ ਆਪਾਂ ਘਰਾਂ ਖਾਈਏ। ਤਲੇ ਵੇ ਦਾ ਮੇਨ ਕੀ ਹੁੰਦਾ ਵੀ ਜਿਹੜਾ ਆਪਣਾ ਆਇਲ ਤੇਲ ਹੁੰਦਾ ਨਾ, ਜਿਹਦੇ ਆਪਾਂ ਤਲ ਰਹੇ ਹਾਂ, ਉਹਦਾ ਇੱਕ ਪੁਆਇੰਟ ਹੁੰਦਾ ਜਿਹਦੇ ਤੋਂ ਬਾਅਦ ਉਹ ਨੁਕਸਾਨਦੇਹ ਹੋ ਜਾਂਦਾ। ਠੀਕ ਹੈ। ਹੁਣ ਤੁਸੀਂ ਘਰਾਂ ਤੇਲ ਵਰਤੋਗੇ ਤਾਂ ਇੱਕ ਵਾਰ ਤਲ ਕੇ ਉਹਨੂੰ ਵੱਧ ਤੋਂ ਵੱਧ ਇੱਕ ਵਾਰ ਹੋਰ ਵਰਤ ਲਓਗੇ। ਦੂਜੀ ਵਾਰੀ ਵੀ ਨਹੀਂ ਵਰਤਣਾ ਚਾਹੀਦਾ ਵੈਸੇ, ਇੱਕ ਵਾਰ ਤਲ ਲਿਆ ਆਪਾਂ ਤੇ। ਪਰ ਜਿਹੜਾ ਆਪਾਂ ਬਾਹਰੋਂ ਹਲਵਾਈ ਤੋਂ ਖਾ ਰਹੇ ਹਾਂ, ਉਹਨੇ ਇੱਕੇ ਤੇਲ ਪਤਾ ਨਹੀਂ ਕਿੰਨੀ ਵਾਰੀ ਵਰਤਣਾ, ਤੇ ਉਹ ਜ਼ਹਿਰ ਹੈ। ਗੱਲ ਤਲੇ ਹੋਏ ਖਾਣੇ ਦੀ ਨਹੀਂ ਹੈਗੀ, ਗੱਲ ਤੇਲ ਦੀ ਹੈ। ਹੁਣ ਪਰ ਤੇਲ ਬਹੁਤ ਤਰੀਕੇ ਦੇ ਨੇ, ਪਰ ਉਹ ਆਪਣੇ ਅਫੋਰਡੇਬਲ ਨਹੀਂ ਹੈਗੇ। ਜਿੱਦਾਂ ਬਾਹਰ ਤੁਸੀਂ ਜਾਣਦੇ ਹੋਗੇ ਓਲੀਵ ਆਇਲ ਹੈ, ਉਹ ਸਭ ਨਾਲੋਂ ਵਧੀਆ ਤੇਲ ਹੈ, ਪਰ ਉਹ 800 ਰੁਪਏ ਲੀਟਰ ਹੈ। ਤਾਂ ਆਪਣਾ ਉਰੇ ਪੋਸੀਬਿਲਿਟੀ ਨਹੀਂ ਹੈਗੀ ਵੀ ਆਪਾਂ ਖਾ ਸਕੀਏ। ਆਪਾਂ ਦੂਜੇ ਨੰਬਰ ਤੇ ਆਪਾਂ ਸਰੋਂ ਦਾ ਤੇਲ ਓਲੀਵ ਆਇਲ ਨੂੰ ਪੂਰੀ ਟੱਕਰ ਦਿੰਦਾ। ਅੱਛਾ, ਵਧੀਆ ਸਰੋਂ ਦਾ ਤੇਲ, ਬਹੁਤ ਵਧੀਆ ਤੇਲ ਹੈ ਸਰੋਂ ਦਾ ਯੂਜ਼ ਕਰੀਏ ਆਪਾਂ। ਰਿਫਾਈਨਡ ਤੋਂ ਦੂਰ ਰਹੀਏ। ਅੱਛਾ, ਹਾਂ, ਜਿੱਦਾਂ ਦੁਬਾਰਾ ਦੱਸੋ। ਹਾਂ, ਜਿੰਨੇ ਵੀ ਆਪਣੇ ਕਾਟਨ ਸੀਡ ਆਇਲ ਨੇ, ਜਿੰਨੇ ਵੀ ਸੀਡ ਆਇਲ ਨੇ ਆਪਣੇ, ਉਹਨਾਂ ਤੋਂ ਆਪਾਂ ਜਿੰਨਾ ਦੂਰ ਰਹਾਂਗੇ ਉਨਾ ਬਚਾਂਗੇ। ਉਹਨਾਂ ਦਾ ਬੋਇਲਿੰਗ ਪੁਆਇੰਟ ਬਹੁਤ ਛੇਤੀ, ਮਤਲਬ ਬਹੁਤ ਛੇਤੀ ਗਰਮ ਹੋ ਕੇ ਬਹੁਤ ਛੇਤੀ, ਉਹ ਜਿਹੜੇ ਆਪਾਂ ਲਾ ਲਓ ਵੀ ਮੈਂ ਹੁਣ ਸਮਝਾਊਂਗਾ ਤਾਂ ਵੀ ਉਹਨਾਂ ਦਾ ਨੁਕਸਾਨ ਛੇਤੀ ਪੈ ਜਾਂਦਾ। ਜਿਹੜਾ ਸਰੋਂ ਦਾ ਤੇਲ ਹੈ ਉਹਦਾ ਬਹੁਤ ਲੇਟ ਪਹੁੰਚਦਾ, ਉਹ ਲੇਟ ਜਾ ਕੇ ਜਾਣੀ ਮੁਕਾਬਲਾ ਕਰਦਾ। ਹਾਂ, ਤੇ ਆਪਾਂ ਸਰੋਂ ਦਾ ਤੇਲ ਵਰਤੀਏ, ਰਿਫਾਈਨਡ ਤੋਂ ਦੂਰ ਰਹੀਏ। ਦੇਸੀ ਘੀ ਵਰਤ ਸਕਦੇ, ਦੇਸੀ ਘੀ ਤੇ ਸਰੋਂ ਦਾ ਤੇਲ, ਇਹ ਸਭ ਨਾਲੋਂ ਥੋੜਾ। ਹਾਂ, ਥੋੜਾ ਮਤਲਬ ਜਿੱਦਾਂ ਤੁਸੀਂ ਤੜਕੇ 'ਚ ਪਾਉਣਾ ਜਿਹੜਾ ਉਹ ਕਰਨਾ। ਹਾਂਜੀ, ਪਰ ਦੇਸੀ ਘੀ ਦਾ ਏਦਾਂ ਵੀ ਉਹ ਗੁੱਡ ਫੈਟ 'ਚ ਗਿਣਿਆ ਜਾਂਦਾ। ਦੇਸੀ ਘੀ ਜੇ ਆਪਾਂ ਵਰਜਿਸ਼ ਕਰ ਰਹੇ ਹਾਂ, ਤੁਸੀਂ ਰੋਜ਼ ਵੀ ਲੈ ਸਕਦੇ ਹੋ। ਹਾਂ, 1 ਚਮਚਾ 2 ਚਮਚੇ ਜਿੱਦਾਂ ਤੁਸੀਂ ਸਬਜ਼ੀ 'ਚ ਪਾਉਣਾ ਪਸੰਦ ਕਰਦੇ ਹੋ। ਤਾਂ ਰਿਫਾਈਨਡ ਨਾਲੋਂ, ਮੱਖਣ ਮਲਾਈ ਨਾਲੋਂ, ਠੀਕ ਹੈ, ਮੱਖਣ ਮਲਾਈ ਤੋਂ ਦੂਰ ਰਹਿਣਾ। ਕੀ ਲੈ ਸਕਦੇ ਹੋ? ਕੀ ਲੈ ਸਕਦੇ? ਬਿਲਕੁਲ, ਠੀਕ ਹੈ ਜੀ। ਅੱਛਾ, ਇੱਕ ਚਲੋ ਇਹ ਹੋ ਗਿਆ ਕਿ ਜੇ ਅਸੀਂ ਚੰਗਾ ਖਾਈਏ, ਕਸਰਤ ਕਰੀਏ, ਹਾਂਜੀ, ਤਾਂ ਸਾਡਾ ਸਰੀਰ ਜਿਹੜਾ ਦੀਦਾ, ਹਾਂਜੀ, ਜਿਹੜਾ ਸਾਹਮਣੇ ਨਜ਼ਰ ਆਉਂਦਾ, ਬਿਲਕੁਲ ਹੈ ਨਾ, ਉਹ ਬਚ ਜੂ। ਉਹਦੇ ਤੋਂ ਬਾਅਦ ਨਾ ਇੱਕ ਡਾਕਟਰ ਸਾਹਿਬ, ਕਿਉਂਕਿ ਤੁਸੀਂ MBBS ਕੀਤੀ ਹੈ ਤੇ ਗੱਲ ਆਪਣੀ ਚੱਲਦੀ ਸੀ ਕਿ ਉੱਥੇ ਥੋੜਾ ਜਿਹਾ ਦਿਮਾਗ, ਮਨ ਵੀ ਪੜਾਉਂਦੇ ਤੁਹਾਨੂੰ ਥੋੜਾ? ਬਿਲਕੁਲ ਪੜਾਉਂਦੇ ਆ ਜੀ, ਬਿਲਕੁਲ ਪੜਾਇਆ ਜਾਂਦਾ। ਠੀਕ ਹੈ ਜੀ। ਤੇ ਬੰਦੇ ਦੇ ਜੇ ਸਰੀਰ 'ਚ ਕੀ ਆ ਤੇ ਕੀ ਆ। ਹਾਂਜੀ, ਬਿਲਕੁਲ ਜੀ, ਬਿਲਕੁਲ। ਅੱਛਾ, ਇੱਕ ਆਮ ਤੌਰ ਦੇ ਉੱਤੇ ਨਾ ਸਾਡੀ ਪੰਜਾਬੀ ਭਾਈਚਾਰੇ ਦੀਆਂ ਪ੍ਰਾਪਤੀਆਂ ਬੜੀਆਂ, ਹਾਂਜੀ, ਅਸੀਂ ਬੜੇ ਸੰਘਰਸ਼ ਕੀਤੇ। ਬਿਲਕੁਲ ਜੀ, ਅਸੀਂ ਤਾਂ ਜਿਹੜੇ ਧਾੜਵੀ ਆਉਂਦੇ ਸੀ ਉਹਨਾਂ ਨੂੰ ਵੀ ਰੋਕਦੇ ਰਹੇ। ਬਿਲਕੁਲ, ਕੋਈ ਸ਼ੱਕ ਨਹੀਂ। ਭਾਰਤ ਦੇ ਵਿੱਚੋਂ ਜਦੋਂ ਉਹ ਲੁੱਟ ਖੋਹ ਕੇ ਲਿਜਾਂਦੇ ਸੀ, ਅਸੀਂ ਕੁੜੀਆਂ ਨੂੰ ਇੱਥੇ ਛਡਾਉਂਦੇ ਰਹੇ, ਸਭ ਨੂੰ ਰੋਕਿਆ ਜੀ। ਇਤਿਹਾਸ ਬੜਾ ਸਾਡਾ ਵਧੀਆ ਜੀ। ਬਿਲਕੁਲ। ਸਾਡੇ ਗੁਰੂ ਸਾਹਿਬਾਨ ਨੇ ਤਾਂ ਵਿਚਾਰ ਚਰਚਾ ਦਾ ਸੁਨੇਹਾ ਦਿੱਤਾ ਸੀ। ਬਿਲਕੁਲ ਜੀ, ਬਿਲਕੁਲ, ਕਿ ਦੂਜੇ ਦੀ ਗੱਲ ਸੁਣੋ, ਆਪਦੀ ਕਹੋ, ਫਿਰ ਚੰਗੀ ਗੱਲ ਨੂੰ ਸਾਰੇ ਮੰਨ ਲੈਂਦੇ। ਬਿਲਕੁਲ ਜੀ, ਬਿਲਕੁਲ। ਹੁਣ ਅਸੀਂ, ਮੈਨੂੰ ਲੱਗਦਾ ਕਿ ਮੱਥਾ ਟੇਕਦੇ ਆ, ਹਾਂਜੀ, ਸੁਣਦੇ ਆ, ਹਾਂਜੀ, ਅਮਲ ਭੁਰਾ ਘੱਟ ਕਰੀਦਾ। ਬਿਲਕੁਲ ਸਹੀ ਗੱਲ ਹੈ। ਅਸੀਂ ਦੋਸਤਾਂ 'ਚ ਵੀ ਬੈਠੇ ਹੋਈਏ, ਹਾਂਜੀ, ਪਿੰਡ ਬੈਠੇ ਹੋਈਏ,
ਕਿੱਥੇ ਬੈਠੇ ਹੋਈਏ। ਹੁਣ ਸੁਣਨ ਦਾ ਮਾਦਾ ਥੋੜ੍ਹਾ ਜਿਹਾ ਘਟੀ ਜਾਂਦਾ। ਸਾਨੂੰ ਐਂ ਲੱਗਦਾ ਕਿ ਵੀ ਮੇਰੀ ਗੱਲ ਕਿਸੇ ਤਰੀਕੇ ਉਹਨਾਂ ਦੇ ਕੰਨਾਂ 'ਚ ਪੈਣੀ ਚਾਹੀਦੀ, ਉਹਨਾਂ ਨੂੰ ਲੱਗੇ ਕਿ ਇਹ ਬੜਾ ਸਿਆਣਾ ਬੰਦਾ। ਬਿਲਕੁਲ ਸਹੀ ਗੱਲ ਹੈ। ਇਸ ਆਦਤ ਨੂੰ ਵੀ ਮਨ ਨੂੰ ਕੋਈ ਪੜ੍ਹਾਉਂਦੇ ਉੱਥੇ ਪੀ ਜਾਣੀ ਅਸੀਂ ਕੀ ਆ। ਹਾਂਜੀ, ਨਹੀਂ ਮਨ ਨੂੰ ਏਦਾਂ ਮਤਲਬ ਕਿ ਮਨ ਨੂੰ ਨਹੀਂ ਪੜ੍ਹਾਇਆ ਜਾਂਦਾ, ਆਪਣੇ ਬ੍ਰੇਨ ਨੂੰ ਪੜ੍ਹਾਇਆ ਜਾਂਦਾ। ਮਤਲਬ ਕਿ ਆਪਣਾ ਬ੍ਰੇਨ ਹੀ ਸੈਂਟਰ ਹੈ, ਮਤਲਬ ਕਿ ਲਾ ਲਓ ਮਾਲਕ ਬ੍ਰੇਨ ਹੀ ਹੈ ਬੋਡੀ ਦਾ, ਠੀਕ ਹੈ। ਤੇ ਬ੍ਰੇਨ ਨੂੰ ਜਿੱਦਾਂ ਮਤਲਬ ਕਿ ਕੰਡੀਸ਼ਨ ਕਰ ਦਿੱਤਾ ਗਿਆ, ਉਹਨੇ ਉੱਦਾਂ ਸਰੀਰ ਨੂੰ ਚਲਾਈ ਜਾਣਾ, ਉੱਦਾਂ ਆਪਣੀ ਸੋਚ ਨੂੰ ਚਲਾਈ ਜਾਣਾ। ਜਿੱਦਾਂ ਛੋਟੇ ਹੁੰਦੇ ਤੋਂ ਕੰਡੀਸ਼ਨ ਕਰ ਦਿੰਦੇ ਆ ਵੀ ਜਿੱਦਾਂ ਛੋਟੇ ਹੁੰਦੇ ਤੋਂ ਹਰ ਛੋਟੀ ਚੀਜ਼ ਤੋਂ ਲਾ ਲਓ ਵੀ ਜਿੱਦਾਂ ਕਹਿ ਦਿੱਤਾ ਗਿਆ ਵੀ ਇੱਥੇ ਆਹ ਮੱਥਾ ਟੇਕਣਾ ਜੀ, ਤਾਂ ਉਹਨੇ ਉਦਾਂ ਹੀ ਦਿਮਾਗ ਨੇ ਤੱਤਾ ਇਹਨੂੰ ਹੱਥ ਨਹੀਂ ਲਾਉਣਾ। ਜਿੱਦਾਂ ਆਪਾਂ ਕੰਡੀਸ਼ਨਿੰਗ ਕਰੀ ਜਾਵਾਂਗੇ ਦਿਮਾਗ ਨੇ ਹੌਲੀ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਆਪਣਾ, ਉਹਨੇ ਉਦਾਂ ਸਿਗਨਲ ਲੈਣੇ ਸ਼ੁਰੂ ਕਰ ਲੈਣੇ ਨੇ। ਜਾਣੀ ਮੈਂ ਜੇ ਮੋਟੀ ਜਿਹੀ ਉਦਾਹਰਣ, ਕਿਉਂਕਿ ਤੁਸੀਂ ਸਮਝਾਉਂਦੇ ਹੋ ਬੜੀ ਉੱਚੀ ਭਾਸ਼ਾ ਵੀ ਜਾਣੀ ਜੇ ਆਪਾਂ ਕਈ ਵਾਰੀ ਘਰਾਂ 'ਚ ਰੌਲੇ ਹੁੰਦੇ ਆ, ਤਾਇਆ ਨਹੀਂ ਚੰਗਾ, ਉਹਦੇ ਲਈ ਤਾਇਆ ਨਹੀਂ ਚੰਗਾ, ਬਿਲਕੁਲ ਨਹੀਂ ਚੰਗਾ। ਜੇ ਉਹਨੂੰ ਕਹਤਾ ਵੀ ਉਹ ਬੰਦੇ ਮਾੜੇ ਹੁੰਦੇ ਆ, ਫਿਰ ਉਹ ਬੱਚੇ ਲਈ ਉਹ ਮਾੜੇ ਰਹਿਣੇ ਆ, ਉਹ ਕੰਡੀਸ਼ਨਿੰਗ ਹੋ ਗਈ ਉਹਦੀ। ਜਿੱਦਾਂ ਤੁਸੀਂ ਲਾ ਲਓ ਬਸ ਬੀਜ ਪਾਉਣ ਵਾਲੀ ਗੱਲ ਹੈ, ਜਿੱਦਾਂ ਦਾ ਬੀਜ ਬੋ ਲੈਣਾ ਉਦਾਂ ਦਾ ਉਹਨੇ ਕੰਡੀਸ਼ਨ ਹੋਣਾ ਸ਼ੁਰੂ ਹੋ ਜਾਣਾ। ਜਿੱਦਾਂ ਦਾ ਉੱਪਰੋਂ ਪਹਿਲਾਂ ਆਪਾਂ ਬੀਜ ਪਾ ਦਿੰਦੇ ਆ ਨਫ਼ਰਤ ਦਾ, ਉਹ ਤੋਂ ਬਾਅਦ ਆਪਾਂ ਗਾਲਾਂ ਦਾ, ਦੂਜੇ ਦੇ ਖਿਲਾਫ ਨਫ਼ਰਤ ਦਾ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ, ਉਦਾਂ ਹੀ ਉੱਗੀ ਜਾਂਦਾ, ਉਦਾਂ ਉਹਦਾ ਮਾਈਂਡ ਕੰਡੀਸ਼ਨ ਹੋ ਜਾਂਦਾ, ਉਹਦੇ ਹਿਸਾਬ ਨਾਲ ਹੀ ਉਹ ਦੁਨੀਆ ਦੇਖਣ ਲੱਗ ਜਾਂਦਾ। ਅੱਛਾ ਡਾਕਟਰ ਸਾਹਿਬ, ਹਿਊਮਨ ਬਿਹੇਵੀਅਰ ਹੈ ਨਾ, ਮਨੁੱਖ ਦਾ ਜਿਹੜਾ ਵਿਵਹਾਰ ਲਾ ਲਓ ਜਾਂ ਕੁਛ ਵੀ ਲਾ ਲਓ, ਇਹਦੇ ਵਿੱਚ ਹੁਣ ਤੁਸੀਂ ਦੱਸਿਆ ਜੇ ਇੱਦਾਂ ਕਰਦੇ, ਹੁਣ ਸਾਨੂੰ ਕਿਸੇ ਨੇ, ਅਸੀਂ ਲੋਕਤੰਤਰ ਹੈ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਆਪਾਂ ਵੋਟਾਂ ਪਾਉਂਦੇ ਹਾਂ, ਬੜਾ ਰੌਲਾ ਪੈਂਦਾ ਜੀ, ਅਸੀਂ ਕਈ ਵਾਰੀ ਸੋਚਦੇ ਵਿਚਾਰਦੇ ਨਹੀਂ, ਚੱਲ ਰੈਲੀ 'ਚ ਗੱਲ ਸਮਝ ਆਵੇ ਨਾ ਆਵੇ ਜ਼ਿੰਦਾਬਾਦ, ਚੱਲ ਰੋਡ ਸ਼ੋਅ 'ਚ ਬਿਲਕੁਲ ਜੀ ਝੰਡੀ ਲਾ ਲਈ ਜੀ ਸਾਈਕਲ ਤੇ, ਮੈਂ ਲਾ ਘੁੰਮਦਾ ਰਿਹਾ, ਸਾਰੇ ਇਲਾਕੇ ਘੁੰਮਦੇ ਰਹੇ, ਕੋਈ ਸ਼ੱਕ ਨਹੀਂ। ਉਹਦੇ ਤੋਂ ਬਾਅਦ ਅਸੀਂ ਕਈ ਵਾਰੀ ਨਾ ਇੰਨੇ ਹੋ ਜੀਦਾ ਕਿ ਆਪ ਜਿਹੜੀ ਪਾਰਟੀ ਨਾਲ ਜੁੜੇ ਹੋ ਆ ਉਹਦੀ ਮਾੜੀ ਗੱਲ ਨਹੀਂ ਸੁਣਨੀ। ਲੀਡਰ ਚਾਹੇ ਮਾੜਾ ਬਿਆਨ ਵੀ ਦੇਵੇ, ਉਹਦੇ ਹੱਕ 'ਚ ਖਲੋਣਾ, ਲੀਡਰ ਨੇ ਚਾਹੇ ਕਦੇ ਹੱਥ ਵੀ ਨਾ ਮਿਲਾਇਆ ਹੋਵੇ। ਬਿਲਕੁਲ ਸਹੀ ਗੱਲ ਹੈ। ਉਹ ਸਾਰੀਆਂ ਚੀਜ਼ਾਂ ਕਿ ਅਸੀਂ ਕਦੇ ਕਿਤੇ ਕੱਟੜ ਜਿਹਾ ਹੋ ਜਾਂਦੇ ਹਾਂ, ਸਿਆਸੀ ਤੌਰ ਤੇ, ਭਾਈਚਾਰੇ ਦੇ ਤੌਰ ਤੇ, ਜਾਤੀ ਦੇ ਤੌਰ ਤੇ, ਉਹ ਹਿਊਮਨ ਬਿਹੇਵੀਅਰ ਹੀ ਹੈ। ਬਿਲਕੁਲ ਹਿਊਮਨ ਬਿਹੇਵੀਅਰ ਹੈ ਜੀ। ਉਹ ਕੰਡੀਸ਼ਨ ਹੀ ਇੱਦਾਂ ਕੀਤਾ ਗਿਆ। ਚਲੋ ਆਪਾਂ ਪਿੱਛੇ ਚਲੇ ਜਾਂਦੇ ਹਾਂ ਥੋੜ੍ਹਾ, ਜੇ ਆਪਾਂ ਜਾ ਸਕਦੇ ਹਾਂ। ਕਿਉਂ ਨਹੀਂ ਜਾ ਸਕਦੇ, ਆਪਾਂ ਮੁੜ ਕੇ ਇੱਥੇ ਆ ਜਾਵਾਂਗੇ। ਬਿਲਕੁਲ ਸਹੀ ਗੱਲ ਹੈ। ਆਪਾਂ ਮਤਲਬ ਕਿ ਸ਼ੁਰੂ ਕਰਦੇ ਹਾਂ ਜਦੋਂ ਆਪਣੀ ਫਰੈਂਚ ਰੈਵੋਲਿਊਸ਼ਨ, ਫਰਾਂਸ ਦੀ ਕ੍ਰਾਂਤੀ ਹੋਈ ਹੈ। ਕਦੋਂ ਹੋਈ? ਆਪਾਂ 1600 'ਚ ਚਲੇ ਜਾਂਦੇ ਹਾਂ ਪਿੱਛੇ। ਇਹ ਤਾਂ 400 ਸਾਲ ਪਿੱਛੇ 400 ਸਾਲ ਪਿੱਛੇ, 17ਵੀਂ ਸਦੀ 'ਚ। ਠੀਕ ਹੈ, 17ਵੀਂ ਸਦੀ ਚਲੇ ਗਏ। ਉਦੋਂ ਤੱਕ ਕੀ ਕਰਿਆ ਜਾਂਦਾ ਸੀਗਾ ਵੀ ਆਪਣੇ ਨਾ 3 ਤਬਕੇ ਵੰਡੇ ਹੋਏ ਸੀਗੇ ਉਹਨਾਂ ਨੇ, ਮਤਲਬ ਹਜ਼ਾਰਾਂ ਸਾਲਾਂ ਤੋਂ ਉਹੀ ਰੀਤ ਚੱਲਦੀ ਆ ਰਹੀ ਸੀਗੀ। 1600 ਤੋਂ ਪਹਿਲਾਂ ਹਜ਼ਾਰਾਂ ਸਾਲ ਲਾ ਲਓ, ਇੱਕ ਹੀ ਚੀਜ਼ ਚੱਲਦੀ ਆ ਰਹੀ ਸੀਗੀ। ਉੱਪਰ ਪਹਿਲਾਂ ਜਿਹੜਾ ਰਾਜ ਪਰਿਵਾਰ, ਠੀਕ ਹੈ, ਉਹਨਾਂ ਦੇ ਵਜ਼ੀਰ, ਠੀਕ ਹੈ, ਉਹ ਤੋਂ ਥੱਲੇ ਜਿਹੜੇ ਵੀ ਆਪਣੇ ਧਰਮ ਦੇ ਠੇਕੇਦਾਰ ਕਹਿ ਲਓ, ਠੀਕ ਹੈ, ਪ੍ਰੀਸਟ ਹੋ ਗਏ, ਪਾਦਰੀ ਹੋ ਗਏ, ਉਸ ਟਾਈਮ ਜੋ ਵੀ ਹੁੰਦੇ ਸੀਗੇ, ਜਿਹੜੇ ਵੀ ਧਰਮ ਹੁੰਦੇ ਸੀਗੇ, ਉਹਨਾਂ ਦੇ ਜਿਹੜੇ ਆਗੂ ਸੀਗੇ, ਉਹ ਦੂਜੇ ਨੰਬਰ ਤੇ। ਤੀਜੇ ਨੰਬਰ ਤੇ ਕਿਸਾਨ। ਉਸ ਟਾਈਮ ਕਿਉਂਕਿ ਮੇਜਰ ਕਿੱਤਾ ਕਿਸਾਨੀ ਸੀਗਾ ਸਾਰਾ, ਹੋਰ ਮਤਲਬ ਇਦਾਂ ਦਾ ਹਲੇ ਇਹ ਤਾਂ ਇੰਡਸਟਰੀ ਰੈਵੋਲਿਊਸ਼ਨ ਤਾਂ ਬਹੁਤ ਲੇਟ ਆਈ ਹੈ, ਤਾਂ ਕਰਕੇ ਆਮ ਲੋਕਾਂ ਨੂੰ ਉਸ ਟਾਈਮ ਕਿਸਾਨ ਹੀ ਕਿਹਾ ਜਾਂਦਾ ਸੀ, ਪੈਜੈਂਟ ਕਹਿ ਦਿੰਦੇ ਸੀਗੇ ਉਸ ਟਾਈਮ ਦੀ ਭਾਸ਼ਾ 'ਚ। ਤੇ ਉਦੋਂ ਦੇਖ ਲਓ ਵੀ ਆਪਣਾ ਜਿਹੜਾ ਉੱਪਰ ਵਾਲੇ ਸੀਗੇ ਰਾਜੇ, ਇਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਲੋਕ ਇਹ ਸੋਚਦੇ ਸੀਗੇ, ਇਹ ਧਰਮ ਨਾਲ ਜੋੜ ਕੇ ਉਹਨਾਂ ਨੂੰ ਮੂਰਖ ਬਣਾਇਆ ਗਿਆ ਹਜ਼ਾਰਾਂ ਸਾਲਾਂ। ਹੋਲਡ ਕਰ ਲਿਓ ਜਰਾ। ਹਾਂਜੀ। ਸੋ ਜੀ, ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਉਹ ਲੈ ਗਏ ਨੇ ਭਾਈ ਸਾਹਿਬ ਹੁੰਦਲ ਸਾਹਿਬ, ਡਾਕਟਰ ਸਾਹਿਬ 400 ਸਾਲ ਪਿੱਛੇ ਫਰੈਂਚ ਕ੍ਰਾਂਤੀ ਜਦੋਂ ਹੋਈ ਹੈ, ਜਿਨ੍ਹਾਂ ਨੇ ਪੋਲੀਟੀਕਲ ਸਾਇੰਸ, ਸਮਾਜਿਕ ਸਿੱਖਿਆ, ਇਤਿਹਾਸ, ਕੁਛ ਉੱਧਰਲੇ ਪਾਸੇ ਨੂੰ ਕਿਤਾਬਾਂ ਨੂੰ ਪੜ੍ਹਿਆ, ਰੱਟਾ ਨਹੀਂ ਮਾਰਿਆ ਜਿਨ੍ਹਾਂ ਨੇ ਪੜ੍ਹਿਆ, ਉਹਨਾਂ ਨੇ ਕਿਤੇ ਉਹ ਸ਼ਬਦ ਪੜ੍ਹੇ ਹੋਣੇ ਆ, ਉਹ ਕਿਤੇ ਨਾ ਕਿਤੇ ਇੱਕ ਅੱਧੇ ਸਵਾਲ ਦਾ ਜਵਾਬ ਵੀ ਦਿੱਤਾ ਹੋਊਗਾ, ਕਿਤੇ ਕੋਟ ਕਰਕੇ ਨਾ ਫਰੈਂਚ ਕ੍ਰਾਂਤੀ ਥੱਲੇ 2 ਲਾਈਨਾਂ ਵੀ ਮਾਰੀਆਂ ਹੋਣੀਆਂ ਥੱਲੇ, ਕਿ ਜਦੋਂ ਪੇਪਰ ਚੈੱਕ ਕਰੇ ਨਾ ਉਹਨੂੰ ਛੇਤੀ ਦੱਸ ਪਏ ਇਹਨੂੰ ਫਰੈਂਚ ਕ੍ਰਾਂਤੀ ਦਾ ਪਤਾ ਹੈ, ਇਹ ਕਿਹੜੇ ਸਾਲ 'ਚ ਕਿਹੜੇ ਦਹਾਕੇ 'ਚ ਹੋਈ ਸੀ, ਨੰਬਰ ਵੱਧ ਦੇ ਦਿੰਦਾ ਅਗਲਾ। ਕੀ ਕਦੇ ਸੁਣਿਆ? ਜਾਣੀ ਕਿ 400 ਸਾਲ ਪਹਿਲਾਂ ਦੀ ਗੱਲ ਅੱਜ ਸਾਡੇ ਨਾਲ ਕਿੱਥੇ ਜੁੜਦੀ ਹੈ, ਸਾਨੂੰ ਕਿਵੇਂ ਡਿਕਟੇਟ ਕੀਤਾ ਜਾਂਦਾ, ਸਾਡੇ ਦਿਮਾਗ ਦੇ ਵਿੱਚ ਚੀਜ਼ਾਂ ਕਿਵੇਂ ਭਰੀਆਂ ਜਾਂਦੀਆਂ, ਅਸੀਂ ਕਿਤੇ ਉਹਨਾਂ ਚੀਜ਼ਾਂ ਦਾ ਅੱਜ ਵੀ ਸ਼ਿਕਾਰ ਤਾਂ ਨਹੀਂ ਹੋ ਗਿਆ, ਅਸੀਂ 400 ਸਾਲ ਪਹਿਲਾਂ ਤੱਕ ਤਾਂ ਨਹੀਂ ਖੜੇ। ਵਿਚਾਰਾ ਧਾਰਕ ਤੁਹਾਡੇ ਵਖਰੇਵੇਂ ਹੋ ਸਕਦੇ, ਟਿੱਪਣੀ ਜ਼ਰੂਰ ਕਰਿਓ ਕਿ ਭਾਈ 400 ਸਾਲ ਪਹਿਲਾਂ, ਕਿਉਂਕਿ ਮਨੁੱਖ ਨੇ ਤਰੱਕੀ ਕੀਤੀ ਹੈ ਨਾ, ਮਨੁੱਖ ਪਹਿਲਾਂ ਜੰਗਲਾਂ ਦੇ ਵਿੱਚ ਰਹਿੰਦਾ ਸੀ, ਮਨੁੱਖ ਪਹਿਲਾਂ ਪਾਣੀ ਦੇ ਕੋਲੇ ਰਹਿੰਦਾ ਸੀ, ਪਹਿਲਾਂ ਉਹ ਪੱਥਰਾਂ 'ਚ ਪੱਥਰ ਮਾਰ ਕੇ ਅੱਗ ਬਾਲਦਾ ਸੀ। ਉਹ ਅੱਜ ਵੱਖਰੀ ਗੱਲ ਹੈ ਕਿ ਬੰਦਾ ਇਹਨੇ ਅੱਗ ਬਾਲਣੀ ਸਿੱਖ ਲਈ, ਤੀਲਾਂ ਦੀ ਡੱਬੀ ਬਣਾ ਲਈ, ਲਾਈਟਰ ਬਣਾ ਲਿਆ, ਅਤੇ ਅਸੀਂ ਇੱਕ ਦੂਜੇ ਦੇ ਘਰ ਹੀ ਸਾੜੀ ਜਾਂਦੇ ਹਾਂ, ਪਤਾ ਨਹੀਂ ਕਿਹੜੀ ਸ਼ਕਤੀ ਦੇ ਅਧੀਨ ਆ ਕੇ। ਪਰ ਉਹ ਉਦੋਂ ਕੀ ਮਾਹੌਲ ਸੀ, ਕੀ ਅਸੀਂ ਕਿਤੇ ਉੱਥੇ ਤੱਕ ਤਾਂ ਨਹੀਂ ਵੱਜੇ? ਹੋ ਥੋੜਾ ਜਿਹਾ ਹਿਸਾਬ ਕਿਤਾਬ ਜਿਹਾ ਲਾ ਕੇ ਅੱਜ ਆਪਾਂ ਉਧਰਲੇ ਪਾਸੇ ਨੂੰ ਚੱਲਦੇ ਹਾਂ। ਡਾਕਟਰ ਸਾਹਿਬ ਹੁਣ ਆਓ ਜਰਾ। ਹਾਂਜੀ। ਤੇ ਉਦੋਂ ਮਤਲਬ ਕਿ ਮੇਨ ਧਰਮ ਨੂੰ ਮੂਹਰੇ ਰੱਖ ਕੇ ਇਹ ਦਰਸਾਇਆ ਗਿਆ ਲੋਕਾਂ ਨੂੰ ਵੀ ਜਿਹੜਾ ਰਾਜਾ ਹੈ, ਰਾਜੇ ਦੇ ਘਰ ਰਾਜਾ ਜੰਮ ਰਿਹਾ ਵੀ ਇਹ ਕੁਦਰਤ ਵੱਲੋਂ ਹੈ,
ਰੱਬ ਭੇਜ ਰਿਹਾ ਜਾਣੀ ਇਹੀ ਸਰਵਉੱਚ ਹੈ, ਇਹੀ ਹੈ ਬਸ, ਇਹੀ ਰਾਜ ਕਰ ਸਕਦਾ ਕਿਉਂਕਿ ਰੱਬ ਨੇ ਰਾਜੇ ਦੇ ਘਰ ਰਾਜਾ ਜੰਮਿਆ ਵੀ ਹੁਣ ਤੁਹਾਡੇ ਹੱਥ 'ਚ ਕੁਛ ਹੈ ਨਹੀਂ, ਤੇ ਸਾਨੂੰ ਧਰਮ ਦਾ ਠੇਕੇਦਾਰ ਰੱਬ ਨੇ ਬਣਾ ਕੇ ਭੇਜਿਆ। ਉਦੋਂ ਵੋਟਾਂ ਨਹੀਂ ਸੀ ਪੈਂਦੀਆਂ? ਨਹੀਂ ਜੀ, ਆਪਣਾ ਆਹ ਸੀਗਾ ਡਿਕਟੇਟਰਸ਼ਿਪ ਸੀਗੀ ਨਾ, ਰਾਜਿਆਂ ਦਾ ਰਾਜ ਸ਼ੁਰੂ ਤੋਂ ਆਹੀ ਚੱਲਦਾ ਹੁੰਦਾ ਸੀਗਾ, ਲੜਾਈਆਂ, ਰਾਜਿਆਂ ਦਾ ਕੰਮ ਹੀ ਇਹ ਸੀਗਾ ਵੀ ਆਪਣੀ ਬਸ ਲੜਾਈ ਕਰਕੇ ਰਾਜ ਵਧਾਉਣਾ। ਠੀਕ ਹੈ। ਤੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਸੀਗਾ ਵੀ ਤੁਹਾਡੇ ਮਾੜੇ ਕਰਮ ਨੇ, ਵੀ ਤੁਸੀਂ ਪਿਛਲੇ ਕਰਮਾਂ 'ਚ ਮਾੜਾ ਕਰਮ ਕੀਤਾ ਤਾਂ ਤੁਸੀਂ ਜੰਮੇ ਹੋ, ਨਹੀਂ ਤੁਸੀਂ ਰਾਜ ਜੰਮ ਜਾਂਦੇ। ਤੇ ਲੋਕ ਇਹ ਗੱਲ ਮੰਨ ਗਏ ਵੀ ਸਹੀ ਗੱਲ ਹੈ ਵੀ ਹੋਰ ਦੇ ਘਰਾਂ ਜੰਮ ਰਹੇ ਆ, ਤਾਂ ਕਿਉਂਕਿ ਉਸ ਟਾਈਮ ਇੰਨਾ ਇੰਟੈਲੈਕਚੁਅਲ ਲੈਵਲ ਤਾਂ ਸੀਗਾ ਨਹੀਂ, ਐਜੂਕੇਸ਼ਨ ਸੀਗੀ ਨਹੀਂ। ਠੀਕ ਹੈ। ਤੇ 1600 'ਚ ਜਦੋਂ ਆਪਣਾ ਫਰਾਂਸ 'ਚ ਕੁਛ ਲੋਕਾਂ ਨੇ ਸੋਚਣਾ, ਕੁਛ ਫਿਲਾਸਫਰ ਉੱਠੇ, ਠੀਕ ਹੈ, ਉਹ 'ਚੋਂ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਗਲੀਲੀਓ ਸੀਗਾ ਜੀ। ਉਦੋਂ ਕਿਹਾ ਜਾਂਦਾ ਸੀ, ਉਦੋਂ ਦੇ ਧਾਰਮਿਕ ਜਿਹੜੀਆਂ ਗ੍ਰੰਥ ਸੀਗੇ, ਪੁਸਤਕਾਂ ਸੀਗੀਆਂ, ਉਹ 'ਚ ਲਿਖਿਆ ਜਾਂਦਾ ਸੀਗਾ ਵੀ ਜਿਹੜੀ ਧਰਤੀ ਦੇ ਆਲੇ ਦੁਆਲੇ ਸੂਰਜ ਚੱਕਰ ਲਾਉਂਦਾ। ਠੀਕ ਹੈ। ਅੱਛਾ, ਧਰਤੀ ਖੜੀ ਹੈ ਤੇ ਗਲੀਲੀਓ ਨੇ ਆਪਣੇ ਟੈਲੀਸਕੋਪ ਨਾਲ ਜੂਪੀਟਰ ਜਿਹੜਾ ਆਪਣਾ ਪਲੈਨਟ ਹੈ ਉਹਨੂੰ ਦੇਖਿਆ ਸੀ, ਤੇ ਉਹਨੇ ਦੇਖਿਆ ਵੀ ਉਹਦੇ ਆਲੇ ਦੁਆਲੇ ਉਹਦੇ ਜਿਹੜੇ ਚੰਦ ਹੈ ਜੂਪੀਟਰ ਦੇ ਜਿਹੜੇ ਮੂਨ ਨੇ ਉਹ ਆਲੇ ਦੁਆਲੇ ਚੱਕਰ ਮਾਰੇ। ਉਹਨੇ ਇੱਕ ਥਿਓਰੀ ਦਿੱਤੀ ਵੀ ਧਰਤੀ ਨਹੀਂ ਖੜੀ, ਖੜਾ ਸੂਰਜ ਹੈ, ਧਰਤੀ ਉਹਦੇ ਆਲੇ ਦੁਆਲੇ ਘੁੰਮ ਰਹੀ ਹੈ। ਠੀਕ ਹੈ। ਇਸ ਗੱਲ ਤੇ ਧਰਮ ਦੇ ਠੇਕੇਦਾਰਾਂ ਨੂੰ ਪਸੰਦ ਨਹੀਂ ਆਈ ਇਹ ਗੱਲ, ਜਿਹੜੇ ਕਹਿੰਦੇ ਅਸੀਂ ਰਾਜੇ ਤਾਂ ਸਾਡੇ ਰਾਜਾ ਹੀ ਜੰਮਣਾ। ਬਿਲਕੁਲ, ਉਹ ਕਹਿੰਦੇ ਜਿਹੜੇ ਮਤਲਬ ਕਿ ਜਿਹੜੇ ਮੇਨ ਧਰਮ ਨੂੰ ਚਲਾ ਰਹੇ ਸੀਗੇ, ਉਹ ਕਹਿੰਦੇ ਵੀ ਤੂੰ ਸਾਡੀ ਗੱਲ ਨੂੰ ਕਿੱਦਾਂ ਟੋਕ ਸਕਦਾ ਵੀ ਅਸੀਂ ਕਹਿ ਰਹੇ ਹਾਂ ਵੀ ਧਰਤੀ ਖੜੀ ਹੈ, ਸੂਰਜ ਘੁੰਮ ਰਿਹਾ ਤਾਂ ਘੁੰਮ ਰਿਹਾ। ਉਹਨੂੰ ਉਮਰ ਕੈਦ ਦੇ ਦਿੱਤੀ ਗਈ, ਚੱਕ ਕੇ ਅੰਦਰ ਮਾਰਤਾ, ਗੱਲ ਹੀ ਮੁਕਾਤੀ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਖਤਮ ਸੀਗੀ, ਉਦੋਂ ਕਰ ਹੀ ਨਹੀਂ ਸਕਦੇ ਸੀਗੇ। ਉਦੋਂ ਮਤਲਬ ਕਿ ਥਿਓਰੀ ਦਿੱਤੀ ਸੀ ਉਹਨੇ, ਪੁਸ਼ਟੀ ਨਹੀਂ ਸੀ ਕੀਤੀ, ਕਿਉਂਕਿ ਉਦੋਂ ਥਿਓਰੀ ਉਹ ਦੇ ਸਕਦਾ ਸੀਗਾ, ਉਹ ਪੁਸ਼ਟੀ ਕਰਨ ਨੂੰ ਕੋਈ ਯੰਤਰ ਨਹੀਂ ਸੀਗਾ। ਤੇ ਏਦਾਂ ਦੇ ਫਿਲਾਸਫਰ ਬਹੁਤ ਉੱਠੇ, ਏਦਾਂ ਦੇ ਬਹੁਤ ਇੰਟੈਲੈਕਚੁਅਲ ਬੰਦੇ ਉੱਠੇ, ਉਹਨਾਂ ਨੇ ਫਿਰ ਸਵਾਲ ਕਰਨੇ ਸ਼ੁਰੂ ਕੀਤੇ। ਠੀਕ ਹੈ। ਬਈ ਇੱਕ ਬੰਦੇ ਨੂੰ ਇਹ ਰਾਜ ਕਰਨ ਦਾ ਹੱਕ ਕਿਉਂ ਜੀ, ਵੀ ਇੱਕ ਬੰਦਾ ਮੈਨੂੰ ਕਿਉਂ ਦੱਸ ਰਿਹਾ ਵੀ ਮੈਂ ਆਪਣੀ ਜ਼ਿੰਦਗੀ ਕਿੱਦਾਂ ਜੀਵਾਂ। ਜਾਨੀ ਆਮ ਘਰ 'ਚ ਵੀ ਉਹ ਕਹਿੰਦੇ ਸਿਆਣਾ ਜੰਮ ਸਕਦਾ ਜਿਹੜਾ ਤੁਹਾਡੇ ਤੋਂ ਬਿਹਤਰ ਹੋ ਸਕਦਾ। ਬਿਲਕੁਲ ਉਹ ਕਹਿੰਦੇ ਵੀ ਤੁਸੀਂ ਕਿਉਂ ਦੱਸੋ ਵੀ ਅਸੀਂ ਏਦਾਂ ਜਿਉਣਾ। ਨਹੀਂ ਡਾਕਟਰ ਸਾਹਿਬ, ਮੇਰੀ ਗੱਲ ਸੁਣਿਓ, ਇਹ ਤੁਸੀਂ 400 ਸਾਲ ਪਹਿਲਾਂ ਲੈ ਗਏ, ਅੱਜ ਵੀ ਪੀੜ੍ਹੀਆਂ ਰਾਜ ਕਰੀ ਜਾਂਦੀਆਂ। ਬਿਲਕੁਲ ਕਰਦੀਆਂ ਨੇ ਜੀ, ਬਿਲਕੁਲ। ਜਿਹੜਾ ਉਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜਾ 1600 ਸਾਲ ਪਹਿਲਾਂ ਹੋਇਆ ਔਰ 2022 'ਚ ਜਿੰਨੀਆਂ ਆਪਾਂ ਇਹਦੀ ਹਿਸਟਰੀ ਦੀ ਗੱਲ ਕਰਾਂਗੇ, ਇੱਕ ਵੀ ਚੀਜ਼ ਏਦਾਂ ਦੀ ਨਹੀਂ ਹੈਗੀ ਜਿਹੜੀ ਅੱਜ ਰਿਲੇਟ ਨਹੀਂ ਹੋ ਸਕਦੀ। ਅੱਛਾ ਜੀ। ਅੱਜ ਹੋ ਰਿਹਾ ਉਹ ਸਾਰਾ ਕੁਝ ਸੇਮ ਉਦਾਂ ਹੀ, ਮਤਲਬ ਇਨ ਬਿਨ ਵੀ ਨਹੀਂ ਹੈਗਾ। ਠੀਕ ਹੈ। ਉਦਾਂ ਹੀ ਚੱਲਦਾ ਆਉਂਦਾ। ਫਿਰ ਲੋਕਾਂ ਨੇ ਵਿਦਰੋਹ ਕਰਨਾ ਸ਼ੁਰੂ ਕੀਤਾ। ਵਿਦਰੋਹ ਕਰਦੇ ਉਦੋਂ ਇੱਕ ਰਾਜਾ ਸੀਗਾ, ਜਦੋਂ ਇੱਕ ਜੰਗ ਜਿੱਤ ਕੇ ਲੂਈ ਦਾ 16 ਕਿੰਗ ਬਣਿਆ ਫਰਾਂਸ ਦਾ, 20 ਸਾਲਾਂ ਦਾ ਮੁੰਡਾ ਸੀਗਾ। ਤੇ ਉਹਨੇ ਕੀ ਕੀਤਾ, ਹੁਣ ਉਹ ਰਾਜਾ ਹੈ, ਰਾਜ ਪਾਠ ਮਿਲਿਆ ਹੋਇਆ। ਤੇ ਉਦੋਂ ਲੋਕਾਂ ਨੇ ਇੱਕ ਗੱਲ, ਉਦੋਂ ਨਾ 3 ਵੋਟਾਂ ਹੁੰਦੀਆਂ ਸੀਗੀਆਂ, ਕੋਈ ਵੀ ਜਿੱਦਾਂ ਲਾ ਲਓ ਲਾਅ ਪਾਸ ਕਰਨਾ ਜਾਂ ਕੁਛ ਵੀ ਕਰਨਾ, 3 ਵੋਟਾਂ ਦਿੱਤੀਆਂ ਜਾਂਦੀਆਂ ਸੀਗੀਆਂ। 1 ਵੋਟ ਰਾਜੇ ਦੀ, 1 ਵੋਟ ਜਿਹੜੀ ਆਪਣੇ ਧਰਮ ਦੇ ਠੇਕੇਦਾਰ ਨੇ, ਤੇ ਪੂਰੀ ਪ੍ਰਜਾ ਜੋ ਕਿ 98% ਸੀਗੀ ਉਹਦੀ 1 ਵੋਟ। ਉਹਦੀ ਵੀ 1 ਵੋਟ, ਸਾਰਿਆਂ ਦੀ, ਮਤਲਬ 98% ਦੀ 1 ਵੋਟ। ਕਿਆ ਬਾਤ। ਤੇ ਹੁਣ ਇਹ ਸਿੰਪਲ ਜੀ ਗੱਲ ਸੀਗੀ ਵੀ 2 ਤੋਂ 1 ਜਿੱਤਦਾ। ਇਕੱਠੇ ਹੋ ਕੇ ਕੋਈ ਵੀ ਲਾਅ ਬਣਾ ਲਿਆ, ਕੋਈ ਵੀ ਕੁਛ ਕਰ ਲਿਆ। ਉਹ ਧਰਮ ਵਾਲਿਆਂ ਨੇ ਤੇ ਰਾਜੇ ਨੇ ਇਕੱਠੇ ਹੀ ਰਹਿੰਦੇ ਸੀ। ਲੋਕ ਪਰੇ 98% ਇੱਕ ਪਾਸੇ, 2% ਚਲਾ ਰਹੇ। ਤੁਸੀਂ ਅੱਜ ਵੀ ਦੇਖ ਲਓ ਜੀ, ਆਪਣੀ ਸਰਕਾਰ, ਮੰਤਰੀ ਕਿੰਨੇ ਮੁੱਠੀ ਭਰ ਨੇ, ਆਬਾਦੀ ਕਿੰਨੀ ਹੈ, ਪਰ ਉਹੀ ਚਲਾ ਰਹੇ ਨੇ। ਉਹ ਸੇਮ ਹੀ ਚੀਜ਼ ਚੱਲਦੀ ਆਉਂਦੀ ਹੈ। ਕੋਈ ਵੀ ਲਾਅ ਪਾਸ ਕਰਨਾ, ਕੋਈ ਵੀ ਬਿੱਲ ਪਾਸ ਕਰਨਾ, ਹੋ ਜਾਂਦਾ। ਲੋਕਾਂ ਨੂੰ ਤਾਂ ਪੁੱਛਿਆ ਨਹੀਂ ਜਾਂਦਾ, ਲੋਕਾਂ ਨੂੰ ਤਾਂ ਬਾਅਦ ਚੋਂ ਦੱਸਿਆ ਜਾਂਦਾ ਵੀ ਤੁਹਾਡਾ ਹੋ ਚੁੱਕਾ, ਹੁਣ ਤੁਸੀਂ ਦੇਖ ਲਓ ਕੀ ਕਰਨਾ। ਉਹ ਤੋਂ ਬਾਅਦ ਏਦਾਂ ਉਸ ਟਾਈਮ ਭੁੱਖਮਰੀ ਬਹੁਤ ਸੀਗੀ, ਮਹਿੰਗਾਈ ਬਹੁਤ ਵੱਧ ਰਹੀ ਸੀ। ਤੇ ਉਦੋਂ ਇਹਨਾਂ ਨੇ ਕੀ ਕੀਤਾ, ਇੱਕ ਉਸ ਟਾਈਮ ਨਾ ਗ੍ਰੇਨ ਪੁਲਿਸ ਹੁੰਦੀ ਸੀਗੀ, ਮਤਲਬ ਕਿ ਜਿੱਦਾਂ ਤੁਸੀਂ ਲਾ ਲਓ ਵੀ ਅੰਨ ਦਾ ਜਿਹੜਾ ਵੀ ਵਪਾਰ ਹੁੰਦਾ ਸੀਗਾ, ਉਹਦੇ ਬਹੁਤ ਗੌਰ ਰੱਖੀ ਜਾਂਦੀ ਸੀ ਵੀ ਜਿੱਦਾਂ ਅਲੱਗ-ਅਲੱਗ ਸਟੇਟਾਂ ਨੇ, ਅਲੱਗ-ਅਲੱਗ ਸੂਬੇ ਨੇ, ਉਹਨਾਂ 'ਚ ਦੇਖਿਆ ਜਾਂਦਾ ਸੀ ਵੀ ਜਿੱਦਾਂ ਇਸ ਸੂਬੇ 'ਚ ਘੱਟ ਪੈਦਾਵਾਰ ਹੋਈ ਹੈ ਤੇ ਉਸ ਸੂਬੇ 'ਚ ਜ਼ਿਆਦਾ ਪੈਦਾਵਾਰ ਹੋਈ ਹੈ, ਤੇ ਉੱਧਰੋਂ ਚੱਕ ਕੇ ਉੱਧਰ ਦੇ ਦਿੱਤੀ ਜਾਂਦੀ ਸੀਗੀ ਵੀ ਤਾਂ ਕਿ ਕੋਈ ਵਪਾਰੀ ਉਹ ਤੇ ਹੋਲਡ ਨਾ ਕਰ ਸਕੇ, ਵੀ ਰੱਖ ਕੇ ਬਾਅਦ ਚੋਂ ਵੇਚ ਨਾ ਸਕੇ ਮਹਿੰਗੀ, ਕਾਲਾ ਬਾਜ਼ਾਰੀ ਨਾ ਹੋਵੇ। ਤੇ ਉਹਨਾਂ ਨੇ ਕੀ ਕੀਤਾ, ਇੱਕ ਲਾਅ ਬਣਾਤਾ ਬਈ ਸਰਕਾਰ ਦਾ ਟੋਟਲ ਇੰਟਰਫੇਰੈਂਸ ਹੁਣ ਖਤਮ ਹੈ, ਵਪਾਰੀ ਆਪ ਖਰੀਦਣਗੇ, ਆਪ ਵੇਚਣਗੇ। ਅੱਛਾ ਜੀ। ਇਹ ਲਾ ਲਓ ਹੁਣ ਸਾਲ ਕੁ ਪਹਿਲਾਂ ਤੁਹਾਨੂੰ ਕੁਝ ਯਾਦ ਆਉਂਦਾ ਹੋਊਗਾ ਵੀ ਕੀ ਹੋ ਰਿਹਾ ਸੀਗਾ। ਤੇ ਉਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ, ਵਪਾਰੀਆਂ ਨੇ ਸਟੋਰ ਕਰਨਾ ਸ਼ੁਰੂ ਕਰ ਲਿਆ, ਮਹਿੰਗਾਈ ਹੋਰ ਤਾਂ ਚੜ ਗਈ। ਤੇ ਉਹ ਤੋਂ ਬਾਅਦ ਜਦੋਂ ਲੋਕਾਂ ਨੇ ਸੋਚਿਆ ਵੀ ਇਹ ਤਾਂ ਜਮਾਂ ਹੀ ਮੂਰਖ ਬਣਾਈ ਜਾਂਦੇ ਆ, ਵੀ ਇਹ ਤਾਂ ਹੁਣ ਖਤਮ ਹੀ ਹੋ ਗਿਆ, ਕਿਉਂਕਿ ਭੁੱਖੇ ਮਰਦੇ। ਤੇ ਉਸੇ ਟਾਈਮ 'ਚ ਰਾਜਾ, ਭੁੱਖਮਰੀ ਪੂਰੀ ਫਰਾਂਸ 'ਚ ਫੈਲੀ ਹੋਈ ਹੈ, ਇਨਫਲੇਸ਼ਨ ਪੂਰੀ ਹੈ, ਮਹਿੰਗਾਈ ਹੈ, ਉਹ ਤੋਂ ਬਾਅਦ ਬੇਰੁਜ਼ਗਾਰੀ ਹੈ। ਤੇ ਰਾਜੇ ਨੇ ਉਸੇ ਟਾਈਮ 'ਚ ਇੱਕ ਬਹੁਤ ਆਲੀਸ਼ਾਨ ਮਹਿਲ ਬਣਾਇਆ। ਠੀਕ ਹੈ। ਬਹੁਤ ਵੱਡਾ। ਇਹ ਮਹਿਲ ਹੁਣ ਦੇਖ ਲਓ, ਹੁਣ ਵੀ ਪਿੱਛੇ ਜੇ ਵੀ ਆਪਾਂ ਖਬਰਾਂ 'ਚ ਸੁਣਦੇ ਆਏ ਆ ਵੀ ਕਿੰਨਾ ਕੁ ਪੈਸਾ ਲਾ ਕੇ ਕੁਛ ਬਣ ਰਿਹਾ। ਤੇ ਮਹਿਲ ਬਣਾਇਆ ਗਿਆ ਇੱਕ ਬਹੁਤ ਵੱਡਾ, ਤੇ ਲੋਕਾਂ 'ਚ ਹੋਰ ਵਿਦਰੋਹ ਉੱਠਿਆ। ਏਦਾਂ ਹੀ ਜਿਹੜੀ ਉਹਨਾਂ ਦੀ ਘਰ ਵਾਲੀ ਸੀਗੀ ਮੈਰੀ ਜੀ, ਉਹ ਵੀ ਮਤਲਬ ਬਹੁਤ ਸ਼ੌਂਕ ਪ੍ਰਸਤ ਔਰਤ ਸੀਗੀ। ਉਹਨਾਂ ਨੇ ਵੀ ਆਪਣਾ ਮਤਲਬ ਕਿ ਹਰ ਸਾਲ ਦੇ 300 ਸੂਟ
ਬਣਾਉਣੇ ਨਵੇਂ ਤੇ ਉਹਨਾਂ ਨੇ ਪੂਰਾ ਖਰਚਾ ਕਰਨਾ ਤੇ ਲੋਕਾਂ ਨੇ ਸੋਚਿਆ ਤੇ ਉਹਦੇ ਅਫੇਅਰ ਵੀ ਚੱਲਦੇ ਸੀ ਕਿਤੇ ਕਿਤੇ ਬਾਹਰ ਤੇ ਫਿਰ ਲੋਕਾਂ ਨੂੰ ਸੋਚਣ ਲੱਗੇ ਵੀ ਰੱਬ ਇਹੋ ਜਿਹੇ ਬੰਦੇ ਤਾਂ ਭੇਜ ਨਹੀਂ ਸਕਦਾ ਜੀ ਉਹਨਾਂ ਦੇ ਮਨ ਜਿਹੜਾ ਸਾਨੂੰ ਭੁੱਖੇ ਮਰਦੇ ਦੇਖ ਕੇ ਤਾਂ ਆਪ ਆਨੰਦ ਕਰਦਾ ਆਪ ਆਨੰਦ ਕਰ ਰਿਹਾ ਵੀ ਇਦਾਂ ਦਾ ਰੱਬ ਇੰਨਾ ਵੀ ਧੱਕਾ ਨਹੀਂ ਕਰ ਸਕਦਾ ਹੈਗਾ ਸਾਡੇ ਨਾਲ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਠੀਕ ਹੈ ਸਵਾਲ ਕੀਤੇ ਵਿਦਰੋਹ ਉੱਠਿਆ ਇਕੱਠੇ ਹੋਏ ਲੋਕ ਤੇ ਸਿਰਫ ਫਰਾਂਸ ਠੀਕ ਹੈ ਉਹਨਾਂ ਨੇ ਫਿਰ ਕੀ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਨਾ ਇੱਕ ਅਸੈਂਬਲੀ ਆਪਣੀ ਅਲੱਗ ਬਣਾਵਾਂਗੇ ਲੋਕਾਂ ਕਿਹਾ ਹਾਂ ਤੇ ਵੋਟ ਉਹਨਾਂ ਦੇ ਡਾਂਗ ਨਹੀਂ ਫੇਰੀ ਉਸ ਨਹੀਂ ਡਾਂਗ ਹਲੇ ਫਿਰਨੀ ਸੀਗੀ ਫੇਰ ਹੀ ਬਾਅਦ ਚੋਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਅਲੱਗ ਅਸੈਂਬਲੀ ਬਣਾਵਾਂਗੇ ਤੇ ਉਹਦੇ ਚ ਕੀ ਕਰਾਂਗੇ ਵੀ ਜਿੱਦਾਂ 3 ਵੋਟਾਂ ਨਹੀਂ ਰਹਿਣਗੀਆਂ ਜਿੱਦਾਂ ਅਸੀਂ ਲਾ ਲਓ MLA MP ਅਸੀਂ ਜਿਹੜੇ ਚੁਣ ਕੇ ਭੇਜਾਂਗੇ ਨੁਮਾਇੰਦੇ ਉਹਨਾਂ ਦੀ ਸਭ ਦੀ ਇੱਕ ਵੋਟ ਹੋਊਗੀ ਠੀਕ ਹੈ ਜਿੱਦਾਂ ਅੱਜ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਤੇ ਲੋਕ ਸਭਾ ਚ ਆਪਣੇ ਤੇ ਉਹਨਾਂ ਨੇ ਕਿਹਾ ਤੇ ਇਹ ਰਾਜ ਨੇ ਮਨਾ ਕਰਤਾ ਕਹਿੰਦਾ ਇਦਾਂ ਨਹੀਂ ਹੋ ਸਕਦਾ ਤੇ ਲੋਕ ਕਹਿੰਦੇ ਵੀ ਅਸੀਂ ਆਪਣੀ ਅਲੱਗ ਗਵਰਨਮੈਂਟ ਬਣਾ ਲਾਂਗੇ ਏਡੀ ਵੱਡੀ ਗੱਲ ਹੋ ਗਈ ਤੇ ਉਹ ਜਿਹੜਾ ਰਾਜਾ ਸੀਗਾ ਇੰਨਾ ਮੂਰਖ ਸੀ ਉਹਨੇ ਜਿੱਦਾਂ ਲਾ ਲਓ ਉਸ ਟਾਈਮ ਦਾ ਪਾਰਲੀਮੈਂਟ ਜਾਂ ਛੋਟਾ ਜਿਹਾ ਇੱਕ ਅਸੈਂਬਲੀ ਸੀਗੀ ਉਹਨੂੰ ਤਾਲਾ ਲਾਤਾ ਅੱਛਾ ਜੀ ਜਦ ਅੰਦਰ ਹੀ ਨਹੀਂ ਬਣਨਗੇ ਤਾਂ ਕਿੱਦਾਂ ਬਣਾਉਣਗੇ ਹਾਂ ਤੇ ਉਹਨੇ ਕੀ ਲੋਕਾਂ ਨੇ ਕੀ ਕੀਤਾ ਨਾਲ ਇੱਕ ਗਰਾਊਂਡ ਸੀਗਾ ਉੱਥੇ ਜਾ ਕੇ ਆਪਣੀ ਅਸੈਂਬਲੀ ਘੋਸ਼ਿਤ ਕਰ ਲਈ ਤੇ ਜਦੋਂ ਫਿਰ ਰਾਜ ਨੂੰ ਪਤਾ ਲੱਗਾ ਵੀ ਏਦਾਂ ਵਿਦਰੋਹ ਹੋਣ ਲੱਗ ਗਿਆ ਉਹਨੇ ਫਿਰ ਉਹਨੂੰ ਮਾਨਤਾ ਦੇ ਦਿੱਤੀ ਠੀਕ ਹੈ ਤੁਸੀਂ ਬੈਠ ਜਾਓ ਇੱਥੋਂ ਇੱਕ ਆਪਣੇ ਦੋ ਵੱਡੇ ਵਰਡ ਨਿਕਲਦੇ ਨੇ ਜਿਹੜਾ ਆਪਾਂ ਬਹੁਤ ਸੁਣਦੇ ਹੁੰਦੇ ਲੈਫਟ ਵਿੰਗ ਤੇ ਰਾਈਟ ਵਿੰਗ ਠੀਕ ਹੈ ਲੈਫਟ ਵਿੰਗ ਉਦੋਂ ਜਦੋਂ ਮਤਲਬ ਕਿ ਦੋ ਉਹ 'ਚ ਜਗ੍ਹਾ ਸੀਗੀਆਂ ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ ਠੀਕ ਹੈ ਤੇ ਜਿਹੜੇ ਲੈਫਟ ਪਾਸੇ ਬੈਠੇ ਸੀਗੇ ਉਹ ਸਾਰੇ 98% ਲੋਕ ਸੀਗੇ ਠੀਕ ਹੈ ਰਾਈਟ ਪਾਸੇ ਬੈਠੇ ਸੀਗੇ ਜਿੰਨੇ ਰਾਜੇ ਪਾਦਰੀ ਸਾਰੇ ਇੱਥੋਂ ਲੈਫਟ ਵਿੰਗ ਤੇ ਰਾਈਟ ਵਿੰਗ ਦੀ ਸ਼ੁਰੂਆਤ ਹੋਈ ਸੀ ਠੀਕ ਹੈ ਲੈਫਟ ਵਿੰਗ ਦੀ ਇਹ ਸੀਗੀ ਵੀ ਉਰੇ ਡੈਮੋਕ੍ਰੇਸੀ ਲਿਆਈ ਜਾਵੇ ਵੀ ਹਰ ਬੰਦੇ 'ਚ ਇਕੁਐਲਿਟੀ ਹੋਵੇ ਵੀ ਵੋਟ ਪਾਉਣ ਦਾ ਹੱਕ ਹੋਵੇ ਉਹਨਾਂ ਨੇ 3 ਵਰਡ ਮੇਨ ਹੋਏ ਸ਼ੁਰੂ ਆਪਣੀ ਲਿਬਰਟੀ ਇਕੁਐਲਿਟੀ ਤੇ ਫਰਟਰਨਿਟੀ ਠੀਕ ਹੈ ਇਹ ਆਪਣੇ ਅੱਜ ਦੇ ਮੇਜਰ ਜਿੰਨੇ ਦੇਸ਼ ਨੇ ਕਨਸਟੀਟਿਊਸ਼ਨ ਇਹਨਾਂ ਤੇ ਟਿਕੀ ਹੋਈ ਆ ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਹੈ ਉਹ ਤੇ ਵੀ ਪਹਿਲੇ ਆਪਣਾ ਸਟਾਰਟਿੰਗ 'ਚ ਲਿਖਿਆ ਹੋਇਆ ਇਕੁਐਲਿਟੀ ਲਿਬਰਟੀ ਤੇ ਫਰਟਰਨਿਟੀ ਠੀਕ ਹੈ ਆਪਣੀ ਲਿਬਰਟੀ ਸੀਗੀ ਬਈ ਹਰ ਬੰਦੇ ਨੂੰ ਹਰ ਚੀਜ਼ ਕਰਨ ਦਾ ਹੱਕ ਹੋਵੇ ਹਰ ਬੰਦੇ ਨੂੰ ਹਰ ਚੀਜ਼ ਜੋ ਕੋਈ ਵੀ ਕੰਮ ਕਰ ਸਕਦਾ ਕੁਝ ਵੀ ਕਰੇ ਜੋ ਉਹਦੇ ਮਨ ਚ ਆਉਂਦਾ ਫਰੀडम ਆਫ ਸਪੀਚ ਲਾ ਲਓ ਫਰੀडम ਆਫ ਐਕਸਪ੍ਰੈਸ਼ਨ ਕਾਨੂੰਨ ਦੇ ਦਾਇਰੇ ਚ ਰਹਿ ਕਾਨੂੰਨ ਹਾਂ ਵੀ ਉਹਦਾ ਬਸ ਇੱਥੇ ਜਾ ਕੇ ਇਹ ਨਹੀਂ ਕਹਿੰਦੇ ਡਾਂਗ ਸਿਰ ਚ ਮਾਰ ਨਹੀਂ ਵੀ ਇੱਥੇ ਤੱਕ ਲਿਬਰਟੀ ਹੈ ਵੀ ਜਿੱਥੇ ਤੱਕ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚ ਰਿਹਾ ਠੀਕ ਹੈ ਇਕੁਐਲਿਟੀ ਵੀ ਸਭ ਦਾ ਇਕੁਅਲ ਰਾਈਟ ਹੋਊਗਾ ਨਾ ਕੋਈ ਜਾਤ ਪਾਤ ਹੋਊਗੀ ਨਾ ਕੋਈ ਧਰਮ ਵਿਸ਼ੇਸ਼ ਹੋਊਗਾ ਸਿਰਫ ਸਾਰਾ ਬੰਦਿਆਂ ਦਾ ਬਰਾਬਰ ਹੱਕ ਹੋਣਗੇ ਬਰਾਬਰ ਸਭ ਨੂੰ ਹੱਕ ਦਿੱਤੇ ਜਾਣਗੇ ਤੇ ਇਹ ਜਦੋਂ ਕੀਤਾ ਗਿਆ ਇਹਨਾਂ ਨੇ ਇੱਕ ਕਨਸਟੀਟਿਊਸ਼ਨ ਬਣਾ ਲਈ ਠੀਕ ਹੈ ਰਾਜੇ ਕੋਲ ਲੈ ਕੇ ਵੀ ਸਾਈਨ ਕਰਦੇ ਰਾਜਾ ਕਹਿੰਦਾ ਵੀ ਮੈਂ ਤਾਂ ਨਹੀਂ ਕਰਦਾ ਉਹ ਕਿੱਦਾਂ ਕਰ ਦੂਗਾ ਸਾਈਨ ਵੀ ਮੇਰੇ ਬਰਾਬਰ ਖੜੋ ਆ ਕੇ ਹਾਂ ਵੀ ਇਹ ਹੋ ਹੀ ਨਹੀਂ ਸਕਦਾ ਉਹ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਮਨਾ ਕਰਤਾ ਉਹ ਤੋਂ ਬਾਅਦ 1000 ਔਰਤਾਂ ਨੇ ਜਦੋਂ ਮਹਿੰਗਾਈ ਹੋਰ ਜ਼ਿਆਦਾ ਵੱਧ ਗਈ ਇਹ ਤੋਂ ਬਾਅਦ ਆਟਾ ਹੋਰ ਮਹਿੰਗਾ ਹੋ ਗਿਆ ਉਹਨੂੰ ਘਰਾਂ 'ਚ ਰੋਟੀ ਪਕਾਉਣੀ ਔਖੀ ਹੋ ਗਈ ਹਜ਼ਾਰਾਂ ਔਰਤਾਂ ਇਕੱਠੀਆਂ ਹੋਈਆਂ ਇਹਦੇ ਮਹਿਲ 'ਚ ਜਾ ਕੇ ਚਲੇ ਗਈਆਂ ਠੀਕ ਹੈ ਮਹਿਲ 'ਚ ਪਹੁੰਚ ਕੇ ਜਦੋਂ ਉਹ ਫਿਰ ਡਰ ਗਿਆ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਫਿਰ ਉਹਨੇ ਸਾਈਨ ਕਰਤੇ ਠੀਕ ਹੈ ਉਹ ਤੋਂ ਬਾਅਦ ਫਿਰ ਡੈਮੋਕ੍ਰੇਸੀ ਬਣਾਈ ਗਈ ਇਲੈਕਸ਼ਨ ਕਰਕੇ ਇੱਕ ਸਰਕਾਰ ਬਣਾਈ ਗਈ ਠੀਕ ਹੈ ਸਰਕਾਰ ਬਣੀ ਉਸ ਤੋਂ ਬਾਅਦ ਰਾਜਾ ਤੇ ਰਾਣੀ ਦੋਨਾਂ ਤੇ ਮੁਕੱਦਮਾ ਚਲਾਇਆ ਗਿਆ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਅੱਛਾ ਜੀ ਪਰ ਇਸ ਤੋਂ ਬਾਅਦ ਇਹ ਨਹੀਂ ਵੀ ਹੈਪੀ ਐਂਡਿੰਗ ਹੋ ਗਈ ਵੀ ਡੈਮੋਕ੍ਰੇਸੀ ਆ ਗਈ ਕਿਉਂਕਿ ਜਦ ਆਪਾਂ ਕਹਿੰਦੇ ਆ ਵੀ ਕੋਈ ਰੈਵੋਲੂਸ਼ਨ ਹੁੰਦੀ ਹੈ ਉਹ ਤੋਂ ਜਿਹੜੀ ਪਾਰਟੀ ਨਿਕਲਦੀ ਹੈ ਜ਼ਰੂਰੀ ਨਹੀਂ ਉਹ ਚੰਗੀ ਉਹ ਹੋਵੇ ਠੀਕ ਹੈ ਨਾ ਉਹਨਾਂ ਨੇ ਮਤਲਬ ਕਿ ਰੈਵੋਲੂਸ਼ਨ ਤੋਂ ਡੈਮੋਕ੍ਰੇਸੀ ਤਾਂ ਕੱਢ ਲਈ ਪਰ ਉਹ ਤੋਂ ਬਾਅਦ ਲੋਕਾਂ ਨੂੰ ਡਰ ਜਿਹੜੇ ਉਦੋਂ ਦੇ ਰੈਵੋਲੂਸ਼ਨਰੀ ਸੀਗੇ ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਸਾਡਾ ਤਾਂ ਆ ਗਈ ਪਰ ਆਲੇ ਦੁਆਲੇ ਤਾਂ ਸਾਰੇ ਰਾਜ ਨੇ ਜਿੰਨੀਆਂ ਵੀ ਯੂਰਪ ਦੀਆਂ ਬਾਕੀ ਕੰਟਰੀਆਂ ਨੇ ਭਾਵੇਂ ਬ੍ਰਿਟਾਨ ਹੈ ਭਾਵੇਂ ਜਿੰਨੀਆਂ ਵੀ ਨੇ ਵੀ ਉਹ ਜੇ ਅਟੈਕ ਕਰਤਾ ਫਿਰ ਅਸੀਂ ਕੀ ਕਰਾਂਗੇ ਵੀ ਜਿਹੜੇ ਉਰੇ ਦੇ ਲੋਕ ਨੇ ਕਿਤੇ ਕੋਈ ਨਾ ਕੋਈ ਹਮਾਇਤੀ ਨਾ ਹੋਵੇ ਉਹਨਾਂ ਦਾ ਵੀ ਉਹ ਰਾਜ ਦਾ ਹਮਾਇਤ ਨਾ ਕਰਦਾ ਹੋਵੇ ਤੇ ਉਹਨਾਂ ਨੇ ਜਦੋਂ ਹਮਾਇਤ ਦੇਖੀ ਉਹਨਾਂ ਨੇ ਕੀ ਕਰਾ ਸ਼ੱਕ ਦੇ ਆਧਾਰ ਤੇ ਬੰਦੇ ਮਾਰਨੇ ਸ਼ੁਰੂ ਕਰਤੇ ਵੀ ਜਿਹੜਾ ਲੱਗਦਾ ਉਹਨਾਂ ਨੂੰ ਵੀ ਸੋਚਦਾ ਵੀ ਰਾਜੇ ਚੰਗੇ ਸੀਗੇ ਵੀ ਆਹ ਠੀਕ ਨਹੀਂ ਹੈਗਾ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਬਹੁਤ ਖੂਨ ਖਰਾਬਾ ਹੋਇਆ ਉਸ ਤੋਂ ਬਾਅਦ ਫਿਰ ਨਪੋਲੀਅਨ ਆਇਆ ਠੀਕ ਹੈ ਨਪੋਲੀਅਨ ਨੇ ਆ ਕੇ ਫਿਰ ਰਾਜ ਸੰਭਾਲ ਲਿਆ ਅੱਛਾ ਖਤਮ ਹੋ ਗਈ ਡੈਮੋਕ੍ਰੇਸੀ ਚੋਂ ਨਿਕਲੇ ਫਿਰ ਇੱਕ ਰਾਜਾ ਬਣ ਗਿਆ ਠੀਕ ਹੈ ਤੇ ਉਹ ਰਾਜਾ ਪਿਛਲੇ ਨਾਲੋਂ ਥੋੜਾ ਫਰਕ ਸੀਗਾ ਉਹਦਾ ਮਤਲਬ ਕਿ ਜੜ ਨਹੀਂ ਸੀ ਮੁੱਕੀ ਪਰ ਉਹਨੇ ਮਤਲਬ ਕਿ ਐ ਸੀਗਾ ਵੀ ਲੋਕਾਂ ਨੂੰ ਹੱਕ ਦੇਣੇ ਥੋੜੇ ਸ਼ੁਰੂ ਕੀਤੇ ਪਰ ਮੇਨ ਮੁੱਢਲੀ ਗੱਲ ਇਹ ਹੈ ਵੀ ਜਿੱਦਾਂ ਆਪਾਂ ਅੱਜ ਨਾਲ ਕਰਦੇ ਆ ਅੱਜ ਨਾਲ ਆਪਾਂ ਕਰਦੇ ਆ ਉਸ ਟਾਈਮ ਵੀ ਧਰਮ ਦੇ ਨਾਮ ਤੇ ਸਾਨੂੰ ਪਾਗਲ ਬਣਾਇਆ ਜਾਂਦਾ ਸੀਗਾ ਵੰਡਿਆ ਜਾਂਦਾ ਸੀਗਾ ਹੁਣ ਵੀ ਸਾਨੂੰ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਠੀਕ ਹੈ ਉਦੋਂ ਵੀ ਕੁਛ ਕੁ ਮੁੱਠੀ ਭਰ ਇਨਸਾਨ ਸਾਨੂੰ ਦੱਸਦੇ ਸੀਗੇ ਤੁਸੀਂ ਏਦਾਂ ਕਰਨਾ ਤੁਸੀਂ ਏਦਾਂ ਕਰਨਾ ਹੁਣ ਵੀ ਮੁੱਠੀ ਭਰ ਇਨਸਾਨ ਸਾਨੂੰ ਦੱਸ ਰਹੇ ਨੇ ਤੁਸੀਂ ਏਦਾਂ ਕਰਨਾ ਤੁਸੀਂ ਏਦਾਂ ਕਰਨਾ ਫ੍ਰੈਂਚ ਰੈਵੋਲੂਸ਼ਨ ਇੱਕ ਮਤਲਬ ਕਿ ਵੱਡਾ ਫੇਲਿਅਰ ਵੀ ਕਹਿ ਸਕਦੇ ਆ ਤੁਸੀਂ ਪਰ ਉੱਥੋਂ ਹੀ ਸਾਰੀ ਲੋਕਤੰਤਰ ਦਾ ਆਜ਼ਾਦ ਹੋਇਆ ਅੱਛਾ ਡਾਕਟਰ ਸਾਹਿਬ ਮੈਨੂੰ ਇੱਕ ਚੀਜ਼ ਦੱਸਿਓ 400 ਸਾਲ ਪਿੱਛੇ ਹਾਲਾਤ ਇੱਦਾਂ ਦੇ ਸੀ ਕਿ ਲੋਕਾਂ ਨੂੰ ਹੱਕ ਨਹੀਂ ਸੀ ਦਿੱਤੇ ਜਾਂਦੇ ਜਾਂ ਕੁਝ ਪਰਿਵਾਰਾਂ ਤੱਕ ਹੀ ਜਿਹੜੀ ਸੱਤਾ ਸੀਮਤ ਸੀ ਬਿਲਕੁਲ ਅੱਜ ਹੁਣ ਹਾਲਾਂਕਿ ਥੋੜੇ ਹਾਲਾਤ ਵੱਖਰੇ ਨੇ ਆਪਾਂ ਦੇਖਿਆ ਕਿ ਪੰਜਾਬ ਦੀ ਵਿਧਾਨ ਸਭਾ ਚੋਣ ਹੋਈ ਆਮ ਪਰਿਵਾਰਾਂ ਦੇ ਵਿੱਚੋਂ ਲੋਕ ਚੁਣ ਕੇ ਆਏ ਬਿਲਕੁਲ ਜੀ ਬਿਲਕੁਲ ਲੋਕ ਸਭਾ 'ਚ ਵੀ ਚਲੇ ਜਾਂਦੇ ਹਾਂਜੀ ਹਾਂਜੀ ਪਰ ਆਮ ਲੋਕ ਜਿਹੜੇ ਆ ਹੁਣ ਮੇਰੇ ਦਿਮਾਗ 'ਚ ਕੀ ਆ ਰਿਹਾ ਸੀ ਕਿ
ਭਾਈ ਉਦੋਂ ਜਿਹੜੇ ਲੋਕ ਨਾ, ਉਦੋਂ ਅਖਬਾਰਾਂ ਸੀ ਬਹੁਤੀਆਂ, ਹਾਂਜੀ, ਸੋਸ਼ਲ ਮੀਡੀਆ ਹੈ ਨਹੀਂ ਸੀ ਕਿ ਮੈਂ ਇੱਥੇ ਬੈਠਾ ਬੋਲਦਾ ਤਾਂ ਮੈਨੂੰ ਕਿਤੇ ਵੀ ਕੋਈ ਸੁਣੀ ਜਾਂਦਾ। ਬਿਲਕੁਲ ਜੀ, ਬਿਲਕੁਲ। ਪਰ ਉਦੋਂ ਵੀ ਲੋਕਾਂ ਨੇ ਸੋਚਿਆ ਕਿ ਗਲਤ ਹੈ ਬਈ। ਬਿਲਕੁਲ ਜੀ। ਹੁਣ ਲੋਕ ਜਦੋਂ ਸਾਡੇ ਕੋਲੇ ਸਾਰੇ ਹੀ ਸਾਧਨ ਨੇ, ਹਾਂਜੀ, ਜਦੋਂ ਸਾਡੇ ਕੋਲੇ ਹਰ ਇੱਕ ਚੀਜ਼ ਹੈਗੀ ਹੈ, ਹਾਂਜੀ, ਅਸੀਂ ਆਪਣੀ ਆਵਾਜ਼ ਕਿਤੇ ਪਹੁੰਚਾ ਸਕਦੇ ਹਾਂ ਸ਼ਾਂਤੀਪੂਰਵਕ, ਕਾਨੂੰਨ ਦੇ ਦਾਇਰੇ 'ਚ ਰਹਿ ਕੇ। ਬਿਲਕੁਲ ਜੀ, ਬਿਲਕੁਲ। ਫਿਰ ਵੀ ਕਈ ਵਾਰੀ ਦੇਖੀ ਜਾ ਕਿ ਲੋਕ ਸਿਆਸੀ ਧਿਰਾਂ ਦੇ ਨਾਂ ਦੇ ਉੱਤੇ ਲੜ ਰਹੇ ਨੇ ਇੱਕ ਦੂਸਰੇ ਦੇ ਨਾਲ, ਜਾਣੀ ਜੇ ਕੋਈ ਗਲਤ ਕੰਮ ਵੀ ਕਰਦਾ ਉਹਨੂੰ ਜਸਟੀਫਾਈ ਕਰ ਰਹੇ ਆ। ਹਾਂਜੀ। ਫਿਰ ਕਦੇ ਕਦੇ ਆਪਾਂ ਨੂੰ ਲੱਗਦਾ ਕਿ ਪਾਉਣੀ ਤਾਂ ਵੋਟ ਹੈ, ਜਾਣੀ ਤੁਸੀਂ ਉਦੋਂ ਤੱਕ ਲੈ ਗਏ, ਉਦੋਂ ਕਿਤੇ ਵੀ ਲੋਕਤੰਤਰ ਨਹੀਂ ਸੀ। ਨਹੀਂ ਸੀਗਾ ਜੀ, ਕਿਤੇ ਵੀ ਨਹੀਂ। ਹੁਣ ਉਹਨਾਂ ਨੇ ਵੋਟ ਦਾ ਅਧਿਕਾਰ ਕਿਉਂ ਲਿਆ ਸੀ? ਕਿ ਆਪਾਂ ਸਿਆਣਾ ਬੰਦਾ ਚੁਣਨਾ। ਬਿਲਕੁਲ ਜੀ, ਬਿਲਕੁਲ। ਜਿਹੜਾ ਕਿ ਪਰਜਾ ਦੇ ਲਈ ਰੋਟੀ ਦਾ ਪ੍ਰਬੰਧ ਕਰੇ, ਸਿੱਖਿਆ ਦਾ ਪ੍ਰਬੰਧ ਕਰੇ, ਉਹ ਸਾਰੀਆਂ ਚੀਜ਼ਾਂ। ਬਿਲਕੁਲ ਜੀ। ਤੇ ਅੱਜ ਵੀ ਕਈ ਵਾਰੀ ਸਿੱਖਦੇ ਕਿ 400 ਸਾਲ ਬਾਅਦ ਵੀ ਆਪਾਂ ਕਿੱਥੇ ਖੜੇ ਹੁੰਦੇ ਆ, ਨਹੀਂ ਯਾਰ ਉਹ ਤਾਏ ਨੂੰ ਜਾਣਦਾ। ਬਿਲਕੁਲ ਜੀ। ਉਹ ਸਾਡਾ ਆਪਣਾ ਬੰਦਾ। ਹਾਂਜੀ। ਉਹਨੂੰ ਕਿਤੇ ਟਿਕਾਣਾ ਨੂੰ ਵੀ ਟੈਲੀਫੋਨ ਕਰਾਂਗੇ ਤਾਂ ਫਿਰ ਕੰਮ ਕਰ ਦੂ, ਜਾਣੀ ਫਿਰ ਤਾਂ ਅਸੀਂ ਰਾਜੇ ਹੀ ਚੁਣਿਆ ਦੁਬਾਰਾ। ਬਿਲਕੁਲ, ਅਸੀਂ ਰਾਜੇ ਹੀ ਚੁਣ ਰਹੇ ਹਾਂ, ਕਿਉਂਕਿ ਸਾਡੇ 'ਚ ਨਾ ਇਮੋਸ਼ਨਲ ਮੈਚਿਓਰਿਟੀ ਦੀ ਬਹੁਤ ਜ਼ਿਆਦਾ ਕਮੀ ਹੈ। ਆਮ ਲੋਕਾਂ 'ਚ ਆਮ ਲੋਕ ਹੁੰਦੀ ਕੀ ਹੈ ਇਮੋਸ਼ਨਲ ਮੈਚਿਓਰਿਟੀ? ਲਾ ਲਓ ਵੀ ਅਸੀਂ ਆਪ ਨਹੀਂ ਸੋਚਦੇ ਹੈਗੇ। ਅੱਛਾ ਜੀ। ਅਸੀਂ ਨਾ ਤਾਂ ਅਸੀਂ ਸਵਾਲ ਕਰਨਾ ਸਿੱਖੇ ਹਾਂ, ਬਲਕਿ ਨਾ ਤਾਂ ਅਸੀਂ ਦੂਜੇ ਨੂੰ ਸਵਾਲ ਕਰ ਸਕਦੇ, ਨਾ ਅਸੀਂ ਆਪਣੇ ਆਪ ਨੂੰ ਸਵਾਲ ਕਰ ਸਕਦੇ। ਫੇਰ ਮੈਂ ਰੁਕਦਾ। ਹਾਂਜੀ। ਇਹ ਡਾਕਟਰ ਸਾਹਿਬ ਨੇ ਮੈਨੂੰ ਵੀ ਕਿਹਾ ਤੇ ਤੁਹਾਨੂੰ ਵੀ ਕਿਹਾ ਕਿ ਭਾਈ ਅਸੀਂ ਸਵਾਲ ਕਰਨਾ ਨਹੀਂ ਸਿੱਖੇ, ਅਸੀਂ ਦੂਜੇ ਦੇ ਕਹੇ ਤੇ ਚੱਲ ਪੈਂਦੇ ਹਾਂ, ਅਸੀਂ ਆਪ ਨਹੀਂ ਸੋਚਦੇ ਕਿ ਆਹ ਗੱਲ ਠੀਕ ਹੈ ਜਾਂ ਗਲਤ ਹੈ। ਮੈਂ ਤੁਹਾਨੂੰ ਸਵਾਲ ਕਰਦਾ, ਸੋਸ਼ਲ ਮੀਡੀਆ ਇੱਕ ਤੁਹਾਡੇ ਸਾਹਮਣੇ ਪੋਸਟ ਆ ਗਈ, ਤੁਹਾਨੂੰ ਬੁਰਾ ਲੱਗਾ ਹੋਊਗਾ, ਡਾਕਟਰ ਸਾਹਿਬ ਇੱਦਾਂ ਹੀ ਦਾ ਸਾਰਾ ਕੁਝ ਸੋਚ ਕੇ ਕਰਦੇ ਹੋਣੇ ਆ, ਸਿਆਣੇ ਬੰਦੇ ਹੋ ਤੁਸੀਂ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਆ ਗਈ ਕਿਸੇ ਵੀ ਮੁੱਦੇ 'ਤੇ, ਕੋਈ ਬੰਦਾ ਉਹਦੀ ਔਥੈਂਟਿਸਿਟੀ, ਉਹਦੇ ਤੱਥ ਪੜਤਾਲਦਾ, ਟਿੱਪਣੀ ਕਰਦੇ ਹੋ ਕਿ ਤੁਸੀਂ ਪੜਤਾਲ ਕਰਦੇ ਹੋ ਕਿ ਆਹ ਚੀਜ਼ ਹੈ। ਮੰਨ ਲਓ ਕਿਤੇ ਆਪਾਂ ਕਹਿੰਦੇ ਜੀ ਕਿਤੇ ਅੱਗ ਲਾਤੀ, ਕਿਤੇ ਕਿਸੇ ਦਾ ਕਤਲ ਹੋ ਗਿਆ, ਜਾਂ ਕਾਨੂੰਨ ਪਾਸ ਹੋ ਗਿਆ, ਜਾਂ ਬੰਦਾ ਫੜ ਲਿਆ, ਉਹ 'ਤੇ ਕੇਸ ਪੈ ਗਿਆ, ਅਸੀਂ ਕਈ ਵਾਰ ਦੇਖਿਆ 1 ਸਕਿੰਟ ਦੇ ਵਿੱਚ ਉਹਨੂੰ ਸ਼ੇਅਰ ਕਰ ਦਿੰਦੇ ਆ। ਇਹ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹ ਗੱਲ ਠੀਕ ਹੈ ਜਾਂ ਗਲਤ ਹੈ। ਕਿਸੇ ਨੇ ਕੋਈ ਭਾਸ਼ਣ ਦੇ ਦਿੱਤਾ, ਅਸੀਂ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ, ਅਸੀਂ ਉਹ ਭਾਸ਼ਣ ਸੁਣਨਾ, ਅਸੀਂ ਅਗਲੇ ਪਾਸੇ ਨੂੰ ਤੁਰ ਪੈਣਾ। ਅਤੇ ਜੇ ਅਸੀਂ ਇਹ ਕਰਦੇ ਹਾਂ ਫਿਰ ਡਾਕਟਰ ਸਾਹਿਬ ਸੱਚੇ ਹੋ ਸਕਦੇ ਆ ਭਾਈ ਕੁਛ ਹੱਦ ਤੱਕ। ਜੇ ਅਸੀਂ ਇੱਦਾਂ ਨਹੀਂ ਕਰਦੇ, ਆਪਾਂ ਡਾਕਟਰ ਸਾਹਿਬ ਨੂੰ ਹੁਣੇ ਘੇਲਣਾ। ਡਾਕਟਰ ਸਾਹਿਬ ਇਹ ਗੱਲ ਸੱਚੀ ਹੈ ਕਿ ਅਸੀਂ ਮੈਚਿਓਰ ਨਹੀਂ? ਬਿਲਕੁਲ ਜੀ। ਆਪਾਂ ਮਤਲਬ ਕਿ ਮੇਜਰ ਤਬਕਾ ਇਹ ਨਹੀਂ ਵੀ ਮੈਚਿਓਰ ਐ ਨਹੀਂ ਹੈਗਾ ਵੀ ਆਪਾਂ ਆਪਣੇ ਆਪ ਤੇ ਗੱਲ ਲੈ ਜੀ ਵੀ ਅਸੀਂ ਮੈਚਿਓਰ ਨਹੀਂ ਹੈਗੇ। ਗੱਲ ਇਹ ਸਾਡੀ ਗਲਤੀ ਵੀ ਨਹੀਂ ਹੈਗੀ, ਪਰ ਅਸੀਂ ਗਲਤੀ ਸਾਡੀ ਇਹ ਨਹੀਂ ਹੈਗੀ ਵੀ ਅਸੀਂ ਮੈਚਿਓਰ ਨਹੀਂ ਹੈਗੇ। ਸਾਡੇ ਤੇ ਬਹੁਤ ਚੀਜ਼ਾਂ ਥੋਪੀਆਂ ਗਈਆਂ ਛੋਟੇ ਹੁੰਦੇ ਤੋਂ, ਵੀ ਤੁਹਾਨੂੰ ਦੱਸਿਆ ਨਾ ਵੀ ਬੀਜ ਬੋ ਦਿੱਤਾ ਗਿਆ ਨਫ਼ਰਤ ਦਾ, ਉੱਦਾਂ ਹੀ ਚੱਲਦਾ ਗਿਆ, ਵੱਧਦਾ ਗਿਆ। ਪਰ ਹੁਣ ਸਾਡੀ ਗਲਤੀ ਇਹ ਆ ਵੀ ਅਸੀਂ ਕੋਸ਼ਿਸ਼ ਵੀ ਨਹੀਂ ਕਰ ਰਹੇ, ਵੀ ਅਸੀਂ ਥੋੜ੍ਹੀ ਜਿਹੀ ਵੀ ਆਪਣੇ ਆਪ ਨੂੰ ਅੱਗੇ ਵਧਾਉਣ ਦੀ, ਆਪਣਾ ਜਿਹੜਾ ਸੋਚ ਦਾ ਦਾਇਰਾ ਥੋੜ੍ਹਾ ਵਧਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ। ਬਹੁਤ ਛੇਤੀ ਨਫ਼ਰਤ ਦੇ ਸ਼ਿਕਾਰ ਹੋ ਜਾਂਦੇ ਆ। ਉਹੀ ਜਿੱਦਾਂ ਤੁਸੀਂ ਹੁਣੀ ਗੱਲ ਕਰ ਰਹੇ ਸੀਗੇ ਵੀ ਕਿਸੇ ਨੇ ਕੁਛ ਕਹਿਤਾ ਜੀ, ਉਹ ਤੋਂ ਮਤਲਬ ਕਿ ਉਹੀ ਉਹਦਾ ਫੈਕਟ ਦਾ ਚੈੱਕ ਕਰਨੇ ਨਹੀਂ, ਇਹਨਾਂ ਟਾਈਮ ਹੀ ਨਹੀਂ ਹੈਗਾ ਸਾਡੇ ਕੋਲ। ਹੁਣ ਉਹ ਸੁਣਿਆ ਵੀ ਹਾਂ ਇਹ ਬੰਦਾ ਠੀਕ ਹੈ, ਜਿੱਦਾਂ ਹੁਣ ਉਰੇ ਬੈਠਾ ਮੈਂ ਗੱਲ ਕਰ ਰਿਹਾ, ਕੁਛ ਲੋਕਾਂ ਨੂੰ ਬਹੁਤ ਚੰਗਾ ਲੱਗੂਗਾ, ਮੈਂ ਕੁਛ ਲੋਕਾਂ ਨੂੰ ਮਾੜਾ ਵੀ ਲੱਗੇਗਾ। ਉਹ ਤਾਂ ਮਤਲਬ ਕਿ ਚਲੋ ਇਹ ਤਾਂ ਓਪੀਨੀਅਨ ਹੈ, ਇਹ ਤਾਂ ਹੋਣਾ ਹੀ ਹੁੰਦਾ। ਵਿਚਾਰ ਇੱਕ ਬੰਦੇ ਦੇ ਵਿਚਾਰ ਦੂਜੇ ਨਾਲ 100% ਕਦੇ ਨਹੀਂ ਮਿਲੇ, ਨਾ ਮਿਲਣੇ ਨੇ। ਵਿਚਾਰਾਂ ਦਾ ਵਖਰੇਵਾਂ ਅੱਡ ਚੀਜ਼ ਹੈ। ਪਰ ਹੁਣ ਮੈਨੂੰ ਦੇਖ ਕੇ ਕੋਈ ਕਹਿ ਲੈਣਾ ਵੀ ਇਹ ਗੱਲ ਸਹੀ ਕਰਦਾ, ਇਹ ਸਾਰਾ ਕੁਛ ਹੀ ਠੀਕ ਕਹਿ ਰਿਹਾ, ਹੋ ਸਕਦਾ ਮੈਂ ਫ੍ਰੈਂਚ ਰੈਵੋਲੂਸ਼ਨ ਬਾਰੇ ਝੂਠ ਹੀ ਮਾਰ ਰਿਹਾ ਹੋਵਾਂ। ਬਿਲਕੁਲ ਠੀਕ ਹੈ। ਪੜ੍ਹੋ, ਜਦ ਤੱਕ ਤੁਸੀਂ ਆਪ ਨਹੀਂ ਪੜ੍ਹੋਗੇ ਤੁਹਾਨੂੰ ਕਿੱਦਾਂ ਪਤਾ ਲੱਗੂਗਾ? ਮੈਂ ਤਾਂ ਉਰੇ ਬੈਠ ਕੇ ਚੱਲ ਜੂੰਗਾ, ਤੁਸੀਂ ਮੇਰੇ ਤੇ ਇੰਨਾ ਵਿਸ਼ਵਾਸ ਕਰ ਲਓਗੇ। ਆਹ ਤਾਂ ਗੱਲ ਗਲਤ ਹੈ ਨਾ, 15 ਮਿੰਟ ਲਾ ਕੇ ਤੁਸੀਂ ਕਹਿੰਦੇ ਮੈਂ ਸ਼ਾਇਦ ਗੱਲ ਬੋਲਦਾ। ਨਹੀਂ, ਇਹ ਪਤਾ ਕੀ ਹੈ ਜੀ, ਇਹ ਜ਼ਰੂਰੀ ਬਹੁਤ ਹੈ ਜੀ, ਕਿਉਂਕਿ ਸਾਡਾ ਹੁਣ ਤੁਸੀਂ ਦੇਖ ਲਓ 75 ਸਾਲ ਹੋ ਗਏ ਸਾਨੂੰ ਆਜ਼ਾਦੀ ਮਿਲੀ ਜੀ, ਠੀਕ ਹੈ, ਬਹੁਤ ਲੰਬਾ ਸਮਾਂ ਹੁੰਦਾ 75 ਸਾਲ, ਪਰ ਅੱਜ ਵੀ ਅਸੀਂ ਅੰਨੇ ਹੋਏ ਆ ਜੀ, ਬਹੁਤ ਜ਼ਿਆਦਾ ਅੰਨੇ ਆ। ਕੋਈ ਵੀ ਪਾਰਟੀ ਲਾ ਲਓ, ਏਦਾਂ ਨਹੀਂ ਹੈਗਾ ਵੀ ਇੱਕ ਪਾਰਟੀ ਹੈ, ਸਾਰੀਆਂ ਪਾਰਟੀਆਂ ਘੁੰਮ ਫਿਰ ਕੇ ਗੱਲ ਉਹਨਾਂ ਦੀ ਉੱਥੀ ਹੁੰਦੀ ਆ, ਉਹਨਾਂ ਨੂੰ ਤਾਂ ਸੱਤਾ ਨਾਲ ਪਿਆਰ ਜੀ, ਉਹਨਾਂ ਨੇ ਸੱਤਾ ਹੀ ਦੇਖਣੀ ਹੈ। ਡਾਕਟਰ ਸਾਹਿਬ ਮੈਨੂੰ 1 ਮਿੰਟ ਸਮਝਾਏ, ਆਹ ਜਿਹੜਾ ਤੁਸੀਂ ਨਾ ਹਿਊਮਨ ਬਿਹੇਵੀਅਰ, ਮੈਚਿਓਰਿਟੀ ਨਹੀਂ, ਇਹ ਪੜ੍ਹਾਉਂਦੇ ਤੁਹਾਨੂੰ? ਬਿਲਕੁਲ ਨਹੀਂ, ਪੜ੍ਹਾਉਂਦੇ ਨਹੀਂ ਜੀ ਹੈਗੇ। ਇਹ ਏਦਾਂ ਹੈ ਵੀ ਆਪਣਾ ਜਿੱਦਾਂ ਆਪਾਂ ਨੂੰ, ਸਾਨੂੰ ਤਾਂ ਬ੍ਰੇਨ ਪੜ੍ਹਾਉਂਦੇ ਵੀ ਬ੍ਰੇਨ ਦੇ ਕੀ ਹਿੱਸੇ ਨੇ, ਕਿੱਦਾਂ ਕਿਹੜਾ ਕੰਮ ਕਰਦਾ। ਇਹ ਜਿਹੜੀ ਚੀਜ਼ ਹੈ ਨਾ, ਇਹ ਮੈਂ ਤੁਹਾਨੂੰ ਆਪ ਦੱਸ ਦਿੰਦਾ ਵੀ ਇਹ ਨਾ ਫਿਲੋਸਫੀ ਜੋ ਜ਼ਿਆਦਾ ਨਿਕਲਦੀ ਹੈ। ਠੀਕ ਹੈ। ਜੇ ਆਪਾਂ ਦਰਸ਼ਨ ਪੜ੍ਹਾਂਗੇ ਨਾ, ਠੀਕ ਹੈ, ਜਿੰਨਾ ਆਪਾਂ ਪੜ੍ਹਾਂਗੇ ਵੀ ਵਿਚਾਰੇ ਪੁਰਾਣੇ ਜਿਹੜੇ ਫਿਲੋਸਫਰ ਸੀਗੇ ਕੀ ਸੋਚਦੇ ਸੀਗੇ, ਉਹ ਤੁਹਾਨੂੰ ਤਰਕ ਦੀ ਸ਼ਕਤੀ ਦਿੰਦੇ ਨੇ। ਬ੍ਰੇਨ ਵਾਸ਼ ਕੀ ਹੁੰਦਾ? ਬ੍ਰੇਨ ਵਾਸ਼ ਆਹੀ, ਅੱਛਾ ਆਹੀ ਜਿੱਦਾਂ ਆਪਾਂ ਬੈਠੇ ਕਰ ਰਹੇ ਹਾਂ ਲੋਕਾਂ ਨੂੰ। ਤੇ ਮੈਨੂੰ ਇੱਕ ਚੀਜ਼ ਦੱਸਿਓ ਡਾਕਟਰ ਸਾਹਿਬ, ਵੈਸੇ ਹੀ ਜਾਣੀ ਕਿ ਆਮ ਕਹਿ ਰਹੇ ਨੇ ਬ੍ਰੇਨ ਵਾਸ਼ ਟਰਮ ਨਹੀਂ ਸਮਝ ਆਉਂਦੀ। ਹਾਂਜੀ। ਮੰਨ ਲਓ ਕਿ ਮੈਂ ਜਿੱਦਾਂ ਦਾ ਹੈਗਾ, ਹਾਂਜੀ, ਤੁਸੀਂ ਜਿੱਦਾਂ ਦੇ ਹੈਗੇ, ਬਿਲਕੁਲ। ਮੇਰੇ ਸਾਹਮਣੇ ਨਾ ਇੱਕ ਚੀਜ਼, ਮੈਂ ਟੀਵੀ ਲਾਉਣਾ, ਮੇਰੇ ਸਾਹਮਣੇ ਮਸ਼ਹੂਰੀ ਆ ਜਾਣੀ ਆ, ਇਤਨੇ ਦਿਨੋਂ ਮੇਰਾ ਅੰਗੋਰਾ ਕਰੋ। ਬਿਲਕੁਲ। ਫਿਰ ਮੈਂ ਸਕੂਟਰ ਚੱਕਿਆ, ਸਾਈਕਲ ਚੱਕਿਆ, ਮੈਂ ਜਾਨਾ, ਮੂਹਰੇ ਵੱਡਾ ਬੋਰਡ ਲੱਗਾ। ਹਾਂਜੀ। ਉਹਦੇ ਤੋਂ ਬਾਅਦ ਫਿਰ ਮੈਂ ਕਿਤੇ ਹੋਰ ਜਾਨਾ, ਮੈਂ ਫਿਲਮ ਦੇਖਣ ਜਾਨਾ, ਉੱਥੇ ਵੀ ਉਹਦੀ ਮਸ਼ਹੂਰੀ ਆਉਂਦੀ ਹੈ। ਬਿਲਕੁਲ। ਹੌਲੀ ਬ੍ਰੇਨ ਵਾਸ਼ ਹੋ ਜਾਂਦਾ। ਬਿਲਕੁਲ ਹੋ ਜਾਂਦਾ ਜੀ, ਆਹੀ ਤਰੀਕਾ ਹੈ ਬ੍ਰੇਨ ਵਾਸ਼ ਕਰਨ ਦਾ। ਪੋਲੀਟੀਕਲ ਪਾਰਟੀਜ਼ ਇੱਦਾਂ ਹੀ ਖੇਲਦੀਆਂ ਨੇ, ਸ਼ੁਰੂ ਤੋਂ ਇੱਦਾਂ ਹੀ ਖੇਲਦੀਆਂ ਆਈਆਂ ਨੇ, ਹੌਲੀ, ਕਿਉਂਕਿ ਨਾ ਜਿਹੜਾ ਧਰਮ ਹੈ, ਜਾਤ ਪਾਤ ਹੈ, ਇਹ ਸਾਡੇ 'ਚ ਹਜ਼ਾਰਾਂ ਸਾਲ ਤੋਂ ਵੜਿਆ ਹੋਇਆ। ਠੀਕ ਹੈ। ਇੱਕੋ ਲਖਤ ਨਹੀਂ ਨਿਕਲ ਸਕਦਾ ਇਹ ਸ਼ੁਰੂ ਤੋਂ ਪੈਂਦਾ। ਮਾੜੀਆਂ ਚੀਜ਼ਾਂ ਨੇ ਇਹ? ਨਹੀਂ, ਮਾੜੀ ਚੀਜ਼ ਐ ਨਹੀਂ ਜੀ ਹੈਗੀ। ਧਰਮ ਤਾਂ
ਧਰਮ ਮਾੜਾ ਨਹੀਂ ਜੀ ਹੈਗਾ, ਧਰਮ ਦੇ ਠੇਕੇਦਾਰਾਂ ਦੀ ਗੱਲ ਕਰ ਰਹੇ ਹਾਂ। ਅੱਛਾ, ਧਰਮ ਚੰਗਾ ਜੀਵਨ ਜੱਜ ਸਿਖਾਉਂਦਾ। ਧਰਮ ਤਾਂ ਬਿਲਕੁਲ ਚੰਗੇ ਨੇ, ਧਰਮ ਤਾਂ ਦੇਖੋ ਤੁਹਾਨੂੰ ਸਿੱਧੇ ਰਾਹ ਤੇ ਪਾ ਰਹੇ ਨੇ, ਪਰ ਧਰਮ ਨੂੰ ਪੜ੍ਹਦਾ ਨਹੀਂ ਨਾ ਕੋਈ। ਅਸੀਂ ਧਰਮ ਨਹੀਂ ਪੜ੍ਹ ਰਹੇ, ਅਸੀਂ ਧਰਮ ਦੇ ਠੇਕੇਦਾਰ ਜੋ ਕਹਿ ਰਹੇ ਅਸੀਂ ਉਹ ਮੰਨ ਰਹੇ, ਅਸੀਂ ਆਪ ਤਾਂ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਸਾਰੀ ਕਹਾਣੀ ਉੱਥੇ ਪਹੁੰਚ ਜਾਂਦੀ ਹੈ, ਘੁੰਮ ਫਿਰ ਕੇ ਗੋਲ ਉੱਥੇ, ਜਿਹੜਾ ਆਪਾਂ ਬ੍ਰੇਨ ਵਾਸ਼ ਵਾਲੀ ਗੱਲ ਕਰਦੇ ਹਾਂ ਵੀ ਅਸੀਂ ਤਰਕ ਕਰਨਾ ਆਪ ਨਹੀਂ ਸਿੱਖ ਰਹੇ, ਅਸੀਂ ਕਿਸੇ ਤੇ ਭਰੋਸਾ ਕਰ ਰਹੇ ਹਾਂ। ਭਰੋਸਾ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ, ਆਖਰ ਕਿਤੇ ਨਾ ਕਿਤੇ ਤਾਂ ਭਰੋਸੇ ਤੇ ਦੁਨੀਆ ਕਾਇਮ ਹੈ, ਭਰੋਸਾ ਤਾਂ ਕਰਨਾ ਹੀ ਪੈਣਾ, ਪਰ ਭਰੋਸਾ ਕਿਸੇ ਹੱਦ ਤੱਕ ਠੀਕ ਹੁੰਦਾ। ਤੁਸੀਂ ਆਪਣੇ ਆਪ ਤੇ ਭਰੋਸਾ ਨਹੀਂ ਕਰ ਰਹੇ, ਦੂਜੇ ਬੰਦੇ ਤੇ ਕਰ ਰਹੇ, ਜਦ ਕਿ ਤੁਹਾਨੂੰ ਆਪਣੇ ਆਪ ਤੇ ਪਹਿਲਾਂ ਭਰੋਸਾ ਕਰਨਾ ਚਾਹੀਦਾ। ਹੁਣ ਤੁਸੀਂ ਭਰੋਸਾ, ਕਿਸੇ ਨੇ ਕੁਛ ਕਹਿ ਤਾ ਤੁਸੀਂ ਮੰਨ ਲਿਆ, ਅੱਖਾਂ ਬੰਦ ਕਰ ਲਈਆਂ, ਕੁਛ ਪਤਾ ਨਹੀਂ ਹੈਗਾ, ਬ੍ਰੇਨ ਵਾਸ਼ ਤਾਂ ਹੋਣਾ ਹੀ ਹੈ, ਅਗਲੇ ਨੇ ਤਾਂ ਤੁਹਾਡਾ ਫਾਇਦਾ ਚੱਕਣਾ ਹੀ ਚੱਕਣਾ। ਤੁਹਾਨੂੰ ਆਪ ਜਿੱਦਾਂ ਸਿੰਪਲ ਜੀ ਤੁਸੀਂ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਸੀਗੀ ਰੰਗ ਗੋਰਾ ਕਰਨ ਵਾਲੇ, ਇੱਦਾਂ ਹੀ ਚੱਲਦਾ ਆਉਂਦਾ, ਇੱਦਾਂ ਹੀ ਕਿਹਾ ਜਾਂਦਾ ਵੀ ਤੁਹਾਡਾ ਆਹ ਬੰਦਾ ਤੁਹਾਡਾ ਦੁਸ਼ਮਣ ਹੈ, ਇਹ ਧਰਮ ਤੁਹਾਡੇ ਖਿਲਾਫ ਹੈ, ਇਹ ਧਰਮ ਤੁਹਾਨੂੰ ਇੱਦਾਂ ਮਾਰ ਦੂਗਾ, ਇਹ ਧਰਮ ਤੁਹਾਡਾ ਖਤਮ ਹੋ ਜਾਣਾ, ਤੁਹਾਡਾ ਧਰਮ ਖਤਰੇ 'ਚ ਹੈ। ਤੇ ਉਹ ਜੇ ਧਰਮ ਖਤਰੇ 'ਚ ਹੈ, ਇਹ ਇੱਕ ਬਹੁਤ ਵੱਡਾ ਸਵਾਲ ਹੈ ਲੋਕਾਂ ਨੂੰ। ਇੱਕ ਮੈਂ ਸਿੰਪਲ ਜਿਹਾ ਜੋ ਮੈਂ ਸੋਚਦਾ ਓਪੀਨੀਅਨ ਹੈ ਉਰੇ, ਬਈ ਜੇ ਲੋਕ ਚਾਹੁੰਦੇ ਆ ਵੀ ਸਾਡਾ ਆਗੂ ਕਿੱਦਾਂ ਦਾ ਹੋਵੇ, ਪਹਿਲਾਂ ਉਹ ਆਗੂ ਨੂੰ ਪੜਤਾਲ ਕਰੋ ਉਹਦੀ। ਜੇ ਤੁਹਾਡੇ ਮੂਹਰੇ ਕੋਈ ਆਗੂ ਉੱਠ ਰਿਹਾ, ਧਾਰਮਿਕ ਆਗੂ ਭਾਵੇਂ ਸਿਆਸੀ ਆਗੂ, ਉਹਨੂੰ ਦੇਖੋ ਵੀ ਜੇ ਕੋਈ ਧਾਰਮਿਕ ਆਗੂ ਉੱਠ ਰਿਹਾ, ਸਾਡੇ ਧਰਮ ਦੀ ਲੜਾਈ ਕਰਨੀ ਸ਼ੁਰੂ ਕਰ ਰਿਹਾ ਹੈ, ਕਿਸੇ ਵੀ ਧਰਮ ਦਾ ਹੋਵੇ, ਸਾਰੇ ਧਰਮਾਂ 'ਚ ਸੇਮ ਹੀ ਚੱਲਦਾ, ਕੋਈ ਧਰਮ ਏਦਾਂ ਵੱਖਰਾ ਨਹੀਂ ਹੈਗਾ ਕੋਈ ਕਹੇ ਵੀ ਸਾਡਾ ਬਹੁਤ ਚੰਗਾ ਦੂਜੇ ਦਾ ਮਾੜਾ। ਤੇ ਉਹ ਜੇ ਉੱਠ ਰਿਹਾ, ਪਹਿਲਾਂ ਦੇਖੋ ਵੀ ਉਹਨੇ ਆਪਣਾ ਪਰਿਵਾਰ ਉਸ ਚੀਜ਼ 'ਚ ਪਾਇਆ। ਜਿਹੜਾ ਆਗੂ ਹੈ, ਜਿਹੜਾ ਕਹਿ ਰਿਹਾ ਮੈਂ ਪੰਜਾਬ ਦਾ ਭਲਾ ਕਰੂੰਗਾ, ਸਿਆਸੀ ਆਗੂ ਹੈ, ਕੀ ਉਹਨੇ ਆਪਣਾ ਨਿਆਣਾ ਉਹ ਜਿਹੜਾ ਪੰਜਾਬ ਦਾ ਭਲਾ ਕਰ ਰਿਹਾ ਉਹ ਪੰਜਾਬ 'ਚ ਪਾਇਆ ਉਹਨੂੰ? ਜਾਨੀ ਜੇ ਉਹ ਕਹਿੰਦਾ ਮੈਂ ਸਕੂਲ ਵਧੀਆ ਕਰਦੇ ਕਿ ਉਹ ਨਿਆਣਾ ਪੜ੍ਹਦਾ ਉਹਦਾ ਆਪਦੇ, ਉਹਨੇ ਆਪਣੇ ਨਿਆਣੇ ਤਾਂ ਪਾਏ ਹੋਏ ਨੇ ਬਾਹਰ। ਜੇ ਇੰਨਾ ਹੀ ਚੰਗਾ, ਉਹਨੂੰ ਪਤਾ ਵੀ 5 ਸਾਲਾਂ 'ਚ ਮੈਂ ਤਾਂ ਕਰ ਦੇਣਾ, ਕਿੰਨਾ ਕੁ ਔਖਾ ਕੰਮ ਹੈ ਨਾ, ਵੀ 5 ਸਾਲਾਂ 'ਚ ਮੈਂ ਕਰ ਦੇਣਾ, ਸਾਰਾ ਕੁਛ ਠੀਕ ਹੋ ਜਾਣਾ ਤੇ ਮੈਂ ਹੋਰੀ ਪੜ੍ਹਾਊਂਗਾ। ਏਦਾਂ ਕੋਈ ਧਰਮ ਦਾ ਠੇਕੇਦਾਰ ਬਣ ਰਿਹਾ, ਉਹ ਕਹਿ ਰਿਹਾ ਵੀ ਮੈਂ ਤੁਹਾਨੂੰ ਆਪਣੇ ਤੁਹਾਡੇ ਧਰਮ ਨੂੰ ਤੁਹਾਡਾ ਬਣਦਾ ਹੱਕ ਦਿਵਾਊਂਗਾ, ਪਰ ਉਹਦਾ ਆਪਣਾ ਸਾਰਾ ਪਰਿਵਾਰ ਬਾਹਰ ਹੈ। ਠੀਕ ਹੈ, ਆਪਣਾ ਸਾਰਾ ਪਰਿਵਾਰ ਬਾਹਰ ਪੜ੍ਹ ਰਿਹਾ ਹੈ, ਸ਼ੁਰੂ ਤੋਂ ਉਹਨਾਂ ਨੇ ਵੱਡੀਆਂ ਵੱਡੀਆਂ ਐਜੂਕੇਸ਼ਨਾਂ ਲਿੱਤੀਆਂ ਨੇ, ਭਾਵੇਂ ਤੁਸੀਂ ਮੇਜਰ ਆਪਣੇ ਜਿੰਨੇ ਵੀ ਆਪਣੇ ਸਿਆਸੀ ਆਗੂ ਨੇ ਜਾਂ ਧਾਰਮਿਕ ਆਗੂ ਨੇ, ਹਰ ਧਰਮ ਦੇ, ਇੱਕ ਧਰਮ ਦੀ ਗੱਲ ਨਹੀਂ ਹੈਗੀ ਇਹ, ਲੋਕ ਬਹੁਤ ਛੇਤੀ ਇੱਕ ਧਰਮ ਤੇ ਲਾ ਕੇ ਹਾਂ ਵੀ ਜਿਹੜੇ ਨੇੜਲੇ ਇਵੈਂਟ ਹੁੰਦੇ ਉਹਨਾਂ ਨਾਲ ਜੋੜ ਲੈਂਦੇ ਆ। ਗੱਲ ਅੱਜ ਦੀ ਹੈ ਉਹ ਨਹੀਂ, ਤੁਸੀਂ ਪਿਛਲੇ 75 ਸਾਲਾਂ ਤੋਂ ਲਗਾਤਾਰ ਦੇਖੋ ਕੀ ਹੋ ਰਿਹਾ। ਜਿੰਨੇ ਵੀ ਆਗੂ ਹੋਏ ਨੇ, ਅੱਜ ਤੋਂ ਨਹੀਂ, ਪਿਛਲੇ ਜਦੋਂ ਤੋਂ ਬਣਿਆ ਆਪਣਾ ਦੇਸ਼, ਲੋਕਤੰਤਰ ਬਣਿਆ ਜਦੋਂ ਦਾ, ਉਦੋਂ ਤੁਸੀਂ ਦੇਖੋ ਵੀ ਉਹਨਾਂ ਨੇ ਆਪਣਾ ਕੋਈ ਪਰਿਵਾਰ ਦਾ ਮੈਂਬਰ ਵਿੱਚ ਨਹੀਂ ਪਾਇਆ ਹੈਗਾ। ਸਿਆਸਤ 'ਚ ਪਾ ਲਿਆ ਹੋਊਗਾ ਆਪਣੀ ਗੱਦੀ ਸੌਂਪਣ ਲਈ ਅੱਗੇ, ਪਰ ਸੰਘਰਸ਼ 'ਚ ਕਿਸੇ ਨੇ ਫੌਜ 'ਚ ਨਹੀਂ ਪਾਇਆ ਆਪਣਾ। ਇੱਕ ਵੀ ਮੰਤਰੀ ਮੇਰੀ ਨਿਗਾਹ 'ਚ ਨਹੀਂ ਹੈਗਾ ਵੀ ਜਿਹਨੇ ਆਪਣਾ ਦੇਸ਼ ਕਹੇ ਵੀ ਮੈਂ ਆਪਣੀ ਦੇਸ਼ ਦੀ ਸੇਵਾ ਕਰਨੀ ਹੈ। ਉਹ ਕਹਿੰਦੇ ਵੀ ਅਸੀਂ ਸੇਵਾ ਕਰ ਰਹੇ ਹਾਂ, ਸਾਰੇ ਕਹਿੰਦੇ ਇੱਧਰੋਂ ਕਰਨੀ, ਕਹਿੰਦੇ ਹਾਂ ਇੱਧਰੋਂ ਕਰਨੀ ਹੈ ਜਿੱਥੋਂ ਪੈਸਾ ਬਣਦਾ। ਤੇ ਆਪਣਾ ਕੋਈ ਪਰਿਵਾਰ ਦਾ ਮੈਂਬਰ ਏਅਰ ਫੋਰਸ 'ਚ, ਨੇਵੀ 'ਚ, ਆਰਮੀ 'ਚ ਕੋਈ ਨਹੀਂ ਪਾਉਂਦਾ ਹੈਗਾ। ਸਾਰੇ ਆਮ ਘਰਾਂ ਦੇ ਜਵਾਨ ਜਾਂਦੇ ਨੇ, ਉਹੀ ਸ਼ਹੀਦ ਹੁੰਦੇ ਨੇ, ਇਹਨਾਂ ਤੇ ਕੋਈ ਰੱਤਾ ਪਰ ਫਰਕ ਨਹੀਂ ਪੈਂਦਾ ਹੈਗਾ। ਡਾਕਟਰ ਸਾਹਿਬ ਰੌਲਾ ਹੁਣ ਇਹ ਆ ਨਾ ਵੀ ਤੁਹਾਡੀ ਗੱਲ ਸਾਰੀ ਮੰਨ ਲਈ, ਦੇਖੋ ਮੈਨੂੰ ਐਂ ਲੱਗਦਾ ਹੁੰਦਾ ਤੁਸੀਂ ਕਹਿੰਦੇ ਜੀ ਅਸੀਂ ਆਹ ਨਹੀਂ ਕਰਦੇ, ਅਸੀਂ ਕਰਦੇ ਹਾਂ। ਮੰਨ ਲਓ ਕੋਈ ਬੰਦਾ ਕੋਈ ਗੱਲ ਕਹਿ ਜਾਏ, ਅਸੀਂ ਕਮੇਟੀ ਸਕੂਲ ਦੀ ਬਣਾਉਣੀ ਹੋਵੇ, ਧਾਰਮਿਕ ਸੰਸਥਾ ਦੀ ਬਣਾਉਣੀ, ਸ਼ਮਸ਼ਾਨ ਘਾਟ ਦੀ ਕਮੇਟੀ ਬਣਾਉਣੀ ਹੋਵੇ, ਅਸੀਂ ਠੋਕ ਕੇ ਲੜੀ ਦਾ ਉਹ ਜਾਣੀ ਉਹਦੇ ਪਿੱਛੇ ਕਾਰ। ਅਸੀਂ ਦੂਜੇ ਦੀ ਗੱਲ ਕਿਉਂ ਨਹੀਂ ਸੁਣਦੇ? ਗੱਲ ਸੁਣਦੇ ਨੇ ਜੀ ਹੈਗੇ, ਮੇਨ ਚੌਧਰ ਦੀ ਭੁੱਖ ਹੈ ਇੱਕ ਤਾਂ ਜੀ, ਪਾਵਰ ਤੇ ਪੈਸਾ, ਦੋ ਏਦਾਂ ਦੀਆਂ ਚੀਜ਼ਾਂ ਨੇ ਜਿਹੜਾ ਜਿਨ੍ਹਾਂ ਨਾਲ ਦੁਨੀਆ ਚੱਲ ਰਹੀ। ਠੀਕ ਹੈ, ਕੋਈ ਬੰਦਾ ਬੋਲ ਰਿਹਾ ਉਰੇ ਬਹਿ ਕੇ, ਭਾਵੇਂ ਮੈਂ ਵੀ ਬੋਲ ਰਿਹਾ, ਮੈਨੂੰ ਤਾਂ ਪੈਸੇ ਦੀ ਲੋੜ ਨਹੀਂ, ਹੱਥ ਦੀ ਮੈਲ, ਉਹ ਸਭ ਨਾਲੋਂ ਝੂਠਾ ਬੰਦਾ। ਠੀਕ ਹੈ, ਆਪਣੇ ਕਿਸੇ ਨੂੰ ਝੂਠ ਬੋਲੋ, ਪਹਿਲੀ ਗੱਲ ਤਾਂ ਆਪਣੇ ਆਪ ਨੂੰ ਝੂਠ ਨਾ ਬੋਲੇ ਬੰਦਾ। ਜੇ ਆਪਾਂ ਸ਼ੁਰੂਆਤ ਕਰਨੀ ਹੈ, ਮਤਲਬ ਕਿ ਜੇ ਆਪਾਂ ਇੱਕ ਇਨਕਲਾਬ ਦੀ ਰੈਵੋਲੂਸ਼ਨ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ, ਇੱਕ ਤਾਂ ਸਵਾਲ ਪਹਿਲਾਂ ਆਪਣੇ ਆਪ ਨੂੰ ਪੁੱਛੀਏ। ਦੂਜੇ ਨੂੰ ਸਵਾਲ ਪੁੱਛਣਾ ਬਹੁਤ ਸੌਖਾ, ਮੈਂ ਉਰੇ ਬੈਠਾ ਤੁਹਾਨੂੰ ਪੁੱਛੀ ਜਾਵਾਂ ਤੁਸੀਂ WhatsApp ਇਹ ਕਿਉਂ ਨਹੀਂ ਕਰਦੇ ਹੈਗੇ, ਤੁਹਾਡਾ ਚੈਨਲ ਇਹ ਕਿਉਂ ਨਹੀਂ ਕਰ ਰਿਹਾ, ਤੁਸੀਂ ਦਿਖਾ ਸਕਦੇ ਹੋ, ਪਰ ਮੈਂ ਆਪਣੇ ਆਪ ਤੇ ਕੁਛ ਲਾਗੂ ਨਹੀਂ ਕਰ ਰਿਹਾ, ਦੂਜੇ ਨੂੰ ਸਲਾਹਾਂ ਦੇ ਰਿਹਾ, ਆਪ ਮੈਂ ਕੁਛ ਕਰਨਾ ਨਹੀਂ ਚਾਹੁੰਦਾ ਹੈਗਾ। ਤੇ ਇੱਥੇ ਹੀ ਮਾਤ ਪੈਂਦੀ ਹੈ ਸਾਰੀ। ਠੀਕ ਹੈ, ਤੇ ਇੱਥੇ ਘੁੰਮ ਫਿਰ ਕੇ ਗੱਲ ਉੱਥੇ ਆ ਜਾਂਦੀ ਵੀ ਸਾਨੂੰ ਆਪ ਜਾਗਰੂਕ ਹੋਣਾ ਪੈਣਾ, ਆਪ ਸਾਨੂੰ ਉੱਠਣਾ ਪੈਣਾ, ਆਪਣੇ ਸਵਾਲਾਂ ਦੇ ਆਪ ਹੱਲ ਲੱਭਣੇ ਪੈਣੇ। ਕਿਸੇ ਨੂੰ ਆਪਣੀ ਬਾਗਡੋਰ ਦੇਣ ਤੋਂ ਪਹਿਲਾਂ ਪਹਿਲੀ ਗੱਲ ਤਾਂ ਆਪ ਮੁਹਾਰੇ ਹੋਈ ਹੈ, ਕਿਸੇ ਨੂੰ ਬਾਗਡੋਰ ਦੇਣੀ ਹੋ ਕਿਉਂ? ਤੁਸੀਂ ਧਰਮ ਨੂੰ ਆਪਣੇ ਨੂੰ ਪਿਆਰ ਕਰਦੇ, ਆਪਣੇ ਧਰਮ ਨੂੰ ਆਪ ਪੜ੍ਹੋ, ਆਪਣੇ ਧਰਮ ਬਾਰੇ ਆਪ ਸਿੱਖਿਆ ਲਓ, ਕਿਸੇ ਵਿਦਵਾਨ ਕੋਲ ਬੈਠੋ, ਤੁਸੀਂ ਆਪ YouTube ਤੇ ਅੱਜ ਕੱਲ੍ਹ ਸਾਰਾ ਕੁਛ ਅਵੇਲੇਬਲ ਹੈ। ਠੀਕ ਹੈ, ਆਪਾਂ ਮਾੜਾ ਵੀ ਹੈਗਾ, ਉਹ ਹੁਣ ਆਪਣੇ ਹੱਥ 'ਚ ਵੀ ਆਪਾਂ ਦੇਖਣਾ ਕੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਮੈਨੂੰ ਹੋਰ ਮਾੜੀ ਜਿਹੀ ਸਮਝਾਉਣ ਦੀ ਕੋਸ਼ਿਸ਼ ਕਰਿਓ। ਡਾਕਟਰੀ ਕਿੱਤੇ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਵਾਲ ਕਰਨੇ ਆ ਇਹ, ਹਾਂਜੀ ਬਿਲਕੁਲ, ਕਿ ਆਪਾਂ ਦੇਖੋ ਆਪਣਾ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੈ ਕਿ ਭਾਈ ਪੈਰਾਂ ਤੇ ਖੜੀਏ, ਬਿਲਕੁਲ ਸਾਡੀਆਂ ਲੱਤਾਂ ਭਾਰ ਝੱਲਣ, ਬਿਲਕੁਲ, ਕਿ ਜੇ 400 ਸਾਲ ਪਹਿਲਾਂ ਲੋਕ ਉੱਥੇ ਖਲੋਤੇ ਸੀ ਤਾਂ ਅੱਜ ਵੀ ਆਪਾਂ ਉੱਥੇ ਨਾ ਖੜੇ ਰਹੀਏ, ਬਿਲਕੁਲ ਜੀ, ਕੁਝ ਅੱਗੇ ਵਧੇ ਆ, ਕੁਝ ਹੋਰ ਵਧੀਏ, ਭਲਾ ਬੁਰਾ ਸੋਚੀਏ, ਵੱਟ ਬੰਨੇ ਦੀ ਲੜਾਈ ਛੱਡ ਦਈਏ, ਵੀ ਚੀਜ਼ਾਂ ਤਾਂ ਬਹੁਤ ਵੱਡੀਆਂ ਨੇ ਗਾਂਹ ਕਰਨ ਵਾਲੀਆਂ, ਸਾਡੇ ਦਰਿਆ ਸਾਫ਼ ਕਰਨ ਵਾਲੇ ਆ, ਅਸੀਂ ਇਕਜੁੱਟ ਹੋ ਕੇ ਉਧਰ ਵੜੀਏ, ਅਸੀਂ ਲਾਰੇ ਵੋਟ ਪਾਉਣੀ ਆ, ਮੈਨੀਫੈਸਟੋ ਨਹੀਂ, ਅਸੀਂ ਮੈਚਿਓਰਿਟੀ ਦੀ ਘਾਟ ਜਿਹੜੀ ਆ ਨਾ, ਕਿ ਅਸੀਂ ਮੈਨੀਫੈਸਟੋ ਦਾ ਮਤਲਬ ਹੀ ਨਹੀਂ ਸਮਝੇ ਜੀ।
ਉਹ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਲਈ ਲੜਾਈ ਨਹੀਂ ਲੜੀ ਬਿਲਕੁਲ ਉਹ ਝੂਠੀ ਬੋਲੀ ਜਾਂਦੇ ਆ। ਬਿਲਕੁਲ ਕੋਈ ਪੂਰਾ ਕਰਦਾ ਕੋਈ ਨਹੀਂ ਕਰਦਾ। ਹੁਣ ਡਾਕਟਰ ਸਾਹਿਬ ਡਾਕਟਰੀ ਕਿੱਤਾ, ਹਾਂਜੀ ਸਾਨੂੰ ਕੋਈ ਬੰਦਾ ਪੁੱਛੂਗਾ ਤੁਹਾਡੇ ਕਿੱਤੇ ਦੇ ਵਿੱਚ, ਸਾਨੂੰ ਲੱਗਦਾ ਹੁੰਦਾ ਕਿ ਬੜੀ ਵਾਰੀ ਨਾ ਜਿਹਨਾਂ ਚੀਜ਼ਾਂ ਦੀ ਸਾਨੂੰ ਨਹੀਂ ਵੀ ਲੋੜ ਹੁੰਦੀ, ਦਵਾਈਆਂ ਦੀ ਉਹ ਵੀ ਲਿਖ ਦਿੰਦੇ ਡਾਕਟਰ ਕਈ ਵਾਰੀ। ਤੁਸੀਂ ਮੰਨਿਓ ਨਾ ਮੰਨਿਓ? ਨਹੀਂ ਮੰਨ ਰਹੇ ਜੀ, ਬਿਲਕੁਲ ਮੰਨ ਰਹੇ। ਕਈ ਵਾਰੀ ਜਿਹੜੀ ਸਸਤੀ ਨਾ ਸਰਦਾ ਮਹਿੰਗੀ ਲਿਖ ਦਿੰਦੇ ਨੇ। ਬਿਲਕੁਲ ਜੀ ਬਿਲਕੁਲ। ਉਹਨਾਂ ਨੂੰ ਵੀ ਸਵਾਲ ਆਪਣੇ ਆਪ ਨੂੰ ਕਰਨੇ ਚਾਹੀਦੇ। ਬਿਲਕੁਲ ਕਰਨੇ ਚਾਹੀਦੇ ਨੇ ਜੀ। ਦੇਖੋ ਪੰਜੇ ਉਂਗਲੀਆਂ ਕਦੇ ਇੱਕ ਬਰਾਬਰ ਨਹੀਂ ਹੁੰਦੀਆਂ। ਕੋਈ ਵੀ ਕਿੱਤਾ ਹੋ ਗਿਆ, ਕੋਈ ਵੀ ਧਰਮ ਹੋ ਗਿਆ, ਮਤਲਬ ਧਰਮ ਨਹੀਂ, ਧਰਮ ਦੇ ਠੇਕੇਦਾਰ ਲਾ ਲਓ। ਧਰਮ ਦੀ ਆਪਾਂ ਗੱਲ ਨਹੀਂ ਕਰਦੇ, ਧਰਮ ਬਹੁਤ ਵੱਡੀ ਚੀਜ਼ ਹੈ। ਉਹ ਜਿਹੜੇ ਉਹਨੂੰ ਗਲਤ ਰੂਪ ਦੇ ਵਿੱਚ ਪੇਸ਼ ਕਰਦੇ, ਜਿਹੜੇ ਅੱਗੇ ਪੇਸ਼ ਕਰ ਰਹੇ ਚੰਗੇ ਜਿਹੜੇ ਆ ਉਹ ਵਧੀਆ ਨੇ। ਉਹੀ ਕਹਿ ਰਹੇ ਵੀ 100 ਬੰਦੇ ਚੋਂ 100 ਬੰਦਾ ਚੰਗਾ ਹੋ ਹੀ ਨਹੀਂ ਸਕਦਾ। ਹੁਣ ਆਪਾਂ ਡਾਕਟਰੀ ਦੀ ਗੱਲ ਕਰਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਬਹੁਤ ਨਜਾਇਜ਼ ਵੀ ਕੀਤਾ ਜਾਂਦਾ ਜੀ, ਪਰ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੈਗੇ। ਬਹੁਤ ਡਾਕਟਰ ਚੰਗੇ ਵੀ ਨੇ, ਪਰ ਸਾਰੇ ਇੱਕ ਲਪੇਟੇ 'ਚ ਆ ਵੀ ਜਾਂਦੇ ਨੇ। ਕਿਉਂਕਿ ਡਾਕਟਰਾਂ ਦੀ ਵਿਚਾਰਿਆਂ ਦੀ ਮੌਤਾਂ ਵੀ ਬਹੁਤ ਹੋਈਆਂ ਨੇ, ਕਟਾਈ ਵੀ ਬਹੁਤ ਹੋਈ ਹੈ, ਮਤਲਬ ਜਿਹਨਾਂ ਦੀ ਗਲਤੀ ਵੀ ਨਹੀਂ ਹੁੰਦੀ ਹੈਗੀ। ਚਲੋ ਦੋਨੇ ਪਾਸੇ ਨੂੰ ਪੱਖ ਚੱਲਿਆ ਵੀ ਲੋਕਾਂ ਨੇ ਵੀ ਜ਼ਿਆਦਤੀ ਕੀਤੀ, ਡਾਕਟਰਾਂ ਨੇ ਵੀ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ। ਕਰੋਨਾ ਦੇ ਟਾਈਮ 'ਚ ਵੀ ਜ਼ਿਆਦਤੀ ਹੋਈ ਹੈ, ਹਸਪੀਟਲਾਂ 'ਚ ਬਿੱਲ ਵੀ ਬਣਾਏ ਗਏ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਹੁਣ ਉਹ ਆਪਣੇ ਆਪ ਨੂੰ ਸਵਾਲ ਗੱਲ ਉੱਥੀ ਫਿਰ ਪੈਸਾ ਤੇ ਪਾਵਰ ਜੀ, ਠੀਕ ਹੈ, ਉਹ ਆਪਣੇ ਆਪ ਨੂੰ ਅੰਦਰ ਟਟੋਲਣਾ ਚਾਹੁੰਦੇ ਹੀ ਨਹੀਂ ਹੈਗੇ। ਉਹ ਮਤਲਬ ਕਿ ਨਿਆਂ ਤੇ ਖੜੇ ਨਹੀਂ ਹੈਗੇ, ਠੀਕ ਹੈ। ਹਰੇਕ ਪ੍ਰੋਫੈਸ਼ਨ 'ਚ ਏਦਾਂ ਹੁੰਦਾ, ਤੇ ਇਹ ਕੋਈ ਡਾਕਟਰੀ ਕੋਈ ਵੱਖਰਾ ਨਹੀਂ ਹੈਗਾ। ਤੇ ਡਾਕਟਰੀ ਏਦਾਂ ਵੀ ਆਪਾਂ ਨੂੰ ਕਿਹਾ ਜਾਂਦਾ ਵੀ ਰੱਬ ਦਾ ਦੂਜਾ ਰੂਪ ਹੈ। ਬਿਲਕੁਲ ਬਹੁਤ ਵੱਡੀ ਗੱਲ ਹੈ, ਬਹੁਤ ਵੱਡਾ ਰੁਤਬਾ ਹੈ, ਬਹੁਤ ਵੱਡਾ ਅਹੁਦਾ ਲੋਕਾਂ ਨੇ ਦੇ ਦਿੱਤਾ ਜੀ, ਤੇ ਜਾਨ ਬਚਾਉਂਦਾ ਵੀ ਹੈ ਡਾਕਟਰ। ਬਹੁਤ ਡਾਕਟਰਾਂ ਨੇ ਬਹੁਤ ਲੱਖਾਂ ਲੋਕਾਂ ਦੀ, ਕਰੋੜਾਂ ਲੋਕਾਂ ਦੀ ਜਾਨ ਬਚਾਈ ਵੀ ਹੈ, ਪਰ ਬਹੁਤ ਲੋਕਾਂ ਨੂੰ ਲੁੱਟਿਆ ਵੀ, ਠੀਕ ਹੈ। ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਮੁੱਠੀ ਪਰ ਡਾਕਟਰ ਬਹੁਤ ਨੇ, ਆਪਾਂ ਇਹ ਨਹੀਂ ਕਹਿ ਸਕਦੇ ਤੁਸੀਂ ਲਾ ਲਓ 70-30 ਦਾ ਰੇਸ਼ੋ ਲਾ ਸਕਦੇ, ਠੀਕ ਹੈ। ਹਾਂ, ਪਰ ਦੋ ਗੱਲਾਂ ਨੇ ਇਹਦੇ 'ਚ। ਹੁਣ ਡਾਕਟਰਾਂ ਦੀ ਮਾਰ ਅਸਲ 'ਚ ਕਿੱਥੇ ਪੈ ਰਹੀ ਹੈ? ਜਿਹੜੇ ਓਵਰ ਦਾ ਕਾਊਂਟਰ ਦਵਾਈਆਂ ਮਿਲ ਰਹੀਆਂ ਨੇ, ਮਤਲਬ ਸਿੰਪਲ ਮੈਂ ਭਾਸ਼ਾ ਸਮਝਾਵਾਂ, ਜਿਹੜੇ ਆਪਣੇ ਝੋਲਾ ਛਾਪ ਬੈਠੇ ਨੇ ਜਾਂ ਕੈਮਿਸਟ ਬੈਠੇ ਨੇ। ਹੁਣ ਬਾਹਰ ਇਹ 'ਚ ਇਹ ਓਵਰ ਦਾ, ਜਦ ਤੱਕ ਪ੍ਰਸਕ੍ਰਿਪਸ਼ਨ ਨਹੀਂ ਆਊਗੀ, ਜਦ ਤੱਕ ਦਵਾਈ ਨਹੀਂ ਮਿਲੂਗੀ, ਠੀਕ ਹੈ। ਹੁਣ ਲੋਕ ਕੀ ਕਰਦੇ ਨੇ, ਝੋਲਾ ਛਾਪ ਕੋਲ ਚਲੇ ਗਏ, ਉਹਨੂੰ ਜਿਹੜੀ ਸਭ ਨਾਲੋਂ ਵੱਡੀ ਦਵਾਈ ਪਤਾ ਨਾ, ਉਹਨੇ ਹੁਣ ਪੜ੍ਹਿਆ ਤਾਂ ਹੈ ਨਹੀਂ ਵੀ ਕਿਹੜੀ ਦਵਾਈ ਨੇ ਕਿੱਦਾਂ ਕੰਮ ਕਰਨਾ, ਕਿੱਥੋਂ ਸ਼ੁਰੂਆਤ ਹੋਣੀ ਹੈ, ਕਿੱਥੇ ਜਾ ਕੇ ਮੁੱਕਣੀ ਹੈ। ਉਹਨੇ ਜਿਹੜੀ ਉਹਨੂੰ ਸਭ ਨਾਲੋਂ ਬੜੀ ਦਵਾਈ ਪਤਾ ਉਹਨੇ ਦੇ ਦੇਣੀ ਹੈ। ਉਹਦੇ ਨਾਲ ਕੀ ਹੁੰਦਾ ਹੈ, ਸਾਡੇ 'ਚ ਰੈਜ਼ਿਸਟੈਂਸ ਆ ਗਈ ਦਵਾਈਆਂ ਦੀ। ਫਿਰ ਉਹ ਤੋਂ ਬਾਅਦ ਜਿਹੜੀਆਂ ਦਵਾਈਆਂ ਸਸਤੀਆਂ ਸੀਗੀਆਂ ਉਹ ਤਕਰੀਬਨ ਸਾਨੂੰ ਬੰਦ ਕਰਨੀਆਂ ਪੈ ਗਈਆਂ, ਠੀਕ ਹੈ। ਮਤਲਬ ਕਿ ਜਿੱਦਾਂ ਹੁਣ ਤੁਸੀਂ ਲਾ ਲਓ ਵੀ ਉਹਦਾ ਅਸਰ ਘਟ ਗਿਆ, ਤੇ ਉਹ ਤੋਂ ਬਾਅਦ ਹੁਣ ਦਵਾਈਆਂ ਮਹਿੰਗੀਆਂ ਆ ਗਈਆਂ। ਪਰ ਮਹਿੰਗੀਆਂ 'ਚ ਵੀ ਇੱਦਾਂ ਵੀ ਕਈ ਡਾਕਟਰਾਂ ਦਾ ਕਮਿਸ਼ਨ ਵੀ ਹੁੰਦਾ, ਠੀਕ ਹੈ। ਇਹ 'ਚ ਕੋਈ ਸ਼ੱਕ ਨਹੀਂ ਵੀ ਆਪਣੇ ਲਾਗ ਦੇ ਕਮਿਸਟ ਨਾਲ ਬਿਲਕੁਲ ਕਮਿਸ਼ਨ ਹੁੰਦਾ, ਤੇ ਹਰ ਬੰਦਾ ਕਮਾਉਣ ਲਈ ਉਹ ਬੈਠਾ, ਉਹਨਾਂ ਨੇ ਵੀ ਕਮਾਉਣਾ ਹੈ, ਤੇ ਉਹਨਾਂ ਨੇ ਕੀ ਕਰਨਾ ਵੀ ਆਪਣਾ ਉਹੀ ਬ੍ਰਾਂਡ ਲਿਖ ਦੇਣਾ। ਪਰ ਇਹ ਇੱਕ ਮਿਸਕਨਸੈਪਸ਼ਨ ਹੈ ਬਹੁਤ ਵੱਡੀ। ਤੁਸੀਂ ਡਾਕਟਰ ਨੇ ਇਹੀ ਲਿਖਤਾ ਵੀ ਉਹਦੇ ਕੋਲ ਹੀ ਦਵਾਈ ਮਿਲ ਰਹੀ ਹੈ, ਉਹ ਬ੍ਰਾਂਡ ਦੀ ਤਕਰੀਬਨ ਹਰ ਬ੍ਰਾਂਡ ਦੀ ਦਵਾਈ ਦਾ ਰੇਟ ਸੇਮ ਹੀ ਹੈ, ਠੀਕ ਹੈ। ਜੇ 100 ਰੁਪਏ ਤਾਂ ਕਿਸੇ ਦਾ 90 ਹੋਊਗਾ, ਕਿਸੇ ਦਾ 70 ਹੋਊਗਾ। ਜਨ ਔਸ਼ਧੀ ਹੈ ਜਿਹੜੀ ਆਪਣੀ ਸਰਕਾਰੀ ਦਵਾਈਆਂ ਨੇ ਉਹ ਜ਼ਰੂਰ ਸਸਤੀਆਂ ਨੇ, ਪਰ ਜੇ ਕੋਈ ਬੰਦਾ ਕੈਮਿਸਟ ਤੋਂ ਲੈ ਰਿਹਾ, ਜੇ ਆਪਾਂ ਕਹਿ ਦਈਏ ਕਹਿੰਦੇ ਡਾਕਟਰ ਨੇ ਉਹੀ ਨਾਮ ਲਿਖਤਾ, ਹਾਂ ਡਾਕਟਰ ਕਮਿਸ਼ਨ ਜ਼ਰੂਰ ਲੈ ਰਿਹਾ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਜੇ ਕਮਿਸ਼ਨ ਨਹੀਂ ਵੀ ਲਊਗਾ, ਉਹ ਪੇਸ਼ੈਂਟ ਨੂੰ ਦਵਾਈ ਫਿਰ ਵੀ ਉਨੇ ਦੀ ਮਿਲਣੀ। ਹਾਂ, ਪਰ ਕੁਝ ਟੀਕਾ ਉਨਾ ਹੀ ਲੱਗਣਾ, ਬੰਦੇ ਨੂੰ ਟੀਕਾ ਉਹਨੂੰ ਉਨਾ ਹੀ ਲੱਗਣਾ। ਤੇ ਇਹਦਾ ਇੱਦਾਂ ਵੀ, ਇਹਦਾ ਹੱਲ ਵੀ ਇੱਦਾਂ ਹੋ ਸਕਦਾ ਵੀ ਇਹ 'ਚ ਵੀ ਆਪਾਂ ਸਵਾਲ ਕਰ ਸਕਦੇ ਹਾਂ, ਠੀਕ ਹੈ ਜੀ, ਠੀਕ ਹੈ। ਪਹਿਲਾਂ ਤਾਂ ਹਾਂ, ਮੈਂ ਇੱਕ ਛੋਟੀ ਜਿਹੀ ਰਿਕੁਐਸਟ ਲੋਕਾਂ ਨੂੰ ਕਰਨਾ ਚਾਹੁੰਦਾ ਵੀ ਜੇ ਆਪਾਂ ਹੈਲਥ ਕੇਅਰ ਸੁਧਾਰਨਾ ਚਾਹੁੰਦੇ ਆ, ਇਹ 'ਚ ਨਾ ਲੋਕਾਂ ਦਾ ਵੀ ਬਹੁਤ ਵੱਡਾ ਹੱਥ ਹੈ। ਡਾਕਟਰਾਂ ਦੀ ਤਾਂ ਗਲਤੀ ਅਸੀਂ ਮੰਨ ਰਹੇ ਹਾਂ, ਪਰ ਲੋਕਾਂ ਨੂੰ ਵੀ ਆਪਣੀ ਗਲਤੀ ਮੰਨਣੀ ਪੈਣੀ ਹੈ। ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ, ਪਿੰਡਾਂ 'ਚ ਸਿੱਖ ਕੇ ਬੈਠੇ ਨੇ। ਹੁਣ ਮੇਰੇ ਕੋਲ ਕੋਈ 4 ਦਿਨ ਸਿੱਖ ਕੇ ਕੋਈ ਲੱਗ ਜਾਵੇ ਤਾਂ ਉਹ ਡਾਕਟਰ ਨਹੀਂ ਬਣ ਸਕਦਾ ਹੈਗਾ, ਹੈ ਨਾ। ਦਵਾਈ ਦੇਣੀ ਖੰਘ ਜ਼ੁਕਾਮ ਦੀ ਦਵੇ, ਕਿਉਂਕਿ ਆਬਾਦੀ ਬਹੁਤ ਜ਼ਿਆਦਾ। ਇਹ ਸਰਕਾਰਾਂ ਇਹਨਾਂ ਨੂੰ ਕਿਉਂ ਨਹੀਂ ਬੰਦ ਕਰ ਰਹੀਆਂ? ਕਿਉਂਕਿ ਆਬਾਦੀ ਬਹੁਤ ਜ਼ਿਆਦਾ, ਡਾਕਟਰ ਬਹੁਤ ਘੱਟ ਨੇ, ਸਾਂਭਿਆ ਨਹੀਂ ਜਾ ਸਕਦਾ। ਪਰ ਜੇ ਕੋਈ ਸੀਰੀਅਸ ਹੋ ਰਿਹਾ, ਮਤਲਬ ਕਿ ਕੋਈ ਪੇਸ਼ੈਂਟ ਨੂੰ ਲੱਗ ਰਿਹਾ ਵੀ ਮੈਂ ਠੀਕ ਨਹੀਂ ਹੋ ਰਿਹਾ, ਤਾਂ ਉਹ ਉਹਦੇ ਕੋਲ ਬਾਰ-ਬਾਰ ਨਾ ਜਾਵੇ, ਫਿਰ ਮੁੜ ਕੇ ਆ ਜਾਓ, ਮੁੜ ਕੇ ਹਾਂ ਵੀ ਆਪਣੇ ਡਾਕਟਰ ਨੂੰ ਦਿਖਾਵੇ। ਸਰਕਾਰੀ ਜਿਹੜੇ PHC ਆ ਉਹ 'ਚ ਮਿਲੇ, ਉੱਥੇ ਨਹੀਂ ਮਿਲ ਰਿਹਾ ਤਾਂ ਲੋਕਲ ਨਾ ਪੈਰੀਫਰੀ 'ਚ, ਜਿੱਦਾਂ ਆਪਣੇ ਜਿਹੜੇ ਪਿੰਡਾਂ 'ਚ ਡਾਕਟਰ ਬੈਠੇ ਨੇ, ਉਹ ਇੰਨੇ ਮਹਿੰਗੇ ਨਹੀਂ ਹੈਗੇ ਜੀ, ਠੀਕ ਹੈ। ਇਹ ਆਪਾਂ ਨੂੰ ਦੇਖਣਾ ਪੈਣਾ। ਹਸਪਤਾਲਾਂ 'ਚ ਵੱਡਿਆਂ 'ਚ ਜ਼ਰੂਰ ਨੇ, ਉਹਨਾਂ ਦਾ ਖਰਚਾ ਵੀ ਹੈ, ਤੇ ਉਹਨਾਂ ਨੇ ਪੈਸੇ ਲੈਣੇ ਹੀ ਲੈਣੇ, ਆਪਾਂ ਨੂੰ ਪਤਾ ਮਹਿੰਗੇ ਨੇ। ਪੈਰੀਫਰੀ 'ਚ ਬਹੁਤ ਡਾਕਟਰ ਬੈਠੇ ਨੇ, ਭਾਵੇਂ BMS ਬੈਠੇ ਨੇ, ਕੋਈ ਮੇਰੇ ਵਰਗੇ MBBS ਵੀ ਬੈਠੇ ਨੇ, ਠੀਕ ਹੈ। ਆਪਾਂ ਉਹਨਾਂ ਨੂੰ ਦਿਖਾ ਸਕਦੇ ਹਾਂ ਜੀ। ਜੇ ਤੁਹਾਨੂੰ ਮਹਿੰਗਾ ਲੱਗਦਾ, ਉੱਥੇ ਬਹੁਤ ਡਾਕਟਰ ਨੇ, ਉਹਨਾਂ ਨੂੰ ਤੁਸੀਂ ਟੋਕ ਵੀ ਸਕਦੇ ਹੋ। ਤੁਹਾਡਾ ਟੋਕਣ ਦਾ ਕੋਈ ਮਨਾਹੀ ਨਹੀਂ ਹੈਗੀ ਤੁਹਾਨੂੰ, ਤੁਸੀਂ ਟੋਕ ਸਕਦੇ ਹੋ, ਪੁੱਛ ਸਕਦੇ ਹੋ ਡਾਕਟਰ ਸਾਹਿਬ ਕਾਹਦੇ ਪੈਸੇ, ਤੁਸੀਂ ਸਵਾਲ ਪੁੱਛ ਸਕਦੇ ਹੋ। ਉਹਦਾ ਫਰਜ਼ ਹੈ ਵੀ ਤੁਹਾਨੂੰ ਦੱਸੂਗਾ ਵੀ ਆ ਇੰਨੀ ਦਵਾਈ ਸੀਗੀ, ਤੁਹਾਨੂੰ ਇੰਨੀ ਦੀ ਲੋੜ ਆ, ਤੁਹਾਨੂੰ ਨਹੀਂ ਆਰਾਮ ਹੋ ਰਿਹਾ, ਫਿਰ ਤੁਸੀਂ ਆਪਣਾ ਉਹਦੇ ਦੱਸ ਵੀ ਸਕਦੇ ਹੋ, ਪ੍ਰਚਾਰ ਜੋ ਮਰਜ਼ੀ ਕਰੋ, ਤੁਹਾਡਾ ਮਨ ਹੈ। ਡਾਕਟਰ ਸਾਹਿਬ, ਇੱਕ ਚੀਜ਼ ਫ੍ਰੈਂਚ ਰੈਵੋਲੂਸ਼ਨ ਤੋਂ ਅੱਗੇ ਆ ਕੇ ਮੈਂ ਫਿਰ ਮੈਨੂੰ ਸੀ ਵੀ ਤੁਹਾਡਾ ਮਾੜਾ ਜਿਹਾ ਖਿੱਦੋ ਚ ਲੀਰਾਂ ਚਾਰ ਕ ਬਾਹਰ ਕੱਢੀਏ, ਤੁਹਾਡੇ ਪ੍ਰੋਫੈਸ਼ਨ ਦੇ ਹਨ। ਬਿਲਕੁਲ ਜੀ। ਫਿਰ ਆਪਾਂ ਫ੍ਰੈਂਚ ਕ੍ਰਾਂਤੀ ਤੋਂ ਥੱਲੇ ਆਉਂਦੇ ਹਾਂ, ਆਪਾਂ ਅੱਜ ਦੇ ਸਮੇਂ ਤੇ ਆਉਂਦੇ ਹਾਂ। ਆਮ ਹੀ ਨਾ ਸਾਡਾ ਇੱਕ ਵਿਹਾਰ ਆ, ਕਿਉਂਕਿ ਮਨ ਦੀ ਦਿਮਾਗ ਦੀ ਗੱਲ ਕੀਤੀ ਨਾ ਆਪਾਂ, ਸਾਡਾ ਇੱਕ ਵਿਹਾਰ ਆ ਕਿ ਪੰਚਾਇਤ 'ਚ ਬੈਠੇ ਹਾਂ। ਹਾਂਜੀ, ਪੰਚਾਇਤ ਮੈਂ ਤਾਂ ਕਿਹਾ ਕਿ ਭਾਈ ਪਿੰਡ 'ਚ ਬੈਠੇ ਹਾਂ। ਹਾਂਜੀ ਹਾਂਜੀ। ਉੱਥੇ ਕਿਸੇ ਨੇ ਗੱਲ ਕਰਤੀ, ਕਿਹਾ ਆ, ਦੂਜੇ ਬੰਦੇ ਨੂੰ ਗੱਲ ਪਸੰਦ ਨਹੀਂ ਆਈ, ਆਮ ਹੀ ਹੁੰਦਾ, ਕਰੋ ਫਿਰ ਮਰਜ਼ੀਆਂ, ਉੱਠ ਕੇ ਚੱਲ ਜਾਣਾ। ਬਿਲਕੁਲ ਜੀ, ਬਿਲਕੁਲ। ਗੱਲ ਜੇ ਚੰਗੀ ਨਾ ਲੱਗੀ ਜਾਂ ਵਿਰੋਧ 'ਚ ਗੱਲ ਹੋ ਗਈ, ਸੁਣਨੀ ਨਹੀਂ। ਹਾਂਜੀ, ਅਸੀਂ 4 ਜਣੇ ਬੈਠੇ ਹਾਂ, ਇੱਕ ਗੱਲ ਕਰਤੀ, ਦੂਸਰੇ ਨੇ ਜੇ ਉਲਟ ਵਿਚਾਰ ਦੇ ਦਿੱਤੇ, ਅਸੀਂ ਜਾਂ ਤਾਂ ਲੜ ਪੈਣਾ
ਬਿਲਕੁਲ ਜਾਂ ਉੱਠ ਕੇ ਚੱਲ ਜਾਣਾ, ਜਾਂ ਦਿਮਾਗ ਜਾਣਾ ਇਹ ਮਾੜਾ ਬੰਦਾ, ਇਹਨਾਂ ਨੇ ਬਹਿਣਾ ਮੁੜ ਕੇ। ਬਿਲਕੁਲ ਜੀ। ਇਹ ਸਾਰੀਆਂ ਚੀਜ਼ਾਂ ਤੋਂ ਜੇ ਆਪਾਂ ਪਰੇ ਹੋ ਜਾਈਏ, ਹਾਂਜੀ, ਜੇ ਦੂਸਰੇ ਦੀ ਗੱਲ ਨੂੰ ਸੁਣੀਏ, ਜੇ ਉਹਦੀ ਚੰਗੀ ਆ ਉਹਨੂੰ ਮੰਨ ਲਈਏ, ਸਾਡਾ ਕੁਝ ਘਟਦਾ। ਬਿਲਕੁਲ ਬਿਲਕੁਲ, ਸਮੱਸਿਆ ਹੱਲ ਹੋ ਸਕਦੀਆਂ, ਬਿਲਕੁਲ ਹੋ ਸਕਦੀ ਹੈ ਜੀ। ਆਪਾਂ ਨੂੰ ਨਾ ਸਾਰੀ ਗੇਮ ਹੀ ਓਪੀਨੀਅਨ ਦੀ ਆ ਜੀ। ਆਪਾਂ ਨੂੰ ਇੱਕ ਤਾਂ ਆਪਣਾ ਓਪੀਨੀਅਨ ਨਾ ਇਦਾਂ ਲੱਗਦਾ ਵੀ ਜੋ ਮੈਂ ਸੋਚ ਲਿਆ ਉਹ ਤਾਂ ਪੱਥਰ ਤੇ ਲਕੀਰ ਹੋ ਗਈ, ਵੀ ਇਹ ਤੋਂ ਉੱਪਰ ਨਹੀਂ ਕੋਈ ਸੋਚ ਸਕਦਾ, ਵੀ ਜੋ ਮੈਂ ਸੋਚੀ ਬੈਠਾ ਵੀ ਇਹ ਤੋਂ ਅਲੱਗ ਕੁਝ ਹੋ ਹੀ ਨਹੀਂ ਸਕਦਾ, ਵੀ ਸਾਹਮਣੇ ਵਾਲੇ ਨੂੰ ਕੀ ਪਤਾ ਤਾਂ ਮੂਰਖ ਹੈ ਜੀ। ਓਪੀਨੀਅਨ ਤੋਂ ਜੇ ਆਪਾਂ ਉਹ ਦੇਣ ਲੱਗ ਜਾਈਏ, ਤਵੱਜੋ ਦੇਣ ਲੱਗ ਜਾਈਏ ਦੂਜੇ ਦੇ ਓਪੀਨੀਅਨ, ਤੁਸੀਂ ਮੰਨਣੀ ਨਹੀਂ ਮੰਨਣੀ ਉਹ ਤਾਂ ਰਾਹ ਹੀ ਵੱਖਰਾ ਹੋ ਗਿਆ। ਤੁਹਾਡਾ ਵਿਚਾਰਾਂ ਦਾ ਵਖਰੇਵਾਂ ਬਿਲਕੁਲ ਹੋ ਸਕਦਾ, ਤੁਸੀਂ ਉਹਦੇ ਡਿਬੇਟ ਕਰ ਸਕਦੇ ਹੋ ਜੀ। ਜਿੱਦਾਂ ਹੁਣ ਇੱਕ ਛੋਟਾ ਜਿਹਾ ਮੁੱਦਾ ਆਪਾਂ ਪਿੱਛੇ ਚੱਕ ਲੈਂਦੇ ਆ, ਪਿੱਛੇ ਬਹੁਤ ਭਗਤ ਸਿੰਘ ਦਾ ਮੁੱਦਾ ਬਹੁਤ ਉੱਠਿਆ ਜੀ, ਕਿ ਭਗਤ ਸਿੰਘ ਮਤਲਬ ਕਿ ਬਈ ਕਈ ਕਹਿੰਦੇ ਵੀ ਅੱਤਵਾਦੀ ਸੀਗਾ, ਉਹ ਤਾਂ ਚਲੋ ਬਹੁਤ ਪਹਿਲਾਂ ਤੋਂ ਕਹਿੰਦੇ ਆਉਂਦੇ ਆ, ਹੁਣ ਕਹਿਣ ਲੱਗੇ ਵੀ ਸ਼ਹੀਦ ਤਾਂ ਸੀਗਾ ਹੀ ਨਹੀਂ ਉਹ, ਹਨਾ। ਤੇ ਹੁਣ ਐ ਆ ਵੀ ਵਿਚਾਰਾਂ ਦਾ ਵਖਰੇਵਾਂ ਭਗਤ ਸਿੰਘ ਨਾਲ ਬਿਲਕੁਲ ਹੋ ਸਕਦਾ, ਤੁਸੀਂ ਨਹੀਂ ਮੰਨਦੇ ਭਗਤ ਸਿੰਘ ਦੇ ਵਿਚਾਰਾਂ ਨੂੰ, ਕੋਈ ਵੱਡੀ ਗੱਲ ਨਹੀਂ ਹੈਗੀ, ਤੁਹਾਡਾ ਹੱਕ ਹੈ, ਇਹ ਸਾਰਿਆਂ ਦਾ ਹੱਕ ਹੈ ਆਪਣਾ ਵਿਚਾਰ ਰੱਖਣ ਦਾ, ਠੀਕ ਹੈ। ਪਰ ਬਿਨਾਂ ਪੜ੍ਹੇ ਬਿਨਾਂ ਸੋਚੇ ਦੂਜੇ ਦੇ ਵਿਚਾਰ ਨੂੰ ਠੁਕਰਾ ਦੇਣਾ, ਇਹ ਮੂਰਖਤਾ ਚ ਆ ਗਈ, ਠੀਕ ਹੈ। ਮੰਨ ਕੇ ਤੁਹਾਡਾ ਵਿਚਾਰਾਂ ਦਾ ਵਖਰੇਵਾਂ, ਤੁਸੀਂ ਆਪਣਾ ਵਿਚਾਰ ਰੱਖ ਦਿਓ ਵੀ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ, ਉਹ ਚ ਲੜਨ ਦੀ ਲੋੜ ਨਹੀਂ ਹੈਗੀ, ਇਹ ਆਰਾਮ ਨਾਲ ਠੰਡੇ ਦਿਮਾਗ ਨਾਲ ਗੱਲ ਕੀਤੀ ਜਾ ਸਕਦੀ ਹੈ ਵੀ ਤੁਸੀਂ ਵੀ ਤੁਸੀਂ ਵਿਚਾਰ ਰੱਖੇ ਨੇ, ਮੇਰੇ ਵਿਚਾਰ ਨੇ, ਆਪਣੇ ਨਹੀਂ ਮਿਲਦੇ, ਪਰ ਆਪਾਂ ਦੋਨਾਂ ਨੂੰ ਵਿਚਾਰ ਰੱਖਣ ਦੀ ਆਜ਼ਾਦੀ ਹੈ, ਠੀਕ ਹੈ। ਜੇ ਇੱਕ ਦੂਜੇ ਦੇ ਵਿਚਾਰਾਂ ਦੀ ਓਪੀਨੀਅਨ ਦੀ ਰਿਸਪੈਕਟ ਕਰਨ ਲੱਗ ਜਾਗੇ, ਸਾਰਾ ਕਲੇਸ਼ ਹੀ ਮੁੱਕ ਜਾਏਗਾ। ਨਹੀਂ ਬਿਲਕੁਲ, ਜੇ ਹੁਣ ਸ਼ਹੀਦ ਭਗਤ ਸਿੰਘ ਹੋਰੀ ਨੇ ਜੋ ਉਹਨਾਂ ਨੇ ਕੀਤਾ, ਜਿੱਡੀ ਕੁਰਬਾਨੀ ਹੈ, ਜਿਹੜੇ ਉਹਨਾਂ ਦੇ ਵਿਚਾਰ ਨੇ, ਉਹਨਾਂ ਨੂੰ ਇੱਕ ਬੰਦੇ ਦੇ ਬੋਲ ਕੇ ਤੇ ਝੁਠਲਾ ਦੇਣਗੇ। ਤੁਸੀਂ ਇਹ ਸੋਚੋ ਵੀ ਆਪਣਾ ਜਿਹੜਾ ਆਪਾਂ ਗੱਲ ਕਰਦੇ ਸੀਗੇ ਵੀ ਇਮੋਸ਼ਨਲ ਮੈਚਿਓਰਿਟੀ, ਇਮੈਚਿਓਰਿਟੀ ਦੀ ਗੱਲ ਕਰਦੇ ਸੀਗੇ, ਇਹ ਲੋਕਾਂ ਦੀ ਗਲਤੀ ਨਹੀਂ ਆਪਾਂ ਕਹਿ ਸਕਦੇ, ਪਰ ਤੁਸੀਂ ਦੇਖੋ ਇੰਨਾ ਫਰਕ ਹੈ ਵੀ ਇੱਕ ਬੰਦੇ ਦੇ ਥੋੜਾ ਜਿਹਾ ਕਹਿਣ ਨਾਲ ਮਤਲਬ ਕਿ ਉਹਦੇ ਬਾਰੇ ਸੋਚਿਆ ਵੀ ਨਹੀਂ। ਇੱਕ ਤਾਂ ਹੁੰਦਾ ਨਾ ਪੜ੍ਹੀਏ, ਭਗਤ ਸਿੰਘ ਨੂੰ ਜੇ ਬੰਦਾ ਪੜ੍ਹਨ ਨਹੀਂ ਲੱਗ ਜਾਵੇ ਨਾ, ਘੱਟੋ ਘੱਟ ਉਹਨੂੰ 2-3 ਮਹੀਨੇ ਚਾਹੀਦੇ ਆ ਭਗਤ ਸਿੰਘ ਨੂੰ ਸਮਝਣ ਲਈ। ਭਗਤ ਸਿੰਘ ਬਾਰੇ ਉਹੀ 2-3 ਗੱਲਾਂ ਘੁੰਮ ਫਿਰ ਕੇ ਜਿਹੜੀਆਂ ਫਿਲਮਾਂ 'ਚ ਦੇਖ ਲਈਆਂ ਵੀ ਬੰਬ ਸਿੱਟਤਾ, ਸਾਂਡਰਸ ਮਾਰਤਾ, ਬਸ ਇੱਥੇ ਤੱਕ ਹੀ ਕਹਾਣੀ ਹੈ। ਉਹਦਾ ਇੰਟੈਲੈਕਟ ਲੈਵਲ ਕਿੱਥੇ ਸੀਗਾ, ਲੋਕਾਂ ਬਾਰੇ ਸੋਚਦਾ ਕੀ ਸੀ, ਸੋਚਦਾ ਸੀ, ਉਹਦੀ ਵਿਚਾਰਧਾਰਾ ਕਿੱਡੀ ਬੜੀ ਸੀਗੀ, ਕਿੰਨੀਆਂ ਉਹਨੂੰ ਆਉਂਦੀਆਂ ਸੀਗੀਆਂ, ਕਿੰਨਾ ਪੜ੍ਹਦਾ ਸੀਗਾ, ਕਿ 23 ਸਾਲ ਦਾ ਮੁੰਡਾ, ਉਹ ਪੜ੍ਹੋਗੇ ਤਾਂ ਤੁਹਾਨੂੰ ਉਹਦੇ ਵਿਚਾਰਾਂ ਬਾਰੇ ਪਤਾ ਲੱਗ ਜਾਊ। ਉਹ ਤੋਂ ਬਾਅਦ ਵੀ ਤੁਸੀਂ ਨਹੀਂ ਹੋ ਰਹੇ, ਤੁਸੀਂ ਕਹਿ ਦਿਓ ਵੀ ਮੈਂ ਭਗਤ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈਗਾ। ਕਦੇ ਕਦੇ ਤਾਂ ਐਂ ਵੀ ਲੱਗਦਾ ਹੁੰਦਾ ਕਿ ਜੇ ਉਹਨਾਂ ਦੇ ਵਿਚਾਰ ਪੜ੍ਹ ਲਈਏ, ਫਿਰ ਇੱਕ ਅੱਧੇ ਬੰਦੇ ਦੀ ਗੱਲ ਦਾ ਜਵਾਬ ਦੇਣ ਦੀ ਲੋੜ ਹੀ ਨਹੀਂ ਦੇਣ ਦੀ ਲੋੜ ਹੈਗੀ, ਕਾਦੀ ਐਡਾ, ਬਿਲਕੁਲ ਕਾਦਾ ਐਡਾ। ਹਾਂ, ਤੇ ਵਿਚਾਰਾਂ ਦਾ ਮੇਨ ਗੱਲ ਇਹ ਹੈ ਵੀ ਓਪੀਨੀਅਨ ਜਦੋਂ ਤੱਕ ਆਪਾਂ ਮੰਗਿਆ ਨਾ ਜਾਵੇ, ਪਹਿਲੀ ਗੱਲ ਤਾਂ ਆਪਾਂ ਦਈਏ ਨਾ ਜੀ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ ਲੋਕ ਸਮਝਣ, ਬੰਦੇ ਨੂੰ ਹੌਲਾ ਸਮਝਣ ਲੱਗ ਜਾਂਦੇ ਨੇ, ਉਹਨਾਂ ਨੂੰ ਲੱਗਦਾ ਵੀ ਇਹ ਵਿਹਲਾ ਹੀ ਤੁਰਿਆ ਫਿਰਦਾ ਜੀ। ਪਰ ਜੇ ਕੋਈ ਸਾਹਮਣੇ ਵਾਲਾ ਓਪੀਨੀਅਨ ਦੇ ਰਿਹਾ, ਉਹ ਤੋਂ ਤੁਸੀਂ ਡਿਬੇਟ ਕਰ ਸਕਦੇ ਹੋ, ਉਹਦਾ ਸਿਰ ਨਾ ਪਾੜੋ, ਉਹਨੂੰ ਐਂ ਨਾ ਕਹੋ ਵੀ ਤੇਰਾ ਓਪੀਨੀਅਨ ਨਹੀਂ ਮੇਰਾ ਹੀ ਠੀਕ ਹੈ। ਜਦ ਤੱਕ ਐਂ ਕਹੀ ਜਾਓਗੇ ਵੀ ਮੈਂ ਹੀ ਠੀਕ ਹਾਂ, ਉਦੋਂ ਤੱਕ ਠੀਕ ਨਹੀਂ ਹੋ ਸਕਦਾ। ਘਰਾਂ ਦੀਆਂ ਲੜਾਈਆਂ ਵੀ ਅੱਧੀਆਂ ਘਟ ਜਾਣਗੀਆਂ, ਟੋਟਲੀ ਘਟ ਸਕਦੀਆਂ ਨੇ ਜੀ, ਅੱਧੀਆਂ ਨਹੀਂ ਪੂਰੀਆਂ, ਕਿਉਂਕਿ ਈਗੋ ਹੈ ਨਾ ਜਿਹੜੀ, ਮਤਲਬ ਕਿ ਈਗੋ ਬਹੁਤ ਛੋਟੀ ਜਿਹੀ ਚੀਜ਼ ਹੈ, ਬਹੁਤ ਛੇਤੀ ਹਰਟ ਹੋ ਜਾਂਦੀ ਸਾਡੀ ਈਗੋ। ਸਾਨੂੰ ਕਿਸੇ ਨੇ 2 ਬੋਲ ਬੋਲਤੇ ਅਸੀਂ ਸਹਿਣ ਨਹੀਂ ਕਰ ਸਕਦੇ, ਅਸੀਂ ਕਹਿੰਦੇ ਵੀ ਉਹਨੇ ਮੈਨੂੰ ਇੱਕ ਗਾਲ ਕੱਢੀ, ਮੈਂ 10 ਕੱਢ ਕੇ ਦਿਖਾਊਂਗਾ ਉਹਨੂੰ, ਠੀਕ ਹੈ। ਤੇ ਇਹੀ ਮੇਨ ਜਿਹੜਾ ਆਪਣਾ ਇਮੋਸ਼ਨਸ ਨੂੰ ਕੰਟਰੋਲ ਕਰਨ ਦੀ ਕਹਾਣੀ ਹੈ, ਵੀ ਮੈਂ ਕਿਸੇ ਦੇ ਕਰਕੇ ਆਪਣਾ ਜੇ ਆਪਾਂ ਖੋ ਰਹੇ ਹਾਂ ਤਾਂ ਮੈਂ ਆਪਣੇ ਕੰਟਰੋਲ 'ਚ ਨਹੀਂ ਹੈਗਾ, ਮੈਂ ਉਹਦੇ ਕੰਟਰੋਲ 'ਚ ਹਾਂ। ਜੇ ਹੁਣ ਮੈਨੂੰ ਦੁਬਾਰਾ ਸਮਝਾਓ, ਜਿੱਦਾਂ ਹੁਣ ਮੈਨੂੰ ਕਿਸੇ ਨੇ ਗਾਲ ਕੱਢਤੀ, ਮੈਂ ਤੁਹਾਨੂੰ ਮਾੜਾ ਚੰਗਾ ਕਿਹਾ ਤਾਂ ਮੈਂ ਉਸੇ ਟਾਈਮ ਗੁੱਸਾ ਹੋ ਗਿਆ, ਤਾਂ ਮੈਂ ਆਪਣੇ ਕੰਟਰੋਲ 'ਚ ਹੈ ਹੀ ਨਹੀਂ। ਇਹਦਾ ਮਤਲਬ ਵੀ ਤੁਹਾਡਾ ਆਪਣੇ ਆਪ ਤੇ ਵੀ ਫਿਰ ਕੰਟਰੋਲ, ਆਪਣੇ ਆਪ ਤੇ ਕੰਟਰੋਲ ਨਹੀਂ, ਮੈਂ ਤੁਹਾਡੇ ਕੰਟਰੋਲ 'ਚ, ਮੈਂ ਸਾਹਮਣੇ ਵਾਲੇ ਦੇ ਕੰਟਰੋਲ 'ਚ। ਜਿੱਦਾਂ ਮੈਨੂੰ ਚਲਾਉਣਾ ਚਾਹੁੰਦਾ ਮੈਂ ਉਦਾਂ ਚੱਲ ਰਿਹਾ, ਉਹ ਚਾਹੁੰਦਾ ਸੀ ਕਿ ਮੈਂ ਗੁੱਸੇ ਹੋਵਾਂ, ਤੇ ਮੈਂ ਇਹ ਬਹੁਤ ਵੱਡੀ ਘਾਟ ਆ, ਬਹੁਤ ਵੱਡੀ ਘਾਟ ਹੈ। ਜੇ ਹੁਣ ਤੁਸੀਂ ਦੇਖੋ, ਤੁਸੀਂ ਮੈਨੂੰ ਗਾਲ ਕੱਢੀ, ਮੈਂ ਅੱਗੋਂ ਦਾ ਜਵਾਬ ਨਾ ਦੇਵਾਂ, ਮੈਂ ਕਹਿੰਦਾ ਵੀ ਠੀਕ ਹੈ ਜੀ। ਜਿਹੜਾ ਸਾਹਮਣੇ ਵਾਲੇ ਨੇ ਤਪਣਾ ਉਹ ਆਪਾਂ ਸੋਚ ਵੀ ਨਹੀਂ ਸਕਦੇ, ਕਿਉਂਕਿ ਬੰਦਾ ਜੋ ਆਪਣਾ ਸੋਚ ਕੇ ਆਉਂਦਾ, ਜੋ ਮਤਲਬ ਕਿ ਐਕਸਪੈਕਟ ਕਰਕੇ ਆ ਰਿਹਾ ਵੀ ਮੈਂ ਉਹਨੂੰ ਗਾਲ ਕੱਢੂੰਗਾ, ਅੱਗੋਂ ਏਦਾਂ ਕਰੇਗਾ, ਉਹ ਤਾਂ ਉਲਟ ਹੋ ਜਾਊਗਾ ਨਾ, ਉਹ ਬੰਦੇ ਨੇ ਵੈਸੇ ਹੀ ਬੈਠ ਜਾਣਾ। ਨਹੀਂ ਮੇਰੀ ਗੱਲ ਸੁਣੋ ਡਾਕਟਰ ਸਾਹਿਬ, ਆਹ ਕੀ ਗੱਲ ਹੋਈ? ਕੋਈ ਬੰਦਾ ਸਾਨੂੰ ਤੁਰੇ ਜਾਂਦੇ ਕਹਿ ਦੇਵੇ ਤੂੰ ਕੱਖ ਦਾ ਨਹੀਂ, ਤਾਂ ਅਸੀਂ ਚੁੱਪ ਕਰਕੇ ਲੰਘ ਜਾਈਏ। ਹਾਂਜੀ, ਕੋਈ ਬੰਦਾ ਸਾਡੇ ਨੂੰ ਮੁੱਛ ਨੂੰ ਮਰੋੜਾ ਦੇ, ਅਸੀਂ ਚੁੱਪ ਕਰਕੇ ਲੰਘ ਜਾਈਏ, ਸਾਡੀ ਰਹਿੰਦੀ ਨਹੀਂ ਫਿਰ। ਜੇ ਆਪਾਂ ਇਹ ਸੋਚ ਲੈਂਦੇ ਤੇ ਅੱਜ ਕਿਤੇ ਤੋਂ ਕਿਤੇ ਪਹੁੰਚ ਚੁੱਕੇ ਹੁੰਦੇ, ਠੀਕ ਹੈ। ਮਤਲਬ ਕਿ ਜੇ ਇੰਨੀ ਕੁ ਗੱਲ ਆਪਾਂ ਸੋਚ ਚੁੱਕੇ ਹੁੰਦੇ, ਇਹ ਨਹੀਂ ਕਹਿ ਰਿਹਾ ਵੀ ਮੈਂ ਉਰੇ ਬੈਠਾ ਗੱਲਾਂ, ਇਹ ਨਾ ਕਹਿਣਾ ਬਹੁਤ ਸੌਖਾ, ਮਤਲਬ ਕਿ ਮੈਂ ਉਰੇ ਬੈਠਾ ਕਹਿ ਰਿਹਾ, ਗੱਲ ਕਹਿਣੀ ਬਹੁਤ ਸੌਖੀ ਹੈ, ਬਹੁਤ ਈਜ਼ੀ ਹੈ, ਮੂੰਹ ਤੋਂ ਕੱਢਣਾ ਬਹੁਤ ਸੌਖਾ ਵੀ ਏਦਾਂ ਕਰ ਲਓ, ਠੀਕ ਹੈ। ਅਪਲਾਈ ਹੋ ਸਕਦਾ ਮੈਂ ਵੀ ਹਲੇ ਪੂਰਾ ਨਾ ਕੀਤਾ ਹੋਵੇ, ਮੈਂ ਵੀ ਕੋਸ਼ਿਸ਼ ਕਰ ਰਿਹਾ ਹੋਵਾਂ, ਪਰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨ ਦੀ। ਇਮੋਸ਼ਨਸ ਨੂੰ ਕੰਟਰੋਲ ਕਰਨਾ ਇੰਨਾ ਕੁ ਜ਼ਰੂਰੀ ਹੈ ਵੀ ਇਮੋਸ਼ਨ 1-2 ਸਕਿੰਟ ਦੀ ਕਹਾਣੀ ਹੁੰਦੀ ਹੈ, ਜਿਹਨੇ 1-2 ਆਪਾਂ ਕਹਿੰਦੇ ਨੇ ਵੀ ਗੁੱਸਾ ਪੀ ਲਿਆ, ਜਿੱਦਾਂ ਬਹੁਤ ਮਰਡਰ ਹੁੰਦੇ ਨੇ, ਜਾਂ ਉਹ 1-2 ਸਕਿੰਟ ਵਾਲੀ ਉਹ ਗੱਲ, ਬਾਅਦ ਤਾਂ ਬੰਦਾ ਸਾਰੀ ਜ਼ਿੰਦਗੀ ਪਛਤਾਉਂਦਾ ਹੀ ਹੈ। ਕਹਿ ਦੂਜੇ ਦਾ ਹੱਥ ਘੁੱਟ ਲਈਦਾ, ਚੁੱਪ ਕਰ ਯਾਰ, ਬਸ ਉਹਦੇ ਨਾਲ ਮਤਲਬ ਕਿ ਕਹਿੰਦੇ ਨੇ ਇੱਕ ਚੁੱਪ 100 ਸੁੱਖ, ਆਪਣੇ ਬਜ਼ੁਰਗ ਕਹਿੰਦੇ ਹੁੰਦੇ ਨੇ, ਕਿਉਂਕਿ ਲੜਾਈ ਸਿਰਫ 10, ਭਾਵੇਂ ਘਰ ਦੀ ਲੜਾਈ ਆਪਾਂ ਲੈ ਲਈਏ, ਉਹ 10 ਮਿੰਟ ਦੀ ਉਹ ਗੇਮ ਹੁੰਦੀ ਹੈ ਸਾਰੀ। ਜਿੱਦਾਂ ਇੱਕ ਬੰਦਾ ਬੋਲ ਰਿਹਾ, ਜੇ ਦੂਜੇ ਨੇ ਇੱਕ ਵਾਰ ਚੁੱਪ ਹੋ ਗਿਆ 10 ਮਿੰਟ, ਉਹਨੇ ਆਪਣੇ ਆਪ ਠੰਡਾ ਹੋ ਜਾਣਾ, ਫਿਰ ਬਹਿ ਕੇ ਵਿਚਾਰ ਨਾਲ ਗੱਲ ਹੋ ਸਕਦੀ ਹੈ, ਫਿਰ ਉਹ ਗੱਲ ਤੇ ਵਿਚਾਰਿਆ ਜਾ ਸਕਦਾ। ਪਰ ਹੁਣ ਸਾਹਮਣੇ ਵਾਲਾ ਵੀ ਚੀਕ ਰਿਹਾ, ਤੁਸੀਂ ਵੀ ਚੀਕਣ ਲੱਗ ਗਏ, ਵਿਚਾਰ ਤਾਂ ਹੋਣਾ ਹੀ ਨਹੀਂ, ਫਿਰ ਪੰਚਾਇਤ ਹੀ ਹੋਣੀ ਹੈ। ਡਾਕਟਰ ਸਾਹਿਬ, ਆਖਰੀ 1 ਮਿੰਟ ਰਹਿ ਗਿਆ ਆਪਣੇ ਕੋਲੇ, ਮੈਂ ਸਮਾਂ ਦੇਖਦਾ ਸੀ, 1.5 ਮਿੰਟ ਹੈਗਾ। ਹਾਂਜੀ,
ਕੁੱਲ ਮਿਲਾ ਕੇ ਹੁਣ ਆਪਾਂ ਜਾਣੀ ਕਿੱਥੇ ਕੁ ਖਲੋਈਏ ਭਾਈ, ਕੀ ਕਰ ਲਈਏ ਗਾਂ ਜੇ ਨਸੂਤ ਆਪਾਂ ਸਭ ਨਾਲੋਂ ਪਹਿਲਾਂ ਤਾਂ ਜੇ ਆਪਾਂ ਧਰਮ ਨਾਲ ਜੁੜਨਾ ਚਾਹੁੰਦੇ ਹਾਂ ਤਾਂ ਧਰਮ ਨੂੰ ਆਪ ਪੜ੍ਹੀਏ। ਠੀਕ ਹੈ। ਕਿਸੇ ਦੇ ਕਹਿਆਂ ਧਰਮ ਨੂੰ ਨਾ ਮੰਨੀਏ। ਠੀਕ ਹੈ। ਧਰਮ ਨੂੰ ਆਪਣੀ ਨਿਗਾਹ ਨਾਲ ਦੇਖੀਏ, ਕਿਸੇ ਦੂਜੇ ਦੀ ਨਿਗਾਹ ਨਾਲ ਦੇਖਣ ਦੀ ਲੋੜ ਨਹੀਂ। ਸਾਨੂੰ ਲਿਖਤਾਂ ਕਹਿੰਦੀਆਂ ਕੀ ਕਹਿੰਦੀਆਂ ਕੀ ਨੇ? ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹਨਾ ਹੈ, ਉਹਨੂੰ ਪਾਠ ਕਰੋ, ਮਨਾਹੀ ਕੋਈ ਨਹੀਂ ਹੈਗੀ। ਗੱਲ ਲੋਕ ਆਹ ਜੋੜ ਲੈਂਦੇ ਨੇ ਵੀ ਪਾਠ ਕਰਨ ਤੋਂ ਮਨਾ ਕਰਦੇ ਨੇ, ਇੱਦਾਂ ਕਰਦੇ ਨੇ, ਬਹੁਤ ਇਹ ਬਹਿਸ ਚੱਲਦੀ ਹੈ। ਪਾਠ ਕਰਨ ਦਾ ਮੇਨ ਤੱਤ ਹੀ ਇਹ ਹੈ ਵੀ ਤੁਸੀਂ ਜਦ ਰੋਜ਼ ਇੱਕੇ ਚੀਜ਼ ਨੂੰ ਬਾਰ-ਬਾਰ ਪੜ੍ਹੋਗੇ ਨਾ, ਤੁਹਾਡੇ ਕਦੇ ਮਨ 'ਚ ਨਹੀਂ, ਤੁਹਾਡੇ ਜਾਗ ਆਊਗੀ ਵੀ ਇਹਨੂੰ ਸਮਝਾਂ ਵੀ ਆਖਰ ਮੈਂ। ਪਰ ਹੁਣ ਅੱਖਾਂ ਬੰਦ ਕਰਕੇ ਆਪਾਂ ਕਿਸੇ ਦੇ ਕਹੇ ਤੇ ਕਰੀ ਜਾਈਏ। ਤੁਸੀਂ ਪਾਠ ਕਰੋ, ਪਰ ਆਪਣੇ ਹਰੇਕ ਚੀਜ਼ ਜਿਹੜਾ ਵੀ ਨਜ਼ਰੀਆ ਆਪਣਾ ਬਣਾਓ, ਦੂਜੇ ਦੇ ਨਜ਼ਰੀਏ ਤੇ ਚੱਲਣਾ ਬੰਦ ਕਰੋ। ਠੀਕ ਹੈ। ਸਾਹਮਣੇ ਵਾਲਾ ਕੀ ਕਹਿ ਰਿਹਾ ਉਹਦੀ ਗੱਲ ਸੁਣ ਲਓ। ਵਿਚਾਰ ਬਹੁਤ ਚੰਗੇ ਹੁੰਦੇ ਨੇ, ਵਿਚਾਰ ਸੁਣਨੇ ਬਹੁਤ ਚੰਗੇ ਨੇ, ਪਰ ਕਹਿੰਦੇ ਆ ਵੀ ਸੁਣੋ ਸਭ ਦੀ, ਕਰੋ ਮਨ ਦੀ। ਪਰ ਆਪਾਂ ਸੁਣਦੇ ਵੀ ਸਭ ਦੀਆਂ, ਕਰਦੇ ਵੀ ਉਹਨਾਂ ਦੇ ਮਨ ਦੀ, ਆਪਣੇ ਮਨ ਦੀ ਨਹੀਂ ਕਰਦੇ ਹੈਗੇ। ਆਪਾਂ ਨੂੰ ਆਪਣੀਆਂ ਅੱਖਾਂ ਖੋਲ ਕੇ ਪਹਿਲਾਂ ਆਪਣੇ ਆਪ ਨੂੰ ਸਵਾਲ ਪੁੱਛਣੇ ਪੈਣੇ ਨੇ। ਫਿਰ ਜਿਹੜੇ ਸਾਡੇ ਹੁਕਮਰਾਨ ਨੇ, ਤੁਸੀਂ ਇਹ ਦੇਖੋ ਅੱਜ ਤੱਕ ਅਸੀਂ ਇਹੀ ਕਹਿੰਦੇ ਆ ਸਰਕਾਰ, ਰਾਜ, ਡੈਮੋਕ੍ਰੇਸੀ ਆ ਤਾਂ ਗਈ ਹੈ, ਪਰ ਇਹ ਅੱਜ ਪੰਜਾਬ ਤੇ ਆਹ ਪਾਰਟੀ ਰਾਜ ਕਰ ਰਹੀ ਹੈ, ਅੱਜ ਇੰਡੀਆ ਤੇ ਆਹ ਪਾਰਟੀ ਦਾ ਰਾਜ ਹੈ, ਇਹ ਉੱਪਰ ਹੁਕੂਮਤ 'ਚ ਬੈਠੇ ਨੇ। ਲੋਕਾਂ ਦੇ ਰਾਜ ਦੀ ਤਾਂ ਗੱਲ ਹੋ ਹੀ ਨਹੀਂ ਰਹੀ ਹੈਗੀ। ਤੇ ਆਪਾਂ ਅੱਜ ਵੀ ਡਰਦੇ ਵੀ ਅਸੀਂ ਉਹਨਾਂ ਨੂੰ ਸਵਾਲ ਕਿੱਦਾਂ ਕਰ ਲਈ ਵੀ ਉਹ ਬਹੁਤ ਵੱਡੇ ਬੰਦੇ ਨੇ, ਉਹਨਾਂ ਨੇ ਆਪਣਾ ਅਹੁਦਾ ਐਡਾ ਵੱਡਾ ਕਰ ਲਿਆ, ਇੰਨਾ ਡਰ ਪਾ ਦਿੱਤਾ ਗਿਆ ਸਾਡੇ ਮਨਾਂ 'ਚ ਵੀ ਅਸੀਂ ਉਹਨਾਂ ਨੂੰ ਸਵਾਲ ਕਰਦੇ ਡਰਦੇ ਹਾਂ ਵੀ ਸਾਡੇ ਤੇ ਪਰਚਾ ਹੋ ਜੂ ਜਾਂ ਕਿੱਦਾਂ, ਕੁਛ ਵੀ ਕਰਦੇ ਵੀ ਆਏ ਆ। ਪਰ ਤੁਸੀਂ ਦੇਖੋ ਵੀ ਜੇ 130 ਕਰੋੜ ਆਪਾਂ ਇੰਡੀਆ ਦੀ ਗੱਲ ਕਰਦੇ ਨੇ, ਨੇਤਾ ਕਿੰਨੇ ਹੋਣਗੇ? ਮੁੱਠੀ ਭਰ, ਲੱਖਾਂ 'ਚ ਹੋਣਗੇ। ਜੇ ਆਪਾਂ ਸਾਰੇ ਪੰਚਾਇਤ ਮੈਂਬਰ ਸਾਰੇ ਮਿਲਾ ਕੇ ਕਰ ਵੀ ਲਏ, ਜਿੰਨੇ ਮੰਤਰੀ ਸਾਰੇ ਹੋਣਗੇ, 1-2 ਲੱਖ ਬੰਦਾ ਹੋਊਗਾ। 130 ਕਰੋੜ ਆਬਾਦੀ, ਜੇ 130 ਕਰੋੜ ਬੰਦਾ ਸਵਾਲ ਪੁੱਛਣ ਲੱਗ ਜੂਗਾ ਨਾ, ਤਾਂ ਆਪਣੇ ਆਪ ਅਕਲ ਟਿਕਾਣੇ ਆ ਜਾਣੇ, ਆਪਣੇ ਆਪ ਸੂਤ ਆ ਜਾਣਾ। ਹਾਂ, ਜੇ ਆਪਾਂ ਅਸਲ 'ਚ ਨਾ, ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਵੀ ਆਪਣੇ ਤਾਏ ਦੇ ਕਹੇ ਤੇ ਵੋਟ ਪਾਤੀ, ਏਦਾਂ ਪਾਤੀ, ਜਦ ਤੱਕ ਆਪਾਂ ਬੰਦੇ ਦੇਖ ਕੇ ਵੋਟ ਨਹੀਂ ਪਾਉਂਗੇ, ਪਾਰਟੀ ਦੇਖ ਕੇ ਵੋਟ ਪਾਵਾਂਗੇ, ਉਹਨਾਂ ਤੋਂ ਜਿਹੇ ਮਰਜ਼ੀ ਬੰਦੇ ਖੜਾਈ ਜਾਣੇ ਨੇ। ਤੁਸੀਂ ਚੰਗੇ ਬੰਦੇ ਨੂੰ ਵੋਟ ਪਾਉਣ ਲੱਗ ਜਾਓ, ਆਪਣੇ ਆਪ ਚੰਗੇ ਬੰਦੇ ਖੜਾਉਣਗੇ। ਨਹੀਂ ਹੁੰਦਾ ਜੀ, ਕਈ ਹਲਕੇ ਏਦਾਂ ਦੇ ਆ ਜੀ, ਉਹ ਕਹਿੰਦੇ ਜੀ ਇੱਥੋਂ ਜਿਹਨੂੰ ਮਰਜ਼ੀ ਟਿੱਡ ਦੇ ਜਿੱਤ ਜਾਣ। ਹਾਂ, ਏਦਾਂ ਹੀ ਹੈ। ਮਤਲਬ ਕਿ ਅੱਜ ਤੱਕ ਕਿੰਨਾ ਹੁੰਦਾ ਰਿਹਾ ਪਹਿਲਾਂ, ਜਦੋਂ ਤੱਕ ਵੀ ਅੱਜ ਤੱਕ ਸਿਰਫ ਕਈ ਚੋਣ ਨਿਸ਼ਾਨਾਂ ਨੂੰ ਇਹ ਵੋਟ ਪਈ ਗਈ। ਪਾਰਟੀ ਦਾ ਬਹੁਤ ਦੂਰ ਦੀ ਗੱਲ ਹੈ ਵੀ ਚੋਣ ਨਿਸ਼ਾਨ ਤੇ ਹੀ ਵੋਟ ਪਈ ਗਈ। ਅਸੀਂ ਬੰਦਾ ਜਿਹੜਾ ਮਰਜ਼ੀ ਹੋਵੇ ਅਸੀਂ ਨਹੀਂ ਸੋਚ ਰਹੇ। ਇਹ ਸਾਨੂੰ ਅੱਖਾਂ ਖੋਲਣੀਆਂ ਪੈਣੀਆਂ। ਡਾਕਟਰ ਸਾਹਿਬ ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ, ਤੇ ਭਵਿੱਖ 'ਚ ਫੇਰ ਮਿਲਾਂਗੇ। ਬਿਲਕੁਲ, ਬਹੁਤ ਧੰਨਵਾਦ, ਮਿਹਰਬਾਨੀ ਜੀ। ਸੋ ਡਾਕਟਰ ਸਤਨਾਮ ਸਿੰਘ ਹੁੰਦਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਉਹ ਆਪਾਂ ਕੀਤੀ, 3-4 ਹਿੱਸਿਆਂ 'ਚ ਵੰਡਿਆ ਸੀ ਗੱਲਬਾਤ ਨੂੰ। ਤੁਹਾਨੂੰ ਗੱਲਬਾਤ ਕਿੱਦਾਂ ਦੀ ਲੱਗੀ? ਪਹਿਲੀ ਗੱਲ ਕਿ ਭਾਈ ਖਾਣਾ ਕੀ ਹੈ, ਕੀ ਨਹੀਂ ਖਾਣਾ, ਐਕਸਰਸਾਈਜ਼ ਕਿੰਨੀ ਜ਼ਰੂਰੀ, ਸਾਡੇ ਤੁਹਾਡੇ ਲਈ ਤਾਂ ਇਹੀ ਗੱਲਾਂ। ਬਾਕੀ ਤਾਂ ਗੱਲਾਂ ਹੀ ਉਹਨਾਂ ਨੇ ਬੜੀਆਂ ਉੱਚੀਆਂ ਕੀਤੀਆਂ ਫਰੈਂਚ ਰੈਵੋਲਿਊਸ਼ਨ ਤੋਂ ਲੈ ਕੇ ਹੁਣ ਤੱਕ। ਪਰ ਇਹ ਆਪਣੇ ਆਪ 'ਚ ਸਾਡੇ ਤੁਹਾਡੇ ਸਾਰਿਆਂ ਲਈ ਸਵਾਲ ਹੈ ਕਿ ਅਸੀਂ ਛੇਤੀ ਕਿਉਂ ਲੜ ਪੈਂਦੇ ਹਾਂ। ਕੋਈ ਬੰਦਾ ਸਾਨੂੰ ਜੇ ਮਾੜਾ ਜਿਹਾ ਤੱਤਾ ਕਰਨ ਦੀ ਕੋਸ਼ਿਸ਼ ਕਰਦਾ, ਅਸੀਂ ਤਾਂ ਫਿਰ ਭੂਕਾ ਹੀ ਬਣ ਜਾਂਦੇ ਹਾਂ। ਉਹ ਸਾਨੂੰ ਨੁਕਸਾਨ ਦਿੰਦੀ ਹੈ ਗੱਲ, ਅਸੀਂ ਦੂਜੇ ਦੀ ਗੱਲ ਹੀ ਨਹੀਂ ਸੁਣਦੇ। ਕੀ ਸੱਚੀ ਮੁੱਚੀ ਅਸੀਂ ਅਜੇ ਮੈਚਿਓਰ ਨਹੀਂ ਹੋਏ, ਜਾਂ ਅਸੀਂ ਅਜੇ ਮੈਚਿਓਰ ਹੋਣਾ ਹੈ? ਪਰ ਜੇ ਮੈਚਿਓਰ ਨਹੀਂ ਹੋਏ, ਜੇ ਹੋਣਾ ਤਾਂ ਕੀ ਅਸੀਂ ਹੋਣ ਦੀ ਕੋਸ਼ਿਸ਼ ਕਰਦੇ ਹਾਂ? ਦੂਸਰੀ ਗੱਲ ਕਿ ਕੋਈ ਵੀ ਬੰਦਾ, ਕੋਈ ਪੱਤਰਕਾਰ, ਮੈਂ ਤਾਂ ਪੱਤਰਕਾਰ ਵਿੱਚ ਰਿਹਾ, ਕੋਈ ਪੱਤਰਕਾਰ ਹੋਵੇ, ਕੋਈ ਧਾਰਮਿਕ ਆਗੂ ਹੋਵੇ, ਕੋਈ ਸਿਆਸੀ ਆਗੂ ਹੋਵੇ, ਕੋਈ ਸਮਾਜਿਕ ਆਗੂ ਹੋਵੇ, ਕੋਈ ਬੰਦਾ ਹੋਵੇ, ਉਹ ਕੋਈ ਗੱਲ ਕਹਿੰਦਾ ਤੇ ਅਸੀਂ ਬਿਨਾਂ ਪੁਣਛਾਣ ਤੋਂ ਕਿਤੇ ਮੰਨ ਤਾਂ ਨਹੀਂ ਲੈਂਦੇ, ਅਸੀਂ ਉਹਦੇ ਕਿਤੇ ਪਿੱਛੇ ਤਾਂ ਨਹੀਂ ਲੱਗ ਜਾਂਦੇ। ਚੰਗੇ ਬੰਦੇ ਦੇ ਪਿੱਛੇ ਲੱਗਣਾ ਬਹੁਤ ਜ਼ਰੂਰੀ ਹੈ, ਪਰ ਸਾਨੂੰ ਪਤਾ ਤਾਂ ਹੋਵੇ ਨਾ ਕਿ ਬੰਦਾ ਚੰਗਾ ਹੈ, ਉਹ ਗੱਲ ਚੰਗੀ ਕਰਦਾ ਹੈ। ਕੀ ਉਹ ਸਾਰੀਆਂ ਚੀਜ਼ਾਂ ਦੀ ਜੇ ਘਾਟ ਦੂਰ ਕਰ ਲਈਏ, ਦੇਸ਼ ਵੀ ਅੱਗੇ ਵਧੇ, ਸੂਬਾ ਵੀ ਅੱਗੇ ਵਧੇ, ਪਰਿਵਾਰਾਂ ਦੇ ਵਿੱਚੋਂ ਵੀ ਕਲੇਸ਼ ਮੁੱਕੇ। ਤੁਹਾਡੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਰਾਏ ਹੈ? ਕਿਉਂਕਿ ਜ਼ਰੂਰੀ ਹੈ ਭਾਈ। ਆਪਾਂ ਹੋਰ ਸਾਰੇ ਸੜਕ ਬਣ ਜੂ, ਪੁਲ ਬਣ ਜੂ, ਸਭ ਕੁਛ ਬਣ ਜੂ, ਜੇ ਅੰਦਰ ਹੀ ਨਾ ਬਣਿਆ ਤਾਂ ਪੂਰਾ ਕੰਮ ਜਿਹੜਾ ਖਰਾਬ ਹੋ ਜਾਣਾ। ਜੇ ਤਾਂ ਤੁਹਾਨੂੰ ਗੱਲਬਾਤ ਅੱਜ ਦੀ ਲੱਗੀ ਚੰਗੀ, ਆਪਾਂ ਕੁਝ ਵਿਸ਼ਿਆਂ ਦੇ ਉੱਤੇ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਆਉਣ ਵਾਲੇ ਦਿਨਾਂ 'ਚ ਲਿਆ ਕਰਾਂਗੇ, ਮਹੀਨੇ ਖੰਡ 'ਚ ਇੱਕ ਅੱਧੀ ਵਾਰੀ, 15 ਦਿਨੀ ਕਿਤੇ। ਜੇ ਤੁਹਾਨੂੰ ਚੰਗੀ ਲੱਗੀ ਤੇ ਵਿਸ਼ਾ ਵੀ ਜੇ ਤੁਸੀਂ ਕੋਈ ਚਾਹੁੰਦੇ ਹੋ ਤਾਂ ਉਹ ਜ਼ਰੂਰ ਦੱਸ ਦਿਓ ਥੱਲੇ। ਤਾਂ ਜੇ ਨਹੀਂ ਚਾਹੁੰਦੇ ਹੋਏ ਕੋਈ ਗੱਲ ਨਹੀਂ, ਫਿਰ ਆਪਾਂ ਡਾਕਟਰ ਸਾਹਿਬ ਨੂੰ ਕਹਾਂਗੇ ਤੁਸੀਂ ਭਾਈ ਪਰਚੀ ਪੁਰਚੀ ਕੱਟੋ, ਪੈਸੇ ਪੂਏ ਕਮਾਓ, ਅਤੇ ਦਵਾਈ ਦੂਈ ਲਿਖੋ ਮਰੀਜ਼ਾਂ ਨੂੰ। ਕੋਸ਼ਿਸ਼ ਕੀਤੀ ਅਸੀਂ, ਹੁੰਗਾਰਾ ਤੁਹਾਡੇ ਵੱਲੋਂ ਅਸੀਂ ਉਡੀਕਣਾ ਹੈ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।